इसलिए कि जितने लोग परमेश्वर के आत्मा के चलाए चलते हैं वही परमेश्वर के पुत्र हैं। जो आत्मा में चलते हैं, जो पवित्र आत्मा में चलाए चलते हैं, वो परमेश्वर की पुत्र हैं या परमेश्वर की संतान है। ਜਿਹੜੇ ਰੂਹ ਦੇ ਮੁਤਾਬਿਕ ਚੱਲਦੇ ਨੇ ਜਾਂ ਰੂਹ ਦੇ ਚਲਾਏ ਚੱਲਦੇ ਨੇ ਜਾਂ ਪਰਮੇਸ਼ਵਰ ਦੇ ਪਾਕ ਰੂਹ ਦੇ ਮੁਤਾਬਿਕ ਚੱਲਦੇ ਨੇ, ਉਹੀ ਪਰਮੇਸ਼ਵਰ ਦੀ ਔਲਾਦ ਹੈ, ਪਰਮੇਸ਼ਵਰ ਦੀ ਸੰਤਾਨ ਹੈ ਜਾਂ ਪਰਮੇਸ਼ਵਰ ਦੇ ਬੱਚੇ ਹੈ। हम इस मसीहों में बहुत सारे मसीहों को दिखाई देते हैं। ਮਸੀਹੀ ਲੋਕਾਂ ਦੇ ਵਿੱਚ ਵੀ ਵੱਖਰੇ ਵੱਖਰੇ ਤਰੀਕੇ ਦੇ ਮਸੀਹ ਲੋਕ ਦਿਖਦੇ ਨੇ। बहुत सारे लोग मसीह हैं। ਬਹੁਤ ਸਾਰੇ ਲੋਕ ਮਸੀਹ ਨੇ। विश्वास करने वाले मसीह, ਵਿਸ਼ਵਾਸ ਕਰਨ ਵਾਲੇ ਮਸੀਹ, तौबा किया हुआ मसीह, ਤੌਬਾ ਕੀਤੇ ਮਸੀਹ, बपतिस्मा लिया हुआ मसीह, ਬਪਤਿਸਮਾ ਲੈਤੇ ਮਸੀਹ, पवित्र आत्मा पाई हुई मसीह, ਪਾਕ ਰੂਹ ਨੂੰ ਪ੍ਰਾਪਤ ਕੀਤੇ ਲੋਕ, चर्च में आते मसीह, ਚਰਚ ਵਿੱਚ ਆਉਣ ਵਾਲੇ ਮਸੀਹ, चर्च के बाहर और मसीह, ਚਰਚ ਤੋਂ ਬਾਹਰ ਕੁਝ ਹੋਰ ਮਸੀਹ, चर्च में आते और मसीह, ਚਰਚ ਵਿੱਚ ਆਉਂਦੇ ਹੋਰ चर्च ਮਸੀਹ, के बाहर और मसीह, ਚਰਚ ਤੋਂ ਬਾਹਰ ਨਿਕਲਦੇ ਕੁਝ ਹੋਰ उपवास ਮਸੀਹ, और प्रार्थना में और मसीह, ਵਰਤ ਪ੍ਰਾਰਥਨਾ ਵਿੱਚ ਕੁਝ ਨਵੇਂ ਮਸੀਹ, उपवास और प्रार्थना के बाद में दूसरा मसीह, ਵਰਤ ਪ੍ਰਾਰਥਨਾ ਤੋਂ ਬਾਅਦ ਕੁਝ ਹੋਰ ਨਵੇਂ संडे ਮਸੀਹ, टू संडे मसीह। ਐਤਵਾਰ ਤੋਂ ਐਤਵਾਰ ਦੇ ਮਸੀਹ, कई मसीहों को दिखाई देते ਵੱਖਰੇ हैं। ਵੱਖਰੇ ਤਰੀਕੇ ਦੇ ਮਸੀਹੀ ਲੋਕ ਦਿਖਦੇ ਨੇ। लेकिन आत्मा में जो चलते हैं वो परमेश्वर की संतान है। ਪਰ ਜਿਹੜੇ ਰੂਹ ਦੇ ਮੁਤਾਬਿਕ ਚਲਾਏ ਚੱਲਦੇ ਨੇ ਉਹੀ ਪਰਮੇਸ਼ਰ ਦੀ ਔਲਾਦ ਨੇ। कितने लोग आत्मा में चलते ਕਿੰਨੇ हैं? ਜਿਹੜੇ ਰੂਹ ਦੇ ਵਿੱਚ ਚੱਲਦੇ ਨੇ, आत्मा में कैसे चलना मैं आज ये बताने जा रहे ਤੇ हैं। ਰੂਹ ਦੇ ਵਿੱਚ ਕਿਵੇਂ ਅਸੀਂ ਚੱਲਣਾ ਹੈ ਜਾਂ ਰੂਹ ਦੇ ਮੁਤਾਬਿਕ ਕਿਵੇਂ ਚੱਲਣਾ ਉਹ ਤੁਹਾਨੂੰ ਮੈਂ ਦੱਸਣ ਚੱਲਿਆ। सबसे बड़ी बात है हमारा सोच विचार आत्मा में हो। ਤੇ ਸਭ ਤੋਂ ਵੱਡੀ ਗੱਲ ਹੈ ਤੁਹਾਡਾ ਸੋਚ ਵਿਚਾਰ ਹੈ ਜਿਹੜੇ ਉਹ ਰੂਹ ਦੇ ਵਿੱਚ ਹੋਣ। आज मसीह क्यों नहीं उठ पा रहे हैं? ਅੱਜ ਮਸੀਹੀ ਲੋਕ ਕਿਉਂ ਨਹੀਂ ਉੱਚੇ ਹੋ ਰਹੇ? दूसरे के कारण नहीं है, ਦੂਜਿਆਂ ਦਾ ਕੋਈ ਕਾਰਨ ਨਹੀਂ ਹੈ, खुद के कारण है। ਉਹ ਆਪਣੇ ਕਰਕੇ ਹੈ, हमारा सोच ठीक नहीं ਕਿਉਂਕਿ है। ਸਾਡੀ ਸੋਚ ਚੰਗੀ ਨਹੀਂ ਹੈ। कुछ लोगों को परिस्थिति है, ਕਈ ਲੋਕਾਂ ਦੇ ਹਾਲਾਤ ਨੇ, कईयों को परिस्थिति को मैं जानता ਕਈਆਂ ਦੇ हूं। ਹਾਲਾਤਾਂ ਨੂੰ ਅਸੀਂ ਜਾਣਦੇ ਹਾਂ। आप यदि समझ लो मैं और आदेश के साथ कोई बात हो गया, ਸਮਝ ਲਓ ਮੇਰਾ ਤੇ ਭਰਾ ਆਦੇਸ਼ ਦਾ ਕੋਈ ਗੱਲਬਾਤ ਆਪਸ ਹੋਈ, गुस्सा हो गए, ਗੁੱਸੇ ਹੋਏ, मैं भी गुस्सा हो गया, आदेश भी गुस्सा हो ਮੈਂ गया, ਵੀ ਗੁੱਸੇ ਹੋਇਆ, ਭਰਾ ਆਦੇਸ਼ ਵੀ ਗੁੱਸੇ ਹੋ ਗਏ, ना मैं प्रार्थना कर पाएंगे ना आदेश कर ਤੇ ਨਾ ਮੈਂ ਦੁਆ ਕਰ ਸਕਦਾ ਨਾ ਭਰਾ ਆਦੇਸ਼ ਦੁਆ ਕਰ ਸਕਦਾ ਹੈ। करेंगे, बुद्धि में कर सकते हैं, ਹਾਂ ਬੁੱਧੀ ਦੇ ਵਿੱਚ ਕਰ ਸਕਦੇ ਹਾਂ, बुद्धि में अन्य भाषा भी कह सकते ਗਿਆਨ हैं, ਦੇ ਵਿੱਚ ਅਸੀਂ ਸਮਝ ਦੇ ਨਾਲ ਅਸੀਂ ਗੈਰ ਜ਼ੁਬਾਨ ਵੀ लेकिन ना ਬੋਲਾਂਗੇ। मैं और आदेश ना आत्मा में प्रार्थना कर पाओगे ना आत्मा में हम रह पाओगे। ਤੇ ਨਾ ਤਾਂ ਮੈਂ ਤੇ ਨਾ ਹੀ ਭਰਾ ਆਦੇਸ਼ ਅਸੀਂ ਦੋਵੇਂ ਨਾ ਤਾਂ ਅਸੀਂ ਰੂਹ ਦੇ ਵਿੱਚ ਦੁਆ ਕਰ ਸਕਦੇ ਹਾਂ ਨਾ ਹੀ ਰੂਹ ਦੇ ਵਿੱਚ ਅਸੀਂ ਬਣੇ ਰਹਿ ਸਕਦੇ यदि ਹਾਂ। मैं और आदेश आत्मा में रहना है तो पता क्या करना ਤੇ चाहिए? ਜੇ ਅਸੀਂ ਦੋਵਾਂ ਨੇ ਆਤਮਾ ਦੇ ਵਿੱਚ ਰੂਹ ਦੇ ਵਿੱਚ ਬਣੇ ਰਹਿਣਾ ਤਾਂ ਪਤਾ ਕੀ ਕਰਨਾ ਚਾਹੀਦਾ ਹੈ? मैं भाई आदेश के पास जाए ਮੈਂ ਭਰਾ ਆਦੇਸ਼ ਦੇ ਕੋਲ ਜਾਵਾਂ या आदेश मेरे पास ਜਾਂ आए, ਆਦੇਸ਼ ਭਰਾ ਮੇਰੇ ਕੋਲ ਆਵੇ, हम क्षमा मांगे, ਅਸੀਂ ਮਾਫੀ मैं ਮੰਗੀਏ। कहेंगे भाई आदेश ਮੈਂ ਉਹਨੂੰ ਆਖੂੰਗਾ ਭਰਾ ਆਦੇਸ਼ मेरे से गलती हो गई, ਮੇਰੇ ਤੋਂ ਗਲਤੀ ਹੋ ਗਈ, मुझे क्षमा करना, ਮੈਨੂੰ ਮਾਫ ਕਰੋ, आगे नहीं होगा। ਅੱਗੇ ਤੋਂ ਨਹੀਂ ਹੁੰਦੀ। प्रभु के नाम में ਪ੍ਰਭੂ ਦੇ ਨਾਮ 'ਚ आपसे मैं माफी मांगते हैं। ਮੈਂ ਤੁਹਾਡੇ ਤੋਂ ਇੱਕ क्षमा ਮੰਗਦਾ। मैं आदेश को गला लगाते ਮੈਂ हैं ਆਦੇਸ਼ ਨੂੰ ਗਲੇ ਲਾਣਾ तो शैतान वहां हार गया है। ਤਾਂ ਸ਼ੈਤਾਨ ਉਸ ਥਾਂ ਦੇ ਵਿੱਚ ਹਾਰ ਗਿਆ ਹੈ। फिर हम आत्मा में रह सकते हैं। ਫਿਰ ਉਸ ਤੋਂ ਬਾਅਦ ਅਸੀਂ ਰੂਹ ਦੇ ਵਿੱਚ ਬਣੇ ਰਹਿ अब ਸਕਦੇ कईयों को मसीह की सोच ठीक नहीं है, ਹਾਂ। ਕਈ ਮਸੀਹਾਂ ਦੀ ਸੋਚ ਵਿਚਾਰ ਚੱਲਦੇ ਨਹੀਂ इसलिए ਹੈ, हम आत्मा में नहीं रह ਇਸ पाते ਕਰਕੇ हैं। ਅਸੀਂ ਰੂਹ ਦੇ ਵਿੱਚ ਬਣੇ ਨਹੀਂ ਰਹਿ कई ਪਾਉਂਦੇ ਹਾਂ। मसीहों को बोली ठीक ਕਈ नहीं है, ਮਸੀਹਾਂ ਦੀ ਬੋਲ ਬਾਣੀ ਚੱਜਦੀ ਨਹੀਂ, कईयों को घर में लड़ाइयाँ होती ਕਈਆਂ ਦੇ ਘਰ 'ਚ ਲੜਾਈ ਹੁੰਦੀ ਹੈ, हैं, बहू सास की लड़ाई, ਨੌ ਸੱਸ ਦੀ ਲੜਾਈ, पति पत्नी की लड़ाई, ਘਰ ਵਾਲਾ ਘਰ ਵਾਲੀ ਲੜਾਈ, बच्चों को साथ लड़ाई, ਨਿਆਣਿਆਂ ਦੇ ਨਾਲ ਲੜਾਈ, लेने देने की ਲੈਣ लड़ाई, ਦੇਣ 'ਚ ਲੜਾਈ, एक दूसरे को पसंद नहीं ਇੱਕ करते। ਦੂਜੇ ਨੂੰ ਵਧੀਆ ਨਹੀਂ ਸਮਝਦੇ। ये सब बातें हमारे जीवन में होने के कारण, अपनी घर पे ये सब बात होने के कारण बाहर भी ये बातें दिखाते हैं। ਅਤੇ ਇਹ ਗੱਲਾਂ ਸਾਡੀ ਜ਼ਿੰਦਗੀ 'ਚ ਜਾਂ ਸਾਡੇ ਟੱਬਰ ਦੇ ਵਿੱਚ ਜਾਂ ਘਰ ਦੇ ਵਿੱਚ ਹੋਣ ਕਰਕੇ ਬਾਹਰ ਵੀ ਇਹ ਗੱਲਾਂ ਪ੍ਰਗਟੀਕਰਨ ਜ਼ਾਹਿਰ ਹੁੰਦੀਆਂ ਨੇ। एक भाई आके मुझे कह रहे थे, ਇੱਕ ਭਰਾ ਨੇ ਮੈਨੂੰ ਆ ਕੇ ਏਦਾਂ ਆਖਿਆ, मैं अपनी ऑफिसर से बहुत तंग हूँ, ਤੇ ਮੈਂ ਆਪਦੇ ਜਿਹੜਾ ਮੇਰੇ ਉੱਤੇ ਆਫੀਸਰ ਹੈ ਉਹਦੇ ਤੋਂ ਮੈਂ ਬਹੁਤ ਦੁਖੀ ਹਾਂ। वो रात को 10 बजे तक ऑफिस में बैठते हैं, ਉਹ ਰਾਤ ਨੂੰ 10 ਵਜੇ ਤੱਕ ਉਹ ਦਫ਼ਤਰ 'ਚ ਬਹਿੰਦਾ ਏ, मुझे भी 10 बजे तक बैठना पड़ता है। ਮੈਨੂੰ ਵੀ ਉਹਦੇ ਨਾਲ 10 ਵਜੇ ਤੱਕ ਬਹਿਣਾ ਪੈਂਦਾ ਹੈ। क्यों क्यों ਕਿਉਂ 10 बजे तक क्यों बैठते हैं? 10 ਵਜੇ ਤੱਕ ਕਿਉਂ ਬਹਿੰਦਾ ਹੈ? घर पे जाके क्लेश है, ਘਰ ਦੇ ਵਿੱਚ ਲੜਾਈ ਹੈ, पत्नी के साथ लड़ाई है, ਘਰ ਵਾਲੀ ਨਾਲ ਲੜਾਈ ਹੈ, इसलिए वो सोचते हैं ਇਸ ਕਰਕੇ ਉਹ ਸੋਚਦਾ ਹੈ ऑफिस में बैठेंगे, ਦਫ਼ਤਰ 'ਚ ਬੈਠਾਂਗੇ, सरकारी ਸਰਕਾਰੀ खर्चा में ਖਰਚੇ 'ਚ बिजली, ਬਿਜਲੀ, एसी, ਏਸੀ, सब कुछ, ਸਾਰਾ ਕੁਝ, फोन, ਫੋਨ, अच्छी सुविधा, ਚੰਗੀਆਂ ਸੁਵਿਧਾਵਾਂ, ऑफिस में रहेंगे। ਦਫ਼ਤਰ 'ਚ ਰਵਾਂਗੇ।
सुबह नाश्ता ऑफिस में, दोपहर के लंच ऑफिस में, रात का डिनर भी ऑफिस में, खाना खा के फिर जब नींद आने के समय आता 10 बजे घर पे चले जाते हैं। ਅਤੇ ਸਵੇਰ ਦਾ ਜਿਹੜਾ ਖਾਣਾ ਹੈ ਉਹ ਵੀ ਦਫ਼ਤਰ ਦੇ ਵਿੱਚ ਹੀ, ਦੁਪਹਿਰ ਦਾ ਭੋਜਨ ਵੀ ਦਫ਼ਤਰ ਦੇ ਵਿੱਚ, ਰਾਤ ਦਾ ਵੀ ਖਾਣਾ ਜਿਹੜਾ ਉਹ ਦਫ਼ਤਰ ਦੇ ਵਿੱਚ, ਅਤੇ ਉਸ ਤੋਂ ਬਾਅਦ ਜਦੋਂ ਜਮਾ ਸੌਣ ਦੇ ਕਿਨਾਰੇ ਆ ਜਾਂਦਾ, ਜੋ ਨੀਂਦ ਆਉਣ ਲੱਗ ਜਾਂਦੀ, ਉਸ ਤੋਂ ਬਾਅਦ ਉੱਠ ਕੇ ਘਰੇ ਚਲਾ ਜਾਂਦਾ। ऐसी परिस्थिति कईयों को घर पे है। ਇਦਾਂ ਦੀ ਹਾਲਾਤ ਕਈਆਂ ਦੇ ਘਰਾਂ ਦੇ ਨੇ। यदि आप दूसरे से घर पे बनते नहीं ਤੇ ਜੇ है, ਘਰ ਦੇ ਵਿੱਚ ਇੱਕ ਦੂਜੇ ਨਾਲ ਤੁਹਾਡੀ ਬਣਦੀ ਨਹੀਂ, कभी भी अब आत्मा में नहीं चल सकते। ਕਦੇ ਵੀ ਤੁਸੀਂ ਰੂਹ ਦੇ ਵਿੱਚ ਨਹੀਂ ਚੱਲ ਸਕਦੇ। यहाँ पे भाई बहने बैठे हैं, ਇੱਥੇ ਭੈਣ ਤੇ ਭਰਾ ਬੈਠੇ ਨੇ। यदि आप किसी के साथ दिल में कड़वापन ਜੇ हो, ਕਿਸੇ ਦੇ ਪ੍ਰਤੀ ਤੁਹਾਡੇ ਦਿਲ 'ਚ ਕੜਵਾਹਟ ਹੈ, या किसी की प्रति दिल में कोई बात है, ਜਾਂ ਕਿਸੇ ਦੇ ਪ੍ਰਤੀ ਗੁੱਸਾ ਜਾਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਤੁਹਾਡੇ ਦਿਲ 'ਚ ਹੈ, 100%, 100%, एक और मैं बता रहा 101%, ਤੇ 101% ਤੁਹਾਨੂੰ ਦੱਸ ਦੇ तुम आत्मा में नहीं रह सकते। ਤੁਸੀਂ ਰੂਹ 'ਚ ਨਹੀਂ ਚੱਲ ਸਕਦੇ। यदि मैं मेरी पत्नी से लड़ाई है, ਜੇ ਪ੍ਰਭੂ ਦੀ ਦਾਸੀ ਨਾਲ ਲੜਾਈ ਹੈ, मैं इनसे लड़ते हैं, ਤੇ ਮੈਂ ਜੇ ਇਹਨਾਂ ਨਾਲ ਲੜਦਾ, ये मेरे से लड़ते ਇਹ हैं, ਮੇਰੇ ਨਾਲ ਲੜਦੇ ਆ, कभी भी हम आत्मा में नहीं रह ਤਾਂ सकते ਕਦੇ ਵੀ हैं। ਦੋਵੇਂ ਰੂਹ 'ਚ ਨਹੀਂ ਰਹਿ ਸਕਦੇ। यदि कोई बात है तुम्हारे जीवन में हो भी गया ਜੇ है, ਤੁਹਾਡੀ ਜ਼ਿੰਦਗੀ 'ਚ ਕੋਈ ਗੱਲ ਹੋ ਵੀ ਗਈ, बाइबल कहते हैं ਬਾਣੀ 'ਚ ਲਿਖਿਆ ਹੈ, सूरज की अस्ताचल की पहले मेल मिलाप हो जाना चाहिए। ਤੇ ਸੂਰਜ ਦੇ ਢਲਣ ਤੋਂ ਪਹਿਲਾਂ ਤੇ ਦਿਨ ਢਲਣ ਤੋਂ ਪਹਿਲਾਂ ਤੁਹਾਡਾ ਆਪਸੀ ਮੇਲ ਮਿਲਾਪ ਹੋਣਾ ਜ਼ਰੂਰੀ ਹੈ। नहीं है तो फिर दुष्ट हमारे परिवार में और व्यक्ति जीवन में जबरदस्त काम करेंगे। ਨਹੀਂ ਤਾਂ ਸ਼ੈਤਾਨ ਸਾਡੀ ਜ਼ਿੰਦਗੀ ਦੇ ਵਿੱਚ ਤੇ ਪਰਿਵਾਰਿਕ ਜ਼ਿੰਦਗੀ ਦੇ ਵਿੱਚ, ਦੋਵਾਂ ਦੇ ਵਿੱਚ ਬਹੁਤ ਵੱਡਾ ਕੰਮ ਕਰੂਗਾ। इस कारण हम आत्मा में चल नहीं पा ਇਸ रहे हैं। ਕਰਕੇ ਅਸੀਂ ਰੂਹਦਾਰੀ ਦੇ ਵਿੱਚ ਨਹੀਂ ਚੱਲ ਪਾ ਰਹੇ ਹਾਂ। परमेश्वर की आत्मा तुम्हें दिया है, ਪਰਮੇਸ਼ਰ ਦਾ ਰੂਹ ਸਾਨੂੰ ਦਿੱਤਾ ਗਿਆ, केवल संडे टू संडे के लिए नहीं है, ਫਿਰ ਐਤਵਾਰ ਦੇ ਐਤਵਾਰ ਵਾਸਤੇ ਨਹੀਂ ਹੈ, केवल संडे टू संडे 2 घंटे के लिए नहीं है। ਐਤਵਾਰ ਦੇ ਐਤਵਾਰ ਵੀ 2 ਘੰਟੇ ਵਾਸਤੇ ਹੀ ਨਹੀਂ ਹੈ। कई मसीह संडे टू संडे भी आत्मा में है। ਕਈ ਮਸੀਹ ਲੋਕ ਆ ਜਿਹੜੇ ਐਤਵਾਰ ਦੇ ਦਿਨ ਹੀ ਇਕੱਲੇ ਆਤਮਾ 'ਚ ਹੈ। जब आके बैठेंगे तब से अन्य भाषा शुरू हो जाती ਜਦੋਂ ਆ ਜਾਂਦੇ ਆ ਫਿਰ ਉਸੇ ਵੇਲੇ ਤੋਂ ਗੈਰ ਜ਼ੁਬਾਨ ਬੋਲਣਾ ਸ਼ੁਰੂ ਕਰਦੇ है। ਆ, उसके बाद आराधना खत्म होने तक अन्य भाषा में ਤੇ ਉਦੋਂ ਤੱਕ ਜਦੋਂ ਤੱਕ ਆਰਾਧਨਾ ਜਾਂ ਸਭਾ ਮੁੱਕਦੀ ਨਹੀਂ ਉਦੋਂ ਤੱਕ ਗੈਰ ਜ਼ੁਬਾਨ ਬੋਲਦੇ ਆ। चर्च में चले जाते हैं, ਜਦੋਂ ਚਰਚ ਤੋਂ ਬਾਹਰ ਨਿਕਲਦੇ ਆ, उसके बाद में पता नहीं अन्य भाषा कहाँ ਤੇ चले ਉਸ ਤੋਂ जाते ਬਾਅਦ हैं। ਪਤਾ ਨਹੀਂ ਕਿੱਥੇ ਜਾਂਦੀ ਹੈ ਗੈਰ ਜ਼ੁਬਾਨ। सोमवार को अन्य भाषा नहीं, ਸੋਮਵਾਰ ਨੂੰ ਕੋਈ ਗੈਰ ਜ਼ੁਬਾਨ ਨਹੀਂ, मंगलवार को भी नहीं है, ਮੰਗਲਵਾਰ ਨੂੰ ਵੀ ਕੋਈ ਗੈਰ बुधवार ਜ਼ੁਬਾਨ को भी ਨਹੀਂ, नहीं है, ਬੁੱਧਵਾਰ ਨੂੰ ਵੀ ਨਹੀਂ ਹੈ, वीरवार को भी ਵੀਰਵਾਰ नहीं ਨੂੰ ਵੀ है, ਨਹੀਂ ਹੈ, शुक्रवार को भी नहीं ਸ਼ੁੱਕਰਵਾਰ ਨੂੰ ਵੀ ਨਹੀਂ है, ਹੈ, शनिवार को भी नहीं शनिवार है, ਨੂੰ भी नहीं फिर है, इतवार आते ਫਿਰ हैं, ਐਤਵਾਰ ਆਉਂਦਾ ਹੈ, 10 बजे आराधना 10 शुरू ਵਜੇ होते ਆਰਾਧਨਾ हैं, ਸ਼ੁਰੂ ਹੁੰਦੀ फिर ਹੈ, अन्य भाषा शुरू हो ਫਿਰ जाते अन्य हैं। ਭਾਸ਼ਾ ਸ਼ੁਰੂ ਹੋ ਜਾਂਦੀ ਹੈ। बाकी इतना दिन की अन्य भाषा कहाँ ਤੇ चलेगी, ਬਾਕੀ ਇੰਨੇ ਦਿਨਾਂ ਦੀ ਗੈਰ ਜ਼ੁਬਾਨ ਕਿੱਥੇ ਚਲੀ ਗਈ? हमें समझ नहीं पा रहे ਅਸੀਂ हैं। ਇਹ ਗੱਲ ਨਹੀਂ ਸਮਝ ਪਾ ਰਹੇ ਹਾਂ। कौन सी आत्मा है? ਕਿਹੜੀ ਰੂਹ ਹੈ? कईयों को माइक हाथ में मिलते हैं ਕਈਆਂ ਦੇ ਮਾਈਕ ਹੱਥ 'ਚ ਆਉਂਦਾ ਹੈ, तब अन्य भाषा है, ਉਦੋਂ ਗੈਰ ਜ਼ੁਬਾਨ ਹੈ, तब तक अन्य भाषा नहीं है। ਉਦੋਂ ਪਹਿਲਾਂ ਕੋਈ ਗੈਰ ਜ਼ੁਬਾਨ ਨਹੀਂ। जब माइक हाथ में है ਜਦੋਂ ਮਾਈਕ ਹੱਥ 'ਚ ਹੈ तब अन्य भाषा है। ਤਬ ਗੈਰ ਜ਼ੁਬਾਨ ਹੈ। यदि मैं ਜੇ ਮੈਂ, मेरे हाथ में माइक मिलते ਮੇਰੇ हैं ਹੱਥ 'ਚ ਮਾਈਕ ਮਿਲਦਾ ਹੈ, अन्य भाषा है, ਇਹ ਗੈਰ ਜ਼ੁਬਾਨ ਹੈ। उसकी बात में अन्य भाषा ਉਸ नहीं ਤੋਂ है, ਬਾਅਦ ਕੋਈ ਗੈਰ ਜ਼ੁਬਾਨ उससे नहीं, पहले भी अन्य भाषा ਉਦੋਂ नहीं ਪਹਿਲਾਂ है। ਵੀ ਕੋਈ ਗੈਰ ਜ਼ੁਬਾਨ ਨਹੀਂ। वो भी समझनी चाहिए कौन सी आत्मा ਤੇ है। ਉਹ ਵੀ ਸਮਝਣਾ ਚਾਹੀਦਾ ਕਿਹੜੀ ਰੂਹ ਹੈ। बाइबल कहते हैं, ਬਾਣੀ 'ਚ ਲਿਖਿਆ ਹੈ, पौलुस कहते हैं, ਪੌਲੁਸ ਏਦਾਂ ਆਖਦਾ ਹੈ, तुम परखना होगा ਤੁਹਾਨੂੰ ਪਰਖਣਾ ਪਊਗਾ कौन सी आत्मा है तुम्हारे अंदर। ਤੁਹਾਡੇ ਅੰਦਰ ਕਿਹੜਾ ਰੂਹ ਵਸਦਾ ਹੈ। बाइबल कहते हैं फल से पहचाना जाते हैं किस तरह दरकते हैं। ਅਤੇ ਬਾਣੀ 'ਚ ਲਿਖਿਆ ਗਿਆ ਕਿ ਫਲਾਂ ਤੋਂ ਪਹਿਚਾਣਾ ਜਾਂਦਾਗਾ, ਫਲ ਦੇਖ ਕੇ ਪਛਾਣਾ ਜਾਂਦਾ ਕਿ ਕਿਸ ਤਰੀਕੇ ਦਾ ਉਹ ਦਰਖਤ हमारी ਹੈ। स्वभाव से पहचाना जाते हैं किस तरह दरकते ਤੇ हैं। ਸਾਡੇ ਸੁਭਾਅ ਤੋਂ ਪਤਾ ਚੱਲ ਜਾਂਦਾ ਕਿ ਅਸੀਂ ਕਿਸ ਤਰ੍ਹਾਂ ਦੇ ਦਰਖਤ ਹਾਂ। आज मैं वचन पढ़ते समय ਅੱਜ ਮੈਂ ਵਚਨ ਨੂੰ ਪੜ੍ਹਨ ਦੇ ਵੇਲੇ परमेश्वर की वचन मुझे बातें किया ਪ੍ਰਭੂ ਦੇ है। ਰੂਹ ਨੇ ਮੇਰੇ ਨਾਲ ਗੱਲਾਂ ਕੀਤੀਆਂ, हमें आत्मा का फल के विषय में ਰੂਹ ਦੇ बताएं। ਫਲਾਂ ਦੇ ਬਾਰੇ ਦੱਸਣ ਲਈ। आत्मा का फल की सबसे पहला फल प्यार है। ਅਤੇ ਰੂਹ ਦੇ ਫਲਾਂ ਦੇ ਵਿੱਚੋਂ ਸਭ ਤੋਂ ਪਹਿਲਾ ਫਲ ਹੀ ਪਿਆਰ ਹੈ। यदि दूसरे के प्रति तुम्हारा प्यार नहीं है, ਜੇ ਦੂਜੇ ਦੇ ਪ੍ਰਤੀ ਤੁਹਾਡੇ ਅੰਦਰ ਪਿਆਰ ਨਹੀਂ ਹੈ, पति पत्नी के प्यार नहीं कह रहे हैं, ਘਰ ਵਾਲਾ ਘਰ ਵਾਲੀ ਦੇ ਪਿਆਰ ਦੀ ਗੱਲ ਨਹੀਂ मसीह की प्यार कह रहा हूँ। ਮਸੀਹੀ ਲੋਕਾਂ ਦੇ ਪਿਆਰ यदि ਦੀ एक ਗੱਲ ਕਰ दूसरे को तुम्हारे प्रति प्यार नहीं ਜੇ है, ਇੱਕ ਦੂਜੇ ਨਾਲ ਤੁਹਾਡੇ ਪ੍ਰਤੀ ਕੋਈ ਪਿਆਰ ਨਹੀਂ ਹੈ, आत्मा में भी नहीं है, मसीह में भी नहीं ਤੇ है, ਤੁਸੀਂ ਰੂਹ ਦੇ ਵਿੱਚ ਵੀ ਨਹੀਂ ਹੋ ਤੇ ਮਸੀਹ 'ਚ ਵੀ ਨਹੀਂ ਹੋ। आत्मा में तुम चल नहीं सकते, ਰੂਹ ਦੇ ਵਿੱਚ ਨਹੀਂ ਚੱਲ ਸਕਦੇ यदि तुम आत्मा में सोच नहीं सकता, ਤੇ ਤੁਸੀਂ ਜੋ ਰੂਹ ਦੇ ਵਿੱਚ ਜੇ ਸੋਚ ਨਹੀਂ ਸਕਦੇ, आत्मा में हृदय में कल्पना नहीं कर सकते, ਦਿਲ ਦੇ ਵਿੱਚ ਤੁਸੀਂ ਕਲਪਨਾ ਨਹੀਂ ਕਰ ਸਕਦੇ, आत्मा में देख नहीं सकता, ਆਤਮਾ ਦੇ ਵਿੱਚ ਵੇਖ ਨਹੀਂ ਸਕਦੇ, आत्मा में नजर नहीं रख ਰੂਹ ਦੇ सकते, ਵਿੱਚ ਨਿਗਾਹ ਨਹੀਂ ਰੱਖ ਸਕਦੇ, तो हम आत्मा में कैसे चाल चलेंगे। ਤਾਂ ਅਸੀਂ ਰੂਹ ਦੇ ਵਿੱਚ ਕਿਵੇਂ ਚਾਲ ਚੱਲ ਸਕਦੇ ਹਾਂ। आपकी नजर में अभिषेक चाहिए। ਤੁਹਾਡੀ ਦੇਖਣ ਦੇ ਵਿੱਚ ਵੀ ਇੱਕ ਪਰਮੇਸ਼ਰ ਦਾ ਮਸਾ ਚਾਹੀਦਾ ਹੈ। हमारे वीडियो देख के पिछले संडे अमृतसर से कोई भाई यहाँ पे मोटरसाइकिल में आए, ਤੇ ਸਾਡੇ ਵੀਡੀਓ ਦੇਖ ਕੇ ਅੰਮ੍ਰਿਤਸਰ ਤੋਂ ਇੱਕ ਭਰਾ ਮੋਟਰਸਾਈਕਲ ਤੇ ਇੱਥੇ ਆਇਆ।
वो जलंधर मसूदा में मेरे एक फ्रेंड है, उसकी चर्च में जाते ਤੇ ਉਹ ਜਲੰਧਰ ਦੇ ਵਿੱਚ ਇੱਕ ਪ੍ਰਭੂ ਦੇ ਦਾਸ ਦੇ ਇੱਕ ਦੋਸਤ ਨੇ, ਉਹਨਾਂ ਦੇ ਚਰਚ ਦੇ ਵਿੱਚ ਜਾਂਦਾ हैं। ਹੈ। उसके सारे परिवार मुझे फोन करते हैं। ਉਹਨਾਂ ਦਾ ਸਾਰਾ ਟੱਬਰ ਮੈਨੂੰ ਫੋਨ ਕਰਦਾ ਹੈ। अमृतसर से फोन किया है, ਅੰਮ੍ਰਿਤਸਰ ਤੋਂ ਫੋਨ ਆਇਆ, वो जाके मम्मी से कराया, भाभी से कराए, उसकी बहन से कराए, उसकी पत्नी से कराए, सभी से प्रार्थना कराए। ਤੇ ਉਸ ਤੋਂ ਬਾਅਦ ਉਹਨੇ ਜਾ ਕੇ ਆਪਦੇ ਘਰ ਰਹੀ ਜਾ ਕੇ ਉਹਨੇ ਸਾਰੇ ਜੀਆਂ ਨੂੰ, ਸਾਰੇ ਜੀਆਂ ਦੇ ਨਾਲ ਮੇਰੀ ਗੱਲ ਕਰਵਾਈ ਹੈ ਤੇ ਉਹਨਾਂ ਦੇ ਲਈ ਦੁਆ ਕੀਤੀ काफी ਗਈ। सालों से मसीह है, ਕਾਫੀ ਵਰਿਆਂ ਤੋਂ ਮਸੀਹ ਚ ਹੈ, तौबा किया है, ਤੌਬਾ ਕੀਤੀ ਹੈ, बपतिस्मा लिया है। ਬਪਤਿਸਮਾ ਲਿਆ ਹੋਇਆ ਹੈ। उनके जीवन में गंदे भावना आते हैं। ਉਹਦੀ ਜ਼ਿੰਦਗੀ ਦੇ ਵਿੱਚ ਬੁਰੀਆਂ ਲਾਲਸਾਵਾਂ ਆਉਂਦੀਆਂ ਨੇ। वो है तो मसीह है, ਉਹ ਹੈ ਤਾਂ ਮਸੀਹ ਹੈ, संगत में भी जाते हैं, ਸੰਗਤੀ ਚ ਵੀ ਜਾਂਦਾ ਹੈ, जलंधर में कोई संगति में जाते हैं, ਜਲੰਧਰ ਚ ਕਿਸੇ ਸੰਗਤ ਚ ਜਾਂਦਾ ਹੈ, और लेकिन उसके अंदर गंदे भावना आते हैं, ਪਰ ਉਹਦੇ ਅੰਦਰ ਮਾੜੀਆਂ ਭਾਵਨਾਵਾਂ ਆਉਂਦੀਆਂ ਨੇ, गंदे विचार आते हैं। ਗਲਤ ਖਿਆਲ ਆਉਂਦੇ ਆ। और मैं आपको बताना नहीं चाहती ਮੈਂ है, ਤੁਹਾਨੂੰ ਨਹੀਂ ਦੱਸਣਾ ਚਾਹੁੰਦਾ, ऐसे गंदे विचार उनके अंदर आते ਇਸ हैं। ਤਰ੍ਹਾਂ ਦੀਆਂ ਗੰਦੀਆਂ ਸੋਚਾਂ ਉਹਦੇ ਅੰਦਰ ਆਉਂਦੀਆਂ ਨੇ। उसने मेरे YouTube से और वीडियो देखा है, YouTube ਦੇ ਵਿੱਚ ਉਹਨੇ ਆਪਣੇ ਚਰਚ ਦੀ ਵੀਡੀਓ मेरे ਦੇਖੀ ਹੈ आंखों में देखती हुई कोई भाव और अभिषेक पाए हुए लोगों को देखा ਅਤੇ है। ਅੱਖਾਂ ਦੇ ਵਿੱਚ ਜੋ ਦੇਖਿਆ ਕਿਸੇ ਨੇ ਤਾਂ ਮਸਾ ਪਾਉਂਦੇ ਲੋਕਾਂ ਦੀ ਵੀਡੀਓ ਉਹਨੇ ਦੇਖੀ ਹੈ। उसने घर पे बताया मैं बठिंडा जाना है, ਉਹਨੇ ਘਰੇ ਆਖਿਆ ਕਿ ਮੈਂ ਬਠਿੰਡੇ ਜਾਣਾ बठिंडा जाके मैं पास्टर की आंखों से मैं अभिषेक पाऊंगा। ਤੇ ਮੈਂ ਬਠਿੰਡੇ ਜਾਊਂਗਾ, ਪ੍ਰਭੂ ਦੇ ਦਾਸ ਦੀ ਅੱਖਾਂ ਦੇ ਵਿੱਚੋਂ ਮੈਂ ਮਸਾ ਪਾ ਕੇ वो ਆਊਂਗਾ। आके बस अड्डे में आए, ਉਹ ਬੱਸ ਸਟੈਂਡ ਤੇ ਆਇਆ, बस अड्डे में कईयों को पूछा है, ਬੱਸ ਅੱਡੇ ਕਾਫੀਆਂ ਨੂੰ ਪਤਾ ਕੀਤਾ उसने वो उस वीडियो में कोई एड्रेस नहीं है, ਕਿਉਂਕਿ ਵੀਡੀਓ 'ਚ ਕੋਈ ਐਡਰੈਸ ਨਹੀਂ ਸੀ, वीडियो में कोई फोन नंबर नहीं है, ਵੀਡੀਓ 'ਚ ਕੋਈ ਨੰਬਰ ਵੀ ਨਹੀਂ ਸੀ। और उसने वहां पे कईयों को पूछा भाई देखा ये पास्टर कौन है आपको पता है, ये देखो ये चमत्कार करते हैं। ਤੇ ਉਹਨੇ ਕਈ ਲੋਕਾਂ ਨੂੰ ਉੱਥੇ ਅਰਜ਼ ਕਰਕੇ ਪੁੱਛਿਆ ਕਿ ਦੱਸੋ ਬਈ ਇਹ ਇੰਨਾ ਪਾਦਰੀ ਸਾਹਿਬ ਨੂੰ ਤੁਸੀਂ ਜਾਣਦੇ ਹੋ ਕਿ ਇਹ ਚਮਤਕਾਰ ਕਰਦੇ कहते ਨੇ? ये तो मसीह है। ਤਾਂ ਕਹਿਣ ਲੱਗੇ ਤਾਂ ਮਸੀਹ ਹੈ। आप ऐसे करो पावरहाउस रोड में जाओ, वहां पे होली रोजरी चर्च है, वो चर्च में जाएगा तो वो तुम्हें पता लग जाएगी। ਅਤੇ ਉਹਨਾਂ ਨੇ ਕਿਹਾ ਕਿ ਤੂੰ ਪਾਵਰਸ ਰੋਡ ਤੇ ਹੋਲੀ ਰੋਜ਼ਰੀ ਚਰਚ ਹੈਗਾ, ਉੱਥੇ ਚਲਾ ਜਾ, ਉੱਥੇ ਤੈਨੂੰ ਪਤਾ ਲੱਗ तो ਜਾਊਗਾ। कैथोलिक चर्च में चले ਉਹ गए, ਕੈਥੋਲਿਕ ਚਰਚ 'ਚ ਚਲਾ ਗਿਆ, कैथोलिक चर्च की फादर को वीडियो दिखाएं, ਕੈਥੋਲਿਕ ਚਰਚ ਦੇ ਫਾਦਰ ਨੂੰ ਵੀਡੀਓ ਦਿਖਾਈ। तो फादर ने बताया ਫਾਦਰ ਨੇ ਆਖਿਆ ये 100 फुटी रोड सीधे चले जाना है, 100 ਫੁੱਟੀ ਰੋਡ ਤੋਂ ਸਿੱਧੇ ਸਿੱਧੇ ਲੰਘ वो ਜਾਓ, एंड में जाके 6 नंबर गली आएंगे, ਅਖੀਰ ਤੇ ਜਾ ਕੇ ਸਿੱਧੀ 6 ਨੰਬਰ ਗਲੀ ਆਊਗੀ। 6 नंबर गली में चर्च है, 6 ਨੰਬਰ ਗਲੀ ਦੇ ਅੰਦਰ ਇਹ ਚਰਚ ਬਣੀ ਹੈ। पास्टर वहीं रहते हैं, ਇਹ ਪਾਦਰੀ ਸਾਹਿਬ ਉੱਥੇ ਹੀ ਰਹਿੰਦੇ उस ਨੇ। पास्टर से जाके अब मिल सकते ਉਹ ਪ੍ਰਭੂ हैं, ਦੇ ਦਾਸ ਨੂੰ ਜਾ ਕੇ ਤੁਸੀਂ ਮਿਲ ਸਕਦੇ ਹੋ। वो यहाँ पे आ गए ਉਹ हैं। ਇੱਥੇ ਆਏ, मैंने उससे प्रॉब्लम पूछा है, ਮੈਂ ਉਹਨਾਂ ਨੂੰ ਸਮੱਸਿਆ ਪੁੱਛੀ, उसने सारी बातें मुझे ਉਹਨੇ बताई, ਸਾਰੀ ਗੱਲ ਖੁੱਲ ਕੇ ਮੈਨੂੰ ਦੱਸੀ, मैंने उसके लिए प्रार्थना ਮੈਂ किया ਉਹਦੇ ਲਈ है। ਦੁਆ ਕੀਤੀ ਹੈ। मैंने कहा आप जाओ, अभी तो आपके लिए प्रार्थना हो गई। ਤਾਂ ਮੈਂ ਉਹਨੂੰ ਕਿਹਾ ਕਿ ਤੁਸੀਂ ਜਾਓ, ਹੁਣ ਤੁਸੀਂ ਜਾ ਸਕਦੇ ਹੋ ਕਿਉਂਕਿ ਤੁਹਾਡੇ ਹੱਥ ਦੁਆ ਹੋ ਗਈ। आप कहते हैं आपकी आंखों से मैंने छुटकारा ਤੇ पाना। ਉਹਨੇ ਕਿਹਾ ਮੈਂ ਤੁਹਾਡੀਆਂ ਅੱਖਾਂ 'ਚ ਦੇਖ ਕੇ ਛੁਟਕਾਰਾ ਪਾਉਣਾ मुझे ਚਾਹੁੰਦਾ। मैंने उससे पूछा मेरी आंखों में कैसे छुटकारा होते हैं। ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਕਿਵੇਂ ਤੂੰ ਮੇਰੀਆਂ ਅੱਖਾਂ 'ਚ ਕਿਵੇਂ ਤੂੰ ਛੁਟਕਾਰਾ मैं ਪਾਏਗਾ? वीडियो देख के आए, ਉਹ ਕਹਿੰਦਾ ਮੈਂ ਵੀਡੀਓ ਦੇਖ ਕੇ मैं ਆਇਆ, परिवार वालों को सबको दिखा के ਮੈਂ ਆਪਦੇ आया। ਪਰਿਵਾਰ ਨੂੰ ਸਾਰਿਆਂ ਨੂੰ ਦਿਖਾ ਕੇ ਆਇਆ। परिवार वाले ने बोला आप जाओ, वो छुटकारा पाएंगे। ਤੇ ਉਹਦੇ ਘਰਦਿਆਂ ਨੇ ਕਿਹਾ ਕਿ ਤੂੰ ਜਾ, ਕੋਈ ਗੱਲ ਨਹੀਂ, ਤੂੰ ਚੰਗਾ ਹੋ ਜਾਏਗਾ। उसका विश्वास है मेरी आंखों में देखेगा तो वो ठीक हो ਤੇ जाएंगे। ਉਹਦਾ ਵਿਸ਼ਵਾਸ ਹੈ ਕਿ ਮੇਰੀਆਂ ਅੱਖਾਂ ਦੇ ਵਿੱਚ ਉਹ ਦੇਖੂਗਾ ਤਾਂ ਉਹ ਚੰਗਾ ਹੋ ਜਾਊਗਾ। मैंने बोला आप 1 मिनट मेरी आंखों में देखते ਤਾਂ रहो। ਉਹਨੂੰ ਕਿਹਾ ਕਿ 1 ਮਿੰਟ ਤੱਕ ਮੇਰੀਆਂ ਅੱਖਾਂ ਦੇ ਵਿੱਚ ਵੇਖ। मेरी आंखों में 2 4 5 सेकंड देखा है। ਤੇ 4-5 ਸਕਿੰਟ ਉਹਨੇ ਮੇਰੀਆਂ ਅੱਖਾਂ ਦੇ ਵਿੱਚ ਵੇਖਿਆ दुष्ट आत्मा हिल गई ਤੇ है, ਬਦਰੂ ਹਿੱਲਣ ਲੱਗੀ। दुष्ट आत्मा उसको छोड़ के चले ਬਦਰੂ गई। ਉਹਨੂੰ ਛੱਡ ਕੇ ਚਲੀ ਗਈ। वो भाई आजाद हो गए ਉਹ हैं। ਭਰਾ ਆਜ਼ਾਦ ਹੋਇਆ। मैंने उसको बताए हैं ਮੈਂ ਉਹਨੂੰ ਦੱਸਿਆ तुम आत्मा में चलना है, ਤੂੰ ਰੂਹ ਦੇ ਵਿੱਚ ਚੱਲਣਾ ਹੈ, तुम आत्मा में रहना ਤੂੰ है, ਰੂਹ ਦੇ ਵਿੱਚ ਬਣੇ ਰਹਿਣਾ तुम ਹੈ, आत्मा में रहने के खिलाफ तेरे अंदर शरीर की अभिलाषाएं ਤੇ हैं। ਤੂੰ ਰੂਹ ਦੇ ਵਿੱਚ ਨਾ ਰਵੇਂ, ਇਸ ਕਰਕੇ ਤੇਰੇ ਅੰਦਰ ਦੇਹਿਕ ਲਾਲਸਾਵਾਂ ਨੇ। आत्मा में चलने की विरुद्ध व्यभिचार की इच्छाएं और शरीर की अभिलाषाएं शैतान लाते हैं। ਅਤੇ ਤੁਸੀਂ ਰੂਹ ਦੇ ਵਿੱਚ ਨਾ ਚੱਲ ਸਕੋ, ਇਸ ਕਰਕੇ ਉਹ ਸ਼ੈਤਾਨ ਜਨਾਹ ਦੀਆਂ ਇੱਛਾਵਾਂ ਅਤੇ ਦੇਹਿਕ ਲਾਲਸਾਵਾਂ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਲੈ ਕੇ सबसे ਆਉਂਦਾ बड़ा ਹੈ। पाप पता कौन सा ਸਭ पाप ਤੋਂ है? ਵੱਡਾ ਪਾਪ ਪਤਾ ਕਿਹੜਾ ਹੈ? आप में कोई भी बता सकते ਤੁਹਾਡੇ हैं। ਚੋਂ ਕੋਈ ਵੀ ਦੱਸ मैं ਸਕਦਾ। आपसे पूछ रहा हूँ ਮੈਂ ਤੁਹਾਨੂੰ ਪੁੱਛਦਾ, सबसे बड़ा पाप कौन सा है? ਸਾਰਿਆਂ ਨੂੰ ਵੱਡਾ ਪਾਪ ਕਿਹੜਾ ਹੈ? सबसे बड़ा पाप ਸਭ ਤੋਂ ਵੱਡਾ ਪਾਪ नहीं बताइए कोई। बाइबल कहते हैं मौत के तुल्य पाप है। ਤੇ ਬਾਣੀ 'ਚ ਲਿਖਿਆ ਹੈ ਮੌਤ ਦੇ ਬਰਾਬਰ ਪਾਪ ਹੈ। वो 2 पाप हैं, ਉਹ ਦੋ ਪਾਪ ਹੈ, एक व्यभिचार है, ਇੱਕ ਤਾਂ ਜਨਾਹ ਹੈ, दूसरा हत्या है। ਦੂਜਾ ਕਤਲ ਕਰਨਾ वो ਹੈ। मौत का तुल्य पाप है। ਉਹ ਮੌਤ ਦੇ ਬਰਾਬਰ ਪਾਪ ਨੇ। उससे भी बड़ा एक पाप है। ਉਹਦੇ ਤੋਂ ਵੀ ਵੱਡਾ ਇੱਕ ਪਾਪ ਹੈ। वो पाप है परमेश्वर की जगह तुम किसी को दो। ਤੇ ਇਹ ਪਾਪ ਉਹ ਹੈ ਕਿ ਤੁਸੀਂ ਪਰਮੇਸ਼ਵਰ ਦੀ ਥਾਂ ਨੂੰ ਕਿਸੇ ਹੋਰ ਨੂੰ ਦੇ ਦਿੰਦੇ ਹੋ।
ओपन बताएंगे मूर्ति पूजा। ਅਤੇ ਸਿੱਧਾ ਦੱਸੀਏ ਤਾਂ ਮੂਰਤੀ ਪੂਜਾ। मूर्ति नु पूजना ये बड़ा पाप है। ਅਤੇ ਬੁੱਤ ਪ੍ਰਸਤੀ ਕਰਨਾ ਜਾਂ ਮੂਰਤਾਂ ਨੂੰ ਪੂਜਣਾ ਇਹ ਬਹੁਤ ਵੱਡਾ ਪਾਪ ਹੈ। यहाँ पे आके मत्था टेकना पाप है। ਇੱਥੇ ਆ ਕੇ ਮੱਥਾ ਟੇਕਣਾ ਇੱਕ ਪਾਪ ਹੈ। कोई गुल्लक के सामने मत्था टेकते ਕੋਈ हैं। ਗੁੱਲਕ ਦੇ ਮੂਹਰੇ ਮੱਥਾ ਟੇਕਦਾ ਹੈ। पहले यहाँ पे एक और पुलपिट था, ਪਹਿਲਾਂ ਇਸ ਥਾਂ ਦੇ ਵਿੱਚ ਇੱਕ ਲੱਕੜ ਦਾ ਪੁਲਪਿਟ ਸੀ, उसमें एक क्रोस थे। ਉਹਦੇ ਉੱਤੇ ਇੱਕ ਸਲੀਬ ਬਣੀ ਸੀ इसे निशानी के लिए हमें लगाए थे, वो तो लकड़ का, उसमें कोई पावर नहीं है। ਤੇ ਉਹ ਤਾਂ ਬਸ ਅਸੀਂ ਇੱਕ ਯਾਦਗਾਰੀ ਵਾਸਤੇ ਇੱਕ ਨਿਸ਼ਾਨੀ ਵਾਸਤੇ ਲਾਈ ਹੋਈ ਸੀਗੀ ਤੇ ਉਹਦੇ ਵਿੱਚ ਕੋਈ ਸਾਮਰਥ ਨਹੀਂ नहीं, ਸੀ। लोग आते हैं उसी में आके मत्था टेकते, इसलिए हमने उठाकर फिर ग्लास का लगा दिया। ਅਤੇ ਨਵੇਂ ਲੋਕ ਆਉਂਦੇ ਸੀ ਉਹਦੇ ਮੂਹਰੇ ਮੱਥਾ ਟੇਕਦੇ ਸੀ, ਇਸ ਕਰਕੇ ਉਹਨੂੰ ਬਦਲ ਦਿੱਤਾ ਗਿਆ ਤੇ ਇਹ ਕੱਚ ਦਾ ਲਾਇਆ आप देखो ਗਿਆ। इस हॉल के अंदर मत्था टेकने के लिए कोई चीज नहीं ਤੇ है। ਤੁਸੀਂ ਦੇਖੋ ਇਸ ਹਾਲ ਦੇ ਵਿੱਚ ਮੱਥਾ ਟੇਕਣ ਵਾਲੀ ਕੋਈ ਵੀ ਵਸਤੂ ਹੈ ये ਨਹੀਂ कॉन्फ्रेंस हॉल है। ਅਤੇ ਇਹ ਇੱਕ ਹਾਲ ਹੈ। आमीन। यहाँ पे प्रभु की उपस्थिति, जहाँ परमेश्वर की लोग इकट्ठे होते हैं, वहाँ प्रभु की उपस्थिति उतरती ਅਤੇ है। ਜਿੱਥੇ ਕਿਤੇ ਪਰਮੇਸ਼ਰ ਦੀ ਹਜ਼ੂਰੀ ਪਰਮੇਸ਼ਰ ਦੇ ਲੋਕ ਇਕੱਠੇ ਹੁੰਦੇ ਨੇ ਉੱਥੇ ਪਰਮੇਸ਼ਰ ਦੀ ਹਜ਼ੂਰੀ ਉਤਰਦੀ परमेश्वर ਹੈ। की जगह जिस व्यक्ति को देते हैं, या बाबा हो या मुझे दे रहे हो या किसी मूर्ति को दे रहे हो, वो सबसे बड़ा पाप है। ਅਤੇ ਜਿਹੜੀ ਥਾਂ ਤੁਸੀਂ ਪਰਮੇਸ਼ਰ ਨੂੰ ਦੇਣੀ ਚਾਹੀਦੀ ਹੈ, ਜੇਕਰ ਉਹ ਥਾਂ ਤੁਸੀਂ ਕਿਸੇ ਮਨੁੱਖ ਨੂੰ, ਚਾਹੇ ਮੈਨੂੰ ਦੇ ਰਹੇ ਹੋ, ਚਾਹੇ ਤੁਸੀਂ ਕਿਸੇ ਬਾਬੇ ਨੂੰ ਦੇ ਰਹੇ ਹੋ, ਜਾਂ ਤੁਸੀਂ ਕਿਸੇ ਮੂਰਤ ਨੂੰ ਦੇ ਰਹੇ ਹੋ, ਕਿਸੇ ਨੂੰ ਵੀ ਦੇ ਰਹੇ ਹੋ, ਉਹ ਬਾਈਬਲ ਕਹਿੰਦੀ ਹੈ ਸਭ ਤੋਂ ਵੱਡਾ ਪਾਪ ਹੈ। सबसे बड़ा पाप है। ਉਹ ਸਾਰਿਆਂ ਤੋਂ ਵੱਡਾ ਪਾਪ ਹੈ। समझ आ गई? ਸਮਝ ਆਈ? रोहित बोलिए, सबसे बड़ा पाप कौन सा है? मूर्ति पूजा। ਮੂਰਤੀ ਪੂਜਾ समझ आ गए? सबसे बड़ा पाप मूर्ति पूजा है। ਸਭ ਤੋਂ ਵੱਡਾ ਪਾਪ ਹੈ ਜਿਹੜਾ ਉਹ ਮੂਰਤਾਂ ਨੂੰ ਪੂਜਣਾ ਹੈ। मूर्ति पूजा से छुटकारा मिले वेले हाथ उठाएं। ਮੂਰਤੀ ਪੂਜਾ ਤੋਂ ਛੁਟਕਾਰਾ ਪਾਏ ਲੋਕ ਹੱਥ ਚੱਕਣ। आप जो हाथ नहीं उठाए हैं, मूर्ति पूजा करते हैं? ਤੇ ਜਿਨ੍ਹਾਂ ਨੇ ਹੱਥ ਨਹੀਂ ਚੱਕਿਆ ਮੂਰਤੀ ਪੂਜਾ ਕਰਦੇ ਆ। जैसी मूर्ति पूजा करते हैं? नहीं करते। आपके लिए मैं धन्यवाद देते हैं। ਤੁਹਾਡੀ ਖਾਤਰ ਧੰਨਵਾਦ ਕਰਦੇ ਆ। लेकिन बाइबल कहते हैं ਬਾਣੀ 'ਚ ਲਿਖਿਆ ਹੈ धन की लालच मूर्ति पूजा की बराबर है। ਤੇ ਧਨ ਦਾ ਲੋਭ ਹੈ ਜਿਹੜਾ ਉਹ ਵੀ ਮੂਰਤੀ ਪੂਜਾ ਦੇ ਬਰਾਬਰ ਹੈ। जो धन को लालच करते हैं, ਜਿਹੜੇ ਧਨ ਦੇ ਲੋਭੀ ਬਣ ਜਾਂਦੇ ਆ, धन से प्रेम करते हैं, ਉਹ ਧਨ ਨੂੰ ਜ਼ਿਆਦਾ ਪਿਆਰ ਕਰਦੇ पैसे ਆ, से प्रेम करते हैं, ਪੈਸਾ ਨੂੰ ਜ਼ਿਆਦਾ ਪਿਆਰ ਕਰਦੇ ਆ, वो ਓਹੋ मूर्ति पूजा की ਮੂਰਤੀ ਪੂਜਾ ਦੇ बराबर है। ਬਰਾਬਰ ਹੈ। आज मैं वचन मेडिटेशन करते वक्त यही वचन प्रभु ने मुझे ਅੱਜ दिया ਜਦ ਮੈਂ है। ਵਚਨ ਨੂੰ ਮਨਨ ਕਰ ਰਿਹਾ ਸੀ ਉਸ ਵੇਲੇ ਪ੍ਰਭੂ ਨੇ ਮੈਨੂੰ ਵੀ ਵਚਨ ਦਿੱਤਾ प्रभु ਹੈ। ने बताया इस बात लोगों को बताना ਪ੍ਰਭੂ ਨੇ है। ਦੱਸਿਆ ਕਿ ਇਹ ਲੋਕਾਂ ਨੂੰ ਦੱਸਣੀ ਹੈ ਗੱਲ। धन को इच्छा रहते हैं, ਜਿਹੜੇ ਧਨ ਦੇ ਲੋਭੀ ਹੋ ਜਾਂਦੇ ਆ। धन अच्छा है, ਧਨ ਬਹੁਤ ਵਧੀਆ ਹੈ, लेकिन उसको जो लालच होते ਪਰ हैं, ਜਿਹੜਾ ਉਹਦਾ ਲੋਭ ਹੁੰਦਾ जो ਹੈ, इच्छा होते ਜਿਹੜੀ हैं, ਉਹਦੀ ਜ਼ਿਆਦਾ ਲਾਲਸਾ ਹੁੰਦੀ उसके ਹੈ, प्रति जो हमारे इच्छाएं, लालच, धन को इकट्ठे करने की इच्छाएं, वो मूर्ति पूजा है। ਅਤੇ ਜਿਹੜਾ ਧਨ ਜ਼ਿਆਦਾ ਇਕੱਠਾ ਕਰਨਾ ਹੈ, ਬਹੁਤ ਇਕੱਠਾ ਕਰ ਲੈਣਾ ਅਤੇ ਹੋਰ ਉਹਦਾ ਲਾਲਚ ਵਧਦਾ ਜਾਂਦਾ ਹੈ ਅਤੇ ਲੋਭ ਉਹਦਾ ਵਧਦਾ ਜਾਂਦਾ ਤੇ ਪੈਸਾ ਇਕੱਠਾ ਕਰਨਾ ਉਹਦੇ ਲਈ ਕੁਝ ਵੀ ਕਰਨਾ, ਇਹ ਬਾਈਬਲ ਕਹਿੰਦੀ ਹੈ ਇੱਕ ਮੂਰਤੀ ਪੂਜਾ ਦੇ ਬਰਾਬਰ ਹੈ। नहीं नहीं नहीं, पैसा इकट्ठे करना पाप नहीं। जैसे मैं बोलता हूं वैसे बोलना। ओके, पैसे की लोभ, पैसे अच्छे हैं, ਪੈਸਾ ਬਹੁਤ ਵਧੀਆ ਹੈ, ब्लेसिंग है, ਉਹ ਇੱਕ ਬਰਕਤ ਹੈ, आशीष है। ਉਹ ਇੱਕ ਬਰਕਤ ਹੈ। जो प्रभु देते हैं वही लेना है, ਜੋ ਪ੍ਰਭੂ ਦਿੰਦਾ ਉਹ ਲੈ ਲੈਣਾ जो ਹੈ, प्रभु नहीं देता वो मत लेना है। ਜਿਹੜਾ ਪ੍ਰਭੂ ਨਹੀਂ ਦਿੰਦਾ ਉਹ ਨਹੀਂ ਲੈਣਾ। सड़क में भी गिरे पड़े वो भी नहीं आपने छूना है। ਸੜਕ ਦੇ ਕਿਨਾਰੇ ਡਿੱਗੇ ਵੀ ਪਏ ਆ ਕਿਸੇ ਦੇ ਤਾਂ ਉਹ ਵੀ ਤੁਸੀਂ ਨਹੀਂ ਚੱਕਣੇ। जो प्रभु आपको दे रहे ਜੋ हैं ਪ੍ਰਭੂ ਤੁਹਾਨੂੰ ਦੇ ਰਿਹਾ ਹੈ वो आप लेना है। ਉਹ ਤੁਸੀਂ ਲੈਣਾ ਹੈ। जो प्रभु नहीं देते ਜਿਹੜਾ हैं ਪ੍ਰਭੂ ਦਿੰਦਾ ਹੀ ਨਹੀਂ मत लेना ਉਹ है, ਨਹੀਂ ਲੈਣਾ। वो पाप है, ਉਹ ਇੱਕ ਪਾਪ ਹੈ, मूर्ति पूजा है, ਮੂਰਤੀ ਪੂਜਾ ਹੈ, सबसे बड़ा पाप है। ਸਾਰਿਆਂ ਤੋਂ ਵੱਡਾ ਪਾਪ ਹੈ। मैं कह रहा हूं व्यभिचार से बढ़कर पाप ਤੇ है। ਮੈਂ ਕਹਿੰਦਾ ਜਨਾਹ ਤੋਂ ਵੀ ਵੱਡਾ ਉਹ ਪਾਪ ਹੈ। किसी की जेब का 10 रुपए जॉन की जेब से हैगा है ऊपर पे, जॉन का जेब से पैसे यदि मेरे जेब में आएगा तो जॉन की जानकारी के बिना, ये व्यभिचार से बढ़कर पाप है। ਅਤੇ ਜੇਕਰ ਕਿਸੇ ਦੀ ਜੇਬ ਦੇ ਪੈਸੇ ਮੈਂ ਆਪਦੀ ਜੇਬ ਦੇ ਵਿੱਚ ਪਾਉਣਾ ਉਸ ਬੰਦੇ ਦੀ ਜਾਣਕਾਰੀ ਤੋਂ ਬਿਨਾ, ਤਾਂ ਉਹ ਬਾਈਬਲ ਕਹਿੰਦੀ ਹੈ ਉਹ ਜਨਾਹ ਤੋਂ ਵੀ ਵੱਡਾ ਪਾਪ ਹੈ। क्योंकि बाइबल कहते हैं मूर्ति पूजा सबसे बड़ा पाप है। ਕਿਉਂਕਿ ਬਾਈਬਲ 'ਚ ਲਿਖਿਆ ਮੂਰਤੀ ਪੂਜਾ ਸਭ ਤੋਂ ਵੱਡਾ ਪਾਪ ਹੈ। धन की लालच मूर्ति पूजा की ਤੇ बराबर ਧਨ है। ਦਾ ਲੋਭ ਵੀ ਉਹ ਇੱਕ ਮੂਰਤੀ ਪੂਜਾ ਦੇ ਬਰਾਬਰ ਹੈ। इसलिए
हम देखते हैं जक्काई के घर में यीशु आए। जक्काई ने बताया मैं अपना धन संपत्ति का आधा भाग भी देना तैयार है। ਅਤੇ ਜਦੋਂ ਜੱਕਈ ਦੇ ਘਰ ਦੇ ਵਿੱਚ ਯੀਸ਼ੂ ਆਇਆ ਤਾਂ ਬਾਈਬਲ ਕਹਿੰਦੀ ਹੈ ਕਿ ਜੱਕਈ ਨੇ ਇਸ ਤਰ੍ਹਾਂ ਆਖਿਆ ਕਿ ਮੈਂ ਆਪਦੇ ਜੋ ਮੇਰੇ ਕੋਲੇ ਜਿੰਨੀ ਵੀ ਧਨ ਦੌਲਤ ਹੈ ਉਹਦਾ ਅੱਧਾ ਹਿੱਸਾ ਵੀ ਦੇਣ ਦੇ ਲਈ ਤਿਆਰ ਹਾਂ। तू किसी को देते हो? ਤੁਸੀਂ ਕਿਹਨੂੰ ਦਿੰਦੇ ਹੋ? जक्काई कहते हैं मैं अपनी धन संपत्ति की आधा तो मुझे चाहिए, रोटी खाना, चाय पीनी, दूध पीने, घर पे गुजारा करना, बच्चों को पाल करना, पत्नी को संभालना है, अपने कपड़ा लेना है, ये सब चीज के लिए हमें पैसा चाहिए। लेकिन आधा मैं गरीबों को, कंगाल को, दरिद्र को, जिसकी जरूरत है उसको देना तैयार है। ਅਤੇ ਜੱਕਈ ਕਹਿੰਦਾ ਹੈਗਾ ਕਿ ਮੇਰੇ ਜਿੰਨੇ ਵੀ ਮੇਰੀ ਧਨ ਦੌਲਤ ਹੈ ਉਹਦੇ ਵਿੱਚੋਂ ਅੱਧਾ ਤਾਂ ਮੈਨੂੰ ਚਾਹੀਦਾ ਕਿਉਂਕਿ ਮੈਂ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ, ਆਪਦੇ ਬੱਚਿਆਂ ਨੂੰ ਵੀ ਪੜ੍ਹਾਉਣਾ ਲਿਖਾਉਣਾ, ਆਪਦੇ ਘਰੇ ਵੀ ਘਰਦਿਆਂ ਨੂੰ ਵੀ ਸਾਂਭਣਾ, ਘਰ ਦੇ ਵਿੱਚ ਹਰ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਉਹ ਸਾਰੀਆਂ ਚੀਜ਼ਾਂ ਮੈਂ ਪੂਰੀਆਂ ਕਰਨੀਆਂ ਨੇ। ਪਰ ਜਿਹੜਾ ਅੱਧਾ ਹਿੱਸਾ ਹੈ ਬਾਕੀ ਦਾ ਬਚਦਾ ਹੈ ਉਹ ਮੈਂ ਲੋੜਵੰਦਾਂ ਨੂੰ ਅਤੇ ਗਰੀਬ ਲੋਕਾਂ ਨੂੰ, ਕੰਗਾਲ ਲੋਕਾਂ ਨੂੰ ਵੰਡਣ ਦੇ ਲਈ ਤਿਆਰ ਹਾਂ। कोई देते हैं गरीब को, कंगाल को इस तरह देते हैं? ਕੋਈ ਕੰਗਾਲ ਨੂੰ ਗਰੀਬ ਨੂੰ ਆਪਦੀ ਅੱਧਾ ਹਿੱਸਾ ਦਿੰਦਾ ਕੋਈ? आपको पता है इस्राएल के लोग फसल काटने के समय कुछ भाग छोड़ देते हैं कंगाल, विधवा, अनाथ और दरिद्र के लिए। ਅਤੇ ਤੁਹਾਨੂੰ ਪਤਾ ਜਦੋਂ ਇਜ਼ਰਾਈਲੀ ਲੋਕ ਵਾਢੀ ਵੜਦੇ ਨੇ ਤਾਂ ਉਹਦੇ ਵਿੱਚੋਂ ਕੁਝ ਭਾਗ ਨੂੰ ਛੱਡ ਦਿੰਦੇ ਨੇ ਤਾਂ ਕਿ ਜਿਹੜੇ ਗਰੀਬ ਨੇ, ਕੰਗਾਲ ਨੇ, ਵਿਧਵਾ ਲੋਕ ਨੇ ਅਤੇ ਉਹ ਲੋਕ ਆ ਕੇ ਉਸ ਦੇ ਵਿੱਚੋਂ ਚੱਕ ਕੇ ਲੈ ਜਾਣ। कई गैर कौम इस बात को जानते ਤੇ हैं, ਕਈ ਗੈਰ ਕੌਮੀ ਲੋਕ ਇਸ ਗੱਲਾਂ ਨੂੰ ਜਾਣਦੇ मसीह लोग इस बात को नहीं ਪਰ जानते ਮਸੀਹ हैं। ਲੋਕ ਇਹਨਾਂ ਗੱਲਾਂ ਨੂੰ ਨਹੀਂ मैं ਜਾਣਦੇ। दशमांश की बात नहीं कर रहा ਮੈਂ हूँ, ਦਸਵੰਧ ਦੀ ਗੱਲ ਨਹੀਂ ਕਰ वो ਰਿਹਾ, तो प्रभु का है। ਉਹ ਤਾਂ ਪਰਮੇਸ਼ਵਰ ਦਾ ਹੈ। 10वां भाग वो प्रभु का ਉਹ है, ਦਸਵੰਧ ਪ੍ਰਭੂ ਦਾ ਹੀ ਹੈ। वो कभी भी आपके पास नहीं देना ਉਹ ਤੁਸੀਂ चाहिए। ਆਪਦੇ ਕੋਲੇ ਕਦੇ ਨਾ वो ਰੱਖੋ रहेगा तो आशीष कदम, ਤੇ ਜੇ ਉਹ ਤੁਹਾਡੇ ਕੋਲੇ ਹੈ ਤਾਂ ਫਿਰ ਤੁਹਾਡੇ ਬਰਕਤ ਮੁੱਕ ਨਹੀਂ ਜੂ। ਹੈ। ਉਹ ਤੁਹਾਡਾ ਹੈ ਹੀ ਨਹੀਂ, वो परमेश्वर का है, ਉਹ ਪਰਮੇਸ਼ਵਰ ਦਾ ਹੈ, प्रभु का है, ਉਹ ਪ੍ਰਭੂ ਦਾ ਹੈ। प्रभु के पास पहुंचे ਉਹ नहीं है। ਪ੍ਰਭੂ ਦੇ ਕੋਲੇ ਪਹੁੰਚਣਾ ਹੀ ਹੈ। मैं उसकी बात की बात कर रहा हूँ। ਉਹ ਤੋਂ ਬਾਅਦ ਦੀ ਗੱਲ ਕਰਦੇ ਹਾਂ। कंगाल, ਕੰਗਾਲ, दरिद्र, ਦਰਿद्र, विधवा, ਵਿਧਵਾ, अनाथ, ਅਨਾਥ परमेश्वर उसका सुध ही लेते हैं। ਪਰਮੇਸ਼ਵਰ ਉਹਨਾਂ ਦੇ ਧਿਆਨ ਰੱਖਦਾ ਏ। बाइबल कहते ਬਾਣੀ हैं 'ਚ ਲਿਖਿਆ ਏ इस बहन के पास पैसे नहीं है, ਇਹ ਭੈਣ ਕੋਲੇ ਮੰਨ ਲਓ ਪੈਸੇ ਨਹੀਂ ਹੈ, रोटी भी नहीं है, ਰੋਟੀ ਵੀ ਨਹੀਂ ਹੈ, ये 4 दिन हो गए रोटी नहीं 4 खाए। ਦਿਨ ਹੋ ਗਏ ਮੰਨ ਲਓ ਇਹਨਾਂ ਨੂੰ ਰੋਟੀ ਨਹੀਂ ਖਾਧੀ। यदि मैं इनको 100 रुपए दे दिया, ਜੇ ਮੈਂ ਇਹਨਾਂ ਨੂੰ 100 ਰੁਪਿਆ ਦੇ ਦਿੱਤਾ, बहन तो रोटी खा लेना। ਭੈਣ ਤੁਸੀਂ ਰੋਟੀ ਖਾ ਲਿਓ। बाइबल कहते हैं ਬਾਣੀ 'ਚ ਲਿਖਿਆ ਹੈ मैं परमेश्वर को उधार दे दिया है, ਤੇ ਮੈਂ ਪਰਮੇਸ਼ਰ ਨੂੰ ਉਧਾਰੀ ਦਿੱਤੀ ਹੈ, प्रभु को उधार दे दिया है, ਪਰਮੇਸ਼ਰ ਨੂੰ ਉਧਾਰ ਦੇ ਦਿੱਤਾ। गरीब को, ਗਰੀਬ ਨੂੰ, कंगाल को, ਕੰਗਾਲ ਨੂੰ, विधवा को, ਵਿਧਵਾ ਨੂੰ, अनाथ को ਅਨਾਥ ਨੂੰ तुम मदद करने ਤੁਸੀਂ से ਮਦਦ ਕਰਨ ਦੇ ਨਾਲ परमेश्वर को ਪਰਮੇਸ਼ਰ ਨੂੰ उधार दे दिया है। ਉਧਾਰ ਦੇ ਦਿੱਤਾ। समझ लो मैं इस बहन को मैं 100 रुपए उधार दे ਤੇ दिया, ਮੰਨ ਲਓ ਮੈਂ ਇਸ ਭੈਣ ਨੂੰ 100 ਰੁਪਿਆ ਉਧਾਰ ਦੇ ਦਿੱਤਾ, अब वापस करोगे ना? ਤੁਸੀਂ ਮੋੜੋਗੇ ਨਾ? करेंगे ना? करेंगे, मुझे विश्वास है। इसको मैं 100 रुपए दे दिया तो वो मुझे वापस करेंगे। ਤੇ ਮੈਨੂੰ ਵਿਸ਼ਵਾਸ ਹੈ ਕਿ ਮੈਂ ਜੇ ਇਹਨਾਂ ਨੂੰ 100 ਰੁਪਿਆ ਦੇ ਦਿੱਤਾ ਤਾਂ ਇਹ ਮੈਨੂੰ ਮੋੜ ਕੇ ਦੇ ਦੇਣਗੇ ਵਾਪਸ। बाइबल कहते हैं अनाथ को, विधवा को, दरिद्र को, कंगाल को जो देते हैं परमेश्वर को उधार देते ਤੇ हैं। ਬਾਣੀ 'ਚ ਲਿਖਿਆ ਹੈਗਾ ਅਨਾਥ ਨੂੰ, ਵਿਧਵਾ ਨੂੰ, ਕੰਗਾਲ ਨੂੰ ਜਾਂ ਦਰਿਦਰ ਨੂੰ ਜਿਹੜਾ ਦੇ ਦਿੰਦਾਗਾ ਉਹ ਪਰਮੇਸ਼ਰ ਨੂੰ ਉਧਾਰ ਦਿੰਦਾਗਾ। जो परमेश्वर को उधार देगा तो क्या प्रभु वापस नहीं ਤੇ करोगे? ਜਿਹੜਾ ਪਰਮੇਸ਼ਰ ਨੂੰ ਉਧਾਰ ਦੇਊਗਾ ਕਿ ਪਰਮੇਸ਼ਰ ਨੂੰ ਉਧਾਰੀ ਵਾਪਸ ਨਹੀਂ ਦੇਊਗਾ? आकाश वापस करोगे कि नहीं करोगे? परमेश्वर कितना गुना होगा? 1000 गुना यीशु के नाम से, आमीन। 1000 गुना। जब आप परमेश्वर को उधार देगा तो पता नहीं परमेश्वर वापस तुम्हें कितना देगा। ਤੇ ਜਦੋਂ ਤੁਸੀਂ ਪਰਮੇਸ਼ਰ ਨੂੰ ਉਧਾਰ ਦਿੱਤੇ ਹੋਗੇ ਤਾਂ ਪਤਾ ਨਹੀਂ ਕਿੰਨੇ ਹੀ ਗੁਣਾ ਪਰਮੇਸ਼ਰ ਤੁਹਾਨੂੰ ਵਾਪਸ ਦੇਗਾ। ये भाई आदेश यहाँ बैठे बहुत अच्छे दिल की व्यक्ति है। ਤੇ ਭਰਾ ਦੇਸ਼ ਇੱਥੇ ਬੈਠਾ ਬਹੁਤ ਵਧੀਆ ये ਚੰਗਾ ਦਿਲ ਦਾ 5 ਬੰਦਾ ਹੈ। पैसा खर्चा नहीं करते हैं, ਤੇ 5 ਪੈਸੇ ਵੀ ਖਰਚਦਾ ਨਹੀਂ, वर्थ नहीं जाते हैं, ਇਹ बेकार नहीं खर्चदा। लेकिन ये खुदा के लिए बहुत बड़ा दिल है। ਪਰ ਪ੍ਰਭੂ ਵਾਸਤੇ ਵੱਡਾ ਦਿਲ ਹੈ, खुदा के लोगों के लिए बहुत बड़ा दिल है। ਪ੍ਰਭੂ ਦੇ ਲੋਕਾਂ ਵਾਸਤੇ ਵੱਡਾ ਦਿਲ ਹੈ। कंगाल, दरिद्र, अनाथ और विधवा के लिए बहुत बड़ा दिल है। ਕੰਗਾਲ, ਦਰਿਦਰ, ਅਨਾਥ ਤੇ ਵਿਧਵਾ ਲੋਕਾਂ ਦੇ ਲਈ ਵੀ ਬਹੁਤ ਵੱਡਾ ਦਿਲ ਹੈ। मैं इसके लिए मैं बहुत धन्यवाद ਇਹਨਾਂ देते ਖਾਤਰ हैं। ਬਹੁਤ ਧੰਨਵਾਦ ਕਰਦੇ ਹਾਂ। पिछले 30 साल से मैं जानता हूँ इसकी जीवन किस तरह ही ਤੇ है। ਪਿਛਲੇ 30 ਵਰਿਆਂ ਤੋਂ ਮੈਂ ਜਾਣਦਾ ਇਹਦੀ ਜ਼ਿੰਦਗੀ ਕਿੱਦਾਂ ਦੀ ਹੈ। परमेश्वर ने अभी इसको बहुत ब्लस किया है। ਪਰਮੇਸ਼ਰ ਨੇ ਇਹਨੂੰ ਬਹੁਤ ਵਧੀਆ ਆਸ਼ੀਸ਼ अच्छी ਦਿੱਤੀ, मकान
आसमान दिया है, ਚੰਗਾ ਘਰ ਦਿੱਤਾ, अच्छी पत्नी दिया है, ਚੰਗੀ ਘਰ ਵਾਲੀ ਦਿੱਤੀ, अच्छी बेटी दिया ਇੱਕ है, ਚੰਗੀ ਗੁੜੀਆ ਦਿੱਤੀ प्रभु ने ਹੈ। अच्छी जीवन और सुविधा दिया है। ਪ੍ਰਭੂ ਨੇ ਚੰਗਾ ਜ਼ਿੰਦਗੀ ਤੇ ਸੁਵਿਧਾਵਾਂ ਦਿੱਤੀਆਂ परमेश्वर ਨੇ। को धन्यवाद देते ਪ੍ਰਭੂ ਦਾ हैं। ਧੰਨਵਾਦ ਕਰਦੇ पिछले ਹਾਂ। समय पर ਪਿਛਲੇ ਦਿਨਾਂ 'ਚ इसने खुदा के लिए जो कुछ किया है ਇਹਨੇ ਪ੍ਰਭੂ ਦੇ ਲਈ ਜੋ ਕੁਝ ਵੀ उसका ਕੀਤਾ, फल अभी पा रहे हैं। ਉਹਦਾ ਫਲ ਅੱਜ ਲੈ ਰਹੇ यदि ਨੇ। आप खुदा के लिए जो कुछ करेंगे ਜੇ ਤੁਸੀਂ ਪ੍ਰਭੂ ਦੇ ਲਈ ਜੋ ਕੁਝ ਵੀ ਕਰੋਗੇ, आप उसकी फल जरूर पाएंगे। ਤੁਸੀਂ ਜ਼ਰੂਰ ਉਹਦਾ ਫਲ ਵੱਢੋਗੇ। आमीन। लेकिन धन की लेने देने में आप बहुत ध्यान देना ਪਰ है। ਤੁਸੀਂ ਆਪਦੇ ਧਨ ਦੇ ਲੈਣ ਦੇਣ 'ਚ ਬਹੁਤ ਚੌਕਸ ਰਹਿਣਾ ਹੈ। इसकी प्रति ठोकर खाने वाले लोग बहुत सारे ਤੇ हैं। ਇਹਦੇ ਪ੍ਰਤੀ ਠੋਕਰ ਠੇਡੇ ਖਾਣ ਵਾਲੇ ਲੋਕ ਬਥੇਰੇ ਨੇ। 90% मसीह लोग धन संपत्ति में ठोकर खाई हुई लोग ਤੇ हैं। 90% ਮਸੀਹੀ ਲੋਕ ਧਨ ਦੇ ਪਿੱਛੇ ਜਾਂ ਪੈਸਿਆਂ ਦੇ ਪਿੱਛੇ ਠੇਡਾ ਖਾਂਦੇ ਨੇ। ये व्यभिचार से बढ़कर खतरनाक है। ਅਤੇ ਇਹ ਜਨਾਹ ਤੋਂ ਵੀ ਵੱਧ ਕੇ ਬਹੁਤ ਹੀ ਖਤਰਨਾਕ ਹੈ। ये जो लालच है ਇਹ ਜਿਹੜਾ ਲਾਲਚ या ਹੈ, इच्छा है, ਇਹ ਜਿਹੜੀਆਂ ਇੱਛਾਵਾਂ ਨੇ, धन को इकट्ठे करने की इच्छा है, ਧਨ ਇਕੱਠਾ ਕਰਨ ਦਾ ਇੱਛਾ। चाहे प्रभु करोड़ों दे दे वो अच्छी बातें हैं। ਪ੍ਰਭੂ ਚਾਹੇ ਕਰੋੜਾਂ ਦੇ ਦੇ, ਬਹੁਤ ਵਧੀਆ ਹੈ। अब्राहम बड़े धनिक थे, ਅਬਰਾहम ਬਹੁਤ ਧਨਵਾਨ ਬੰਦਾ ਸੀ। इसहाक बड़े धनिक थे, ਇਸਹਾਕ ਉਦੋਂ ਵੀ ਜ਼ਿਆਦਾ ਧਨਵਾਨ ਸੀ। याकूब बड़े धनिक था, याकूब भी बहुत धनवान ਸੀ। अब्राहम की वंश बड़ा धनिक है। अब्राहम ਦਾ ਵੰਸ਼ ਬਹੁਤ ਧਨਵਾਨ आज ਸੀ। सारे इसराइल के लोग बड़ा धनिक लोग आज हैं। इजरायली सारे बड़े धनवान ने। अमेरिका की सबसे बड़ा हॉस्पिटल, होटल, बिजनेस सब यहूदियों का है। ਅਤੇ ਅਮਰੀਕਾ ਦੇ ਵਿੱਚ ਜਿਹੜੇ ਸਭ ਤੋਂ ਵੱਡਾ ਹਸਪੀਟਲ, ਹੋਟਲ ਜਾਂ ਕਾਰੋਬਾਰ ਸਾਰੇ ਯਹੂਦੀ ਲੋਕਾਂ ਦੇ हम ਨੇ। यहूदियों को जो अब्राहम की जो वंश है उस पर परमेश्वर ने आशीषें दिया हुआ, उस आशीषें आज दुनिया में किसी को भी नहीं मिले। ਅਤੇ ਯਹੂਦੀ ਲੋਕ ਜਿਹੜੇ ਪਰਮੇਸ਼ਰ ਦੇ ਅਬਰਾਹਮ ਦੇ ਵੰਸ਼ਜ ਨੇ, ਉਹਨਾਂ ਨੂੰ ਜਿਹੜੀਆਂ ਬਰਕਤਾਂ ਮਿਲੀਆਂ ਨੇ, ਦੁਨੀਆ ਵਿੱਚ ਹੋਰ ਕਿਸੇ ਕੋਲ ਵੀ ਇਹੋ ਜਿਹੀਆਂ ਬਰਕਤਾਂ ਨਹੀਂ ਹੈ। लेकिन वो आशीषें यीशु मसीह में हम पाते हैं। ਪਰ ਯੀਸ਼ੂ ਮਸੀਹ ਦੇ ਵਿੱਚ ਉਹ ਬਰਕਤਾਂ ਆਪਾਂ ਵੀ ਪਾਉਂਦੇ ਆ। लेकिन शैतान चाहते हैं वो हम आशीषें ना पाए, लूटते रहे और हम ਕਮਜ਼ੋਰ में रहें। ਪਰ ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਉਹਨਾਂ ਬਰਕਤਾਂ ਨੂੰ ਨਾ ਪਾਈਏ ਤੇ ਉਹ ਸਾਡੀਆਂ ਬਰਕਤਾਂ ਦੇ ਉੱਤੇ ਡਾਕੇ ਪਾਉਂਦਾ ਰਹੇ, ਲੁੱਟਦਾ ਰਹੇ ਅਤੇ ਅਸੀਂ ਕਮਜ਼ੋਰ ਅਤੇ ਦਰਿਦਰ ਰਹੀਏ। जब जक्काई के घर पे यीशु आए, ਜਦੋਂ ਜੱਕਈ ਦੇ ਘਰੇ ਯੀਸ਼ੂ ਆਇਆ, जक्काई कह रहे मैं अपना धन संपत्ति का आधा भाग मैं कंगाल को दे रहा हूँ। ਤੇ ਜੱਕਈ ਕਹਿੰਦਾ ਮੈਂ ਆਪਦੇ ਧਨ ਮਾਲ ਦਾ ਅੱਧਾ ਹਿੱਸਾ ਵੀ ਕੰਗਾਲ ਲੋਕਾਂ ਨੂੰ ਦੇ ਦੇਣਾ। डिसीजन है, उसका समर्पण है। ਉਹਦਾ ਇੱਕ ਸਮਰਪਣ ਹੈ। कितनी बड़ी बात है। ਕਿੰਨੀ ਵੱਡੀ ਗੱਲ ਹੈ। धन संपत्ति की आधा भाग कंगाल को दे रहे हैं। ਆਪਦੇ ਧਨ ਮਾਲ ਦੇ ਵਿੱਚੋਂ ਉਹਦਾ ਅੱਧਾ ਹਿੱਸਾ ਗਰੀਬਾਂ ਨੂੰ ਦੇ ਰਿਹਾ ਹੈ। और एक बड़ी बात है, ਹੋਰ ਤੋਂ ਵੀ ਵੱਡੀ ਗੱਲ ਇੱਕ ਹੋਰ ਹੈ। यदि कोई मैं अन्याय से किसी से लूट ही लिया, ਅਤੇ ਜੇਕਰ ਮੈਂ ਕਿਸੇ ਨਾਲ ਠੱਗੀ ਠੋਰੀ ਕਰਕੇ, ਕਿਸੇ ਨਾਲ ਠੱਗੀ ਠੋਰੀ ਮਾਰ ਕੇ ਲੁੱਟਿਆ, 4 गुना मैं वापस करूंगा। ਜਿੰਨਾ ਮੈਂ ਲੁੱਟਾ ਤੋਂ 4 ਗੁਣਾ ਵੱਧ ਮੈਂ ਮੋੜ ਕੇ ਦੇਵਾਂਗਾ। दिल से मैं 1000 रुपए लूट ਜਿੱਦੋਂ ਮੈਂ लिया, 1000 ਲਿਆ, कह रहे हैं मैं 4 गुना वापस करूंगा। दैट मीन्स 4000 मैं दे दूंगा। ਅਤੇ ਉਹ ਕਹਿ ਰਿਹਾ ਕਿ ਮੈਂ 4 ਗੁਣਾ ਵੱਧ ਮੋੜੂੰਗਾ। ਤੇ ਇਹਦਾ ਭਾਵ ਇਹੀ ਹੈ ਕਿ ਜੇ 1000 ਲਿਆ ਤਾਂ 4000 ਮੈਂ ਵਾਪਸ ਮੋੜਾਂਗਾ। हमारे लेने देने में था, लेकिन मैंने इसका 1000 रुपए लूट लिया। ਹਾਂ, ਮੇਰੇ ਲੈਣ ਦੇਣ ਦੇ ਵਿੱਚ ਸੀ, ਪਰ ਮੈਂ ਤਾਂ 1000 ਰੁਪਏ ਲੁੱਟਿਆ। लेकिन जक्काई कहते हैं मैं 4000 दे दूंगा। ਤੇ ਜੱਕਈ ਹੁਣ ਕਹਿੰਦਾ ਹੈਗਾ ਕਿ ਮੈਂ 4000 ਵਾਪਸ ਕਰੂੰਗਾ। यदि मैं आपसे कह रहा 4 नहीं तो भी जो है लूटा वो जरूर वापस कर। ਤੇ ਮੈਂ ਤੁਹਾਨੂੰ ਕਹਿੰਦਾ ਤੁਸੀਂ 4 ਗੁਣਾ ਨਹੀਂ ਵੀ ਤਾਂ ਜਿਹੜਾ ਤੁਸੀਂ ਲੁੱਟਿਆ, ਜਿੰਨਾ ਲੁੱਟਿਆ ਤੁਸੀਂ, ਜਿੰਨੇ ਠੱਗੀ ਠੋਰੀ ਕੀਤੀ ਹੈ, ਉਹੀ ਮੋੜ ਦਿਓ। वो वापस करना है, ਉਹ ਮੋੜ ਦਿਓ, क्योंकि तुम्हारी आशीष से रोक ना जाए। ਕਿਉਂਕਿ ਤੁਹਾਡੀਆਂ ਬਰਕਤਾਂ ਨਾ जब ਰੁਕਣ। जक्काई ये बात यीशु को बताए मैं आधा भाग कंगाल को दे रहा हूं और 4 गुना मैं अन्याय से कमाए वो वापस करूंगा, तो यीशु ने पता क्या बताए? ਤੇ ਜਦੋਂ ਜੱਕਈ ਨੇ ਇਸ ਗੱਲ ਦੀ ਘੋਸ਼ਣਾ ਕੀਤੀ, ਯੀਸ਼ੂ ਨੂੰ ਕਿਹਾ ਕਿ ਮੈਂ ਆਪਦੀ ਅੱਧੀ ਸੰਪत्ति ਤਾਂ ਗਰੀਬਾਂ ਨੂੰ ਦੇਵਾਂਗਾ ਤੇ ਜਿੰਨਾ ਮੈਂ ਲੁੱਟਿਆਗਾ ਉਹਦਾ ਮੈਂ 4 ਗੁਣਾ ਵਾਪਸ ਦੇ ਦੂੰਗਾ ਲੋਕਾਂ ਨੂੰ, ਜਿੰਨਾ ਤੋਂ ਲੁੱਟਿਆਗਾ। ਤੇ ਯੀਸ਼ੂ ਨੇ ਪਤਾ ਉਹਨੂੰ ਕੀ ਜਵਾਬ ਦਿੱਤਾ? शाबाश नहीं बोला, ਉਹਨੂੰ ਸ਼ਾਬਾਸ਼ ਨਹੀਂ ਦਿੱਤੀ। अच्छा काम किया तू, ये नहीं बताए। ਬਹੁਤ ਵਧੀਆ ਕੰਮ ਕੀਤਾ, ਐਂ ਵੀ ਨਹੀਂ ਕਿਹਾ। तुम बहुत आशीष पाएंगे, ये नहीं ਤੂੰ बताए। ਬਹੁਤ ਬਰਕਤ ਪਾਏਗਾ, ਇਹ ਵੀ ਨਹੀਂ ਕਿਹਾ। तू धन्य हो, ये नहीं बताए। ਅਤੇ ਤੂੰ ਮੁਬਾਰਕ ਹੋਏਗਾ, ਇਹ ਵੀ ਨਹੀਂ ਕਿਹਾ। बस यीशु ने एक ही शब्द बताए, तुम अब्राहम की संतान इस घर पे उधार आए। ਅਤੇ ਯੀਸ਼ੂ ਨੇ ਬਸ ਇੱਕੋ ਹੀ ਲਾਈਨ ਕਹੀ ਆ ਤੇ ਕਿਹਾ ਕਿ ਤੂੰ ਅਬਰਾਹਮ ਦੀ ਔਲਾਦ ਆ ਤੇ ਅੱਜ ਇਸ ਘਰ ਦੇ ਵਿੱਚ ਮੁਕਤੀ ਆਈ ਹੈ।
देखो अब्राहम की संतान बनना कितनी बड़ी बात ਤੇ है। ਦੇਖੋ ਅਬਰਾਹਮ ਦੀ ਔਲਾਦ ਬਣਨਾ ਕਿੰਨੀ ਵੱਡੀ ਗੱਲ ਹੈ। अब्राहम की आशीष पाएंगे। ਅਬਰਾਹਮ ਦੀ ਬਰਕਤ ਪਾਵਾਂਗੇ। तुम अब्राहम की संतान है। ਤੁਸੀਂ ਅਬਰਾਹਮ ਦੀ ਔਲਾਦ ਹੋ। भाई सुरेश के पास बहुत पैसा है, ਭਰਾ ਸੁਰੇਸ਼ ਦੇ ਕੋਲੇ ਬਹੁਤ ਪੈਸਾ ਹੈ, आपको नहीं मिलेंगे। ਤੁਹਾਨੂੰ ਨਹੀਂ ਮਿਲਦਾ। इसका 4 बच्चे हैं, ਇਹਦੇ 4 ਨਿਆਣੇ ਆ। 3 है ना, 3 बच्चे, 3 बच्चे को मिलेगा। ਇਹਨਾਂ ਦੇ 3 ਬੱਚੇ ਆ ਜਿਹੜੇ ਉਹਨਾਂ ਨੂੰ ਗਾਂ ਮਿਲੂਗਾ। आप देंगे किसी को यहाँ बैठे हुए? ਤੁਸੀਂ ਕਿਸੇ ਨੂੰ ਦਿਓਗੇ ਇੱਥੇ ਬੈਠੇ ਨੂੰ? नहीं देंगे। ਨਹੀਂ ਦਿੰਦੇ। मुझे पता है रिटायर होने वाला है, इसको 20-25 लाख मिलने वाले। ਤੇ ਰਿਟਾਇਰ ਹੋਣ ਵਾਲੇ 20-25 ਲੱਖ ਤਾਂ ਮਿਲੂਗਾ। यहाँ बैठे किसी को नहीं देंगे। ਇੱਥੇ ਬੈਠੇ ਕਿਸੇ ਨੂੰ ਨਹੀਂ ਦਿੰਦੇ। खुदा के लिए अलग करेंगे, अलग बात है। ਪ੍ਰਭੂ ਦੇ ਲਈ ਦੇਣਗੇ, ਉਹ ਵੱਖਰੀ ਗੱਲ ਹੈ। उसकी बात जो है अपनी 3 बच्चे के लिए अलग ਤੇ करेंगे। ਉਸ ਤੋਂ ਬਾਅਦ ਜਿਹੜਾ ਹੋਊਗਾ ਉਹ ਆਪਣੇ 3 ਜਿਹੜੇ ਨਿਆਣੇ ਆ ਉਹਨਾਂ ਦੇ ਲਈ ਵੱਖਰਾ ਕਰਨਾ। अब्राहम की जो बेटा बेटियां जब आप बन गया ਤੇ है, ਅਬਰਾਹਮ ਦੀ ਔਲਾਦ ਪੁੱਤਰ ਧੀਆਂ ਤੁਸੀਂ ਜਦੋਂ ਬਣ ਗਏ, अब्राहम की आशीष किसके लिए? ਅਬਰਾਹਮ ਦੀ ਬਰਕਤ ਕਿਸ ਦੇ ਲਈ? गैर कौम के लिए। ਗੈਰ ਕੌਮਾਂ ਵਾਸਤੇ, गैर कौम के लिए, ਕਿ ਉਹ अन्य ਜਾਤੀਆਂ ਵਾਸਤੇ, खुदा के लोगों के लिए है, ਪ੍ਰਭੂ ਦੇ ਲੋਕਾਂ ਵਾਸਤੇ ਹੈ, आपके लिए है। ਤੁਹਾਡੀ ਖਾਤਰ ਹੈ। यीशु मसीह के द्वारा परमेश्वर आपको अब्राहम की संतान बनाए। ਯीशु मसीह ਦੇ ਦੁਆਰਾ ਪਰਮੇਸ਼ਰ ਨੇ ਤੁਹਾਨੂੰ ਅਬਰਾਹਮ ਦੀ ਔਲਾਦ ਬਣਾਇਆ। जो अब्राहम को आशीषें आपके जीवन में ਤੇ आएंगे। ਅਬਰਾਹਮ ਦੀਆਂ ਜਿਹੜੀਆਂ ਬਰਕਤਾਂ ਤੁਹਾਡੀ ਜ਼ਿੰਦਗੀ ਜਦੋਂ ਆਣਗੀਆਂ, साथ कहते उद्धार भी आ गया ਤੇ है। ਉਹਦੇ ਨਾਲ ਲਿਖਿਆ ਕਿ ਮੁਕਤੀ ਵੀ ਆ ਗਈ ਹੈ। मुक्ति कैसे आ गया है? ਉਹ ਉद्धार ਕਿਵੇਂ ਆਇਆ? जो बांधा हुआ बंधन खुल ਉਹ गया। ਜਿਹੜੇ ਬੰਨੇ ਹੋਏ ਜੁਲੇ टूट गए। आर्थिक ओर से बांधा हुआ बंधन था, ਪੈਸੇ ਟਕੇ ਤੋਂ ਬੰਨੇ ਹੋਏ ਬੰਧਨ ਸੀ, पीढ़ी में बांधा हुआ ਪੀੜੀ बंधन ਵਿੱਚ था, ਬੰਨੇ ਬੰਧਨ ਸੀ, और परिवारों में बांधा हुआ बंधन था, ਟੱਬਰਾਂ ਦੇ ਵਿੱਚ ਬੰਨੇ ਹੋਏ ਬੰਧਨ ਸੀ, कई रास्ता बंद था, ਸਾਰੇ ਕਈ ਰਾਹ ਬੰਦ वो ਸੀ, सब खुल गया है। ਉਹ ਸਾਰੇ ਖੁੱਲ ਗਏ। इसलिए यीशु कहते हैं इस घर पे उद्धार आए, तुम अब्राहम की संतान हो। ਇਸ ਕਰਕੇ ਯੀਸ਼ੂ ਕਹਿੰਦਾ ਕਿ ਅੱਜ ਇਸ ਘਰ ਦੇ ਵਿੱਚ ਮੁਕਤੀ ਆਈ ਹੈ ਤੇ ਤੂੰ ਅਬਰਾਹਮ ਦੀ ਔਲਾਦ ਹੈ। अब्राहम की संतान और उसकी आशीषों को वर्णन करेगा तो बहुत समय लगेंगे। ਤੇ ਅਬਰਾਹਮ ਦੀ ਔਲਾਦ ਤੇ ਉਹਦੀਆਂ ਬਰਕਤਾਂ ਦੇ ਬਾਰੇ ਜੇਕਰ ਦੱਸਣਾ ਸ਼ੁਰੂ ਕਰੀਏ ਤਾਂ ਬਹੁਤ ਜ਼ਿਆਦਾ ਵੇਲਾ ਲੱਗੂਗਾ, बहुत समय लगेंगे। ਬਹੁਤ ਵੇਲਾ ਲੱਗੂਗਾ। सो परमेश्वर चाहते हैं आप अब्राहम की संतान बने रहे और आत्मा में चले। ਇਸ ਕਰਕੇ ਪਰਮੇਸ਼ਰ ਚਾਹੁੰਦਾ ਕਿ ਤੁਸੀਂ ਅਬਰਾਹਮ ਦੀ ਔਲਾਦ ਬਣੇ ਰਹੋ ਅਤੇ ਰੂਹ ਦੇ ਵਿੱਚ ਚੱਲੋ, आत्मा में चलते चलते जाएं। ਰੂਹ ਦੇ ਵਿੱਚ ਤੁਰਦੇ ਤੁਰਦੇ ਅੱਗੇ ਵਧੀਏ। आत्मा में चलने के लिए क्या करना ਰੂਹ ਦੇ पड़ेगा? ਵਿੱਚ ਚੱਲਣ ਲਈ ਕੀ ਕਰਨਾ ਪਊਗਾ? अब आत्मा में रहना पड़ेंगे। ਤੁਹਾਨੂੰ ਰੂਹ ਦੇ ਵਿੱਚ ਰਹਿਣਾ ਪਊਗਾ। अब अन्य भाषा बोलते हैं, ਗੈਰ ਜ਼ੁਬਾਨ ਬੋਲਦੇ ਹੋ, शाबाश है। ਬਹੁਤ ਵਧੀਆ ਗੱਲ ਹੈ। आराधना करते हैं, ਆਰਾਧਨਾ ਕਰਦੇ ਹੋ, स्तुति करते हैं, ਸਤੁਤੀ ਕਰਦੇ ਹੋ, हो सकते हैं प्रभु की नाम बड़ाई करते ਹੋ हैं, ਸਕਦਾ ਪ੍ਰਭੂ ਦੇ ਨਾਮ ਦੀ ਮਹਿਮਾ ਕਰਦੇ ਹੋ, दूसरों को सुसमाचार सुनाते हैं, ਦੂਜਿਆਂ ਨੂੰ ਪ੍ਰਭੂ ਬਾਰੇ ਦੱਸਦੇ ਹੋ, वो सारे रूहों को प्रभु में लेके आ ਬਹੁਤ रहे ਸਾਰੇ ਰੂਹਾਂ ਨੂੰ ਪ੍ਰਭੂ ਦੇ ਵਿੱਚ ਲੈ ਕੇ ਆਏ हैं। ਹੋ। सब सच्ची बात है, ਉਹ ਸਾਰੀਆਂ ਬਹੁਤ ਵਧੀਆ ਗੱਲ ਹੈ। लेकिन अपना जीवन को परखना, विचार क्या आत्मा में है, नजर क्या आत्मा में है, सुनना क्या आत्मा में है, बोली क्या आत्मा में है, चाल चलन क्या आत्मा में है। ਪਰ ਆਪਣੀ ਜ਼ਿੰਦਗੀ ਨੂੰ ਪਰਖਣਾ ਕਿ ਸਾਡੇ ਸੋਚ ਵਿਚਾਰ ਕੀ ਰੂਹ ਦੇ ਵਿੱਚ ਨੇ, ਸਾਡਾ ਦੇਖਣਾ ਕੀ ਰੂਹ ਦੇ ਵਿੱਚ ਹੈ, ਸਾਡਾ ਸੁਣਨਾ ਕੀ ਰੂਹ ਦੇ ਵਿੱਚ ਹੈ, ਕਿ ਸਾਡੀ ਬੋਲਬਾਣੀ ਰੂਹ ਦੇ ਵਿੱਚ ਹੈ ਜਾਂ ਸਾਡੀ ਜ਼ਿੰਦਗੀ ਰੂਹ ਦੇ ਵਿੱਚ ਹੈ ਕਿ ਨਹੀਂ, ਇਸ ਗੱਲ ਨੂੰ ਪਰਖਣਾ ਬਹੁਤ ਜ਼ਰੂਰੀ ਹੈ। मेरे लाइफ में जो नहीं परखा था वो बात है मैं इन दिनों में परख रहा ਤੇ हूं। ਮੇਰੀ ਜ਼ਿੰਦਗੀ 'ਚ ਮੈਂ ਜਿਹੜੀਆਂ ਅੱਜ ਤੱਕ ਨਹੀਂ ਪਰਖੇ ਸੀ ਉਹ ਗੱਲਾਂ ਨੂੰ ਮੈਂ ਹੁਣ ਪਰਖ ਰਿਹਾ। मेरे फेसबुक में, मेरे फोन में जो नंबर नहीं चाहिए, जो मुझे आत्मिक उन्नति नहीं करा सकते, मैं डिलीट कर लिए ਤੇ हैं। ਮੇਰੇ ਫੇਸਬੁੱਕ ਦੇ ਵਿੱਚ ਜਿਹੜੇ ਦੋਸਤ ਹੈਗੇ ਜਾਂ ਮੇਰੇ ਨੰਬਰ, ਮੇਰੇ ਫੋਨ ਨੰਬਰ ਦੇ ਵਿੱਚ ਕੰਟੈਕਟ ਲਿਸਟ ਦੇ ਵਿੱਚ ਜਿੰਨੇ ਵੀ ਨੰਬਰ ਜਿਹੜੇ ਮੈਨੂੰ ਨਹੀਂ ਚਾਹੀਦੇ, ਜਿਹੜੇ ਮੈਨੂੰ ਰੂਹਾਨੀ ਪੱਖੋਂ ਨਹੀਂ ਵਧਾਉਂਦੇ, ਉਹ ਸਾਰੇ ਮੈਂ ਡਿਲੀਟ ਕਰਤੇ। बहुत कम लोगों को फोन उठाते हैं, ਬਹੁਤ ਘੱਟ ਲੋਕਾਂ ਦਾ ਮੈਂ ਫੋਨ ਚੱਕਦਾ, क्योंकि और कईयों से बात करने से, और कईयों से बात करने से क्या होते हैं, मेरे खुद ही आत्मिक जीवन खत्म हो जाते हैं। ਅਤੇ ਕਈ ਲੋਕਾਂ ਦੇ ਨਾਲ ਗੱਲ ਕਰਨ ਦੇ ਦੁਆਰਾ ਹੀ ਮੇਰੀ ਆਤਮਿਕ ਜ਼ਿੰਦਗੀ ਖਤਮ ਹੁੰਦੀ ਹੈ। पिछले दिन मुझे बाहर से एक फोन आया, ਪਿਛਲੇ ਦਿਨ ਮੈਨੂੰ ਬਾਹਰੋਂ ਫੋਨ ਆਇਆ, बहुत अच्छे दोस्त हैं, ਬਹੁਤ ਵਧੀਆ ਦੋ ਮਿੱਤਰ ਹੈ। पिछले समय पर घंटे घंटे मेरे से बात करते थे। ਪਿਛਲੇ ਵੇਲੇ ਦੇ ਵਿੱਚ ਘੰਟੇ ਘੰਟੇ ਅਸੀਂ ਗੱਲਾਂ ਕਰਦੇ ਸੀ। और इस बार जब फोन आया तो मैं सिर्फ 5 मिनट बात की। ਐਤਕੀ ਜਦੋਂ ਫੋਨ ਆਇਆ ਤਾਂ ਮੈਂ ਸਿਰਫ 5 ਮਿੰਟ ਗੱਲ ਕੀਤੀ। मुझे पूछा पास्टर आपकी बोली बदल गई। ਤਾਂ ਮੈਨੂੰ ਕਹਿੰਦੇ ਪਾਦਰੀ ਸਾਹਿਬ ਤੁਹਾਡੀ ਬੋਲਬਾਣੀ ਬਦਲ ਗਈ, आपकी बोलने की जो है वे एक्सेंट ये सब बदल गया है। ਤੇ ਤੁਹਾਡੇ ਬੋਲਣ ਦਾ ਜਿਹੜਾ ਤਰੀਕਾ ਹੈ ਤੇ ਤੁਹਾਡੇ ਬੋਲਣ ਦੀ ਜਿਹੜੀ ਸਾਰਾ ਕੁਝ ਹੀ ਬਦਲਿਆ ਹੀ ਪਿਆ। मैंने बोला मैं खुद बदला था इसलिए मेरे बोली भी बदल ਤਾਂ गई। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪ ਬਦਲ ਗਿਆ ਤਾਂ ਮੇਰਾ ਬੋਲਬਾਣੀ ਵੀ ਸਭ ਬਦਲ ਗਿਆ ਹੈ। अब पहले वो घंटे बात करते थे, अभी क्या 5 मिनट में बात करते समाप्त कर रहे हो।
ਤੇ ਉਹਨੇ ਕਿਹਾ ਕਿ ਪਹਿਲਾਂ ਤਾਂ ਘੰਟਾ ਘੰਟਾ ਆਪਾਂ ਗੱਲਾਂ ਕਰਦੇ ਸੀਗੇ, ਹੁਣ 5 ਮਿੰਟਾਂ 'ਚ ਹੀ ਮੁਕਾ ਰਹੇ ਹੋ। सिर्फ मैं आपको 5 मिनट दे सकता, ज्यादा समय नहीं दे सकता। ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸਿਰਫ 5 ਮਿੰਟ ਤੁਹਾਨੂੰ ਦੇ ਸਕਦਾਗਾ, ਉਸ ਤੋਂ ਵੱਧ ਨਹੀਂ ਦੇ ਸਕਦਾ, ਕਿਉਂਕਿ ਮੈਂ ਪ੍ਰਭੂ ਨੂੰ ਵੇਲਾ ਦੇਣਾ ਹੈ। वेस्ट वाली बातें आप छोड़ दे। ਅਤੇ ਜਿਹੜੀਆਂ ਗੱਲਾਂ ਬੇਕਾਰ ਆ ਉਹਨਾਂ ਨੂੰ ਛੱਡ ਦਿਓ। हम ये फोन पता किस लिए है? ਇਹ ਮੋਬਾਈਲ ਪਤਾ ਕਾਦੇ ਵਾਸਤੇ ਹੈ? चिकनी चुपड़ी बातों करने के लिए नहीं ਇਹ है। ਚਿਕਨੀ ਚੁਪੜੀਆਂ ਗੱਲਾਂ ਕਰਨ ਵਾਸਤੇ ਨਹੀਂ ਹੈ। किसी का फोन आया है? ਕਿਸੇ ਦਾ ਫੋਨ ਆਇਆ, हाँ जी, ਹਾਂਜੀ बताओ ਦੱਸੋ कैसे हो, ਕਿਵੇਂ ਹੋ, ठीक हो, ਠੀਕ ਹੋ, प्रॉब्लम बताए, ਮੁਸ਼ਕਲ ਦੱਸੋ, प्रार्थना करें, ਦੁਆ ਕਰੀਏ। फोन बंद। ਫੋਨ ਬੰਦ। ये नहीं इधर के बात उधर के बात, पड़ोसी की बात, विश्वासी की बात, कईयों की बात, इधर उधर की बातें करने के लिए समय नहीं। इन बातों में तुम्हारी आत्मा में तुम चल नहीं पा रहे। ਅਤੇ ਇਹ ਨਹੀਂ ਗਾ ਕਿ ਤੁਸੀਂ ਇੱਧਰ ਦੀ ਛੇੜ ਲਈ, ਕਦੇ ਉੱਧਰ ਦੀ ਛੇੜ ਲਈ, ਗਵਾਂਢੀਆਂ ਦੀ ਛੇੜ ਲਈ, ਇੱਧਰ ਦੀ ਛੇੜ ਲਈ, ਦੋਸਤ ਮਿੱਤਰਾਂ ਦੀ ਛੇੜ ਲਈ, ਅਤੇ ਰਿਸ਼ਤੇਦਾਰਾਂ ਦੀ ਛੇੜ ਲਈ, ਪਾਸਟਰ ਦੀ ਛੇੜ ਲਈ, ਵਿਸ਼ਵਾਸੀਆਂ ਦੀ ਛੇੜ ਲਈ। ਇੱਧਰ ਉੱਧਰ ਦੀਆਂ ਗੱਲਾਂ ਕਰਨ ਵਾਸਤੇ ਨਹੀਂ ਹੈ। कई लोग हैं और मोबाइल को शादी किया हुआ है। ਅਤੇ ਕਈ ਲੋਕਾਂ ਨੇ ਮੋਬਾਈਲ ਨਾਲ ਹੀ ਵਿਆਹ ਕੀਤੇ ਹੋਏ ਨੇ। उन्होंने शादी मोबाइल को किया है। ਉਹਨਾਂ ਨੇ ਮੋਬਾਈਲ ਨਾਲ ਹੀ ਵਿਆਹ ਕੀਤਾ ਹੈ। कई लोग शादी करना ही नहीं चाहते, वो मोबाइल के शादी कर रखा है। ਤੇ ਕਈ ਲੋਕ ਤਾਂ ਵਿਆਹ ਹੀ ਨਹੀਂ ਕਰਾਉਣਾ ਚਾਹੁੰਦੇ, ਕਿਉਂਕਿ ਮੋਬਾਈਲ ਨਾਲ ਇਹੋ ਜਿਹਾ ਵਿਆਹ ਕੀਤਾ ਹੈ। मोबाइल से ही बातें करते ਤੇ हैं। ਮੋਬਾਈਲ ਨਾਲ ਹੀ ਗੱਲਾਂ ਮਾਰਦੇ मोबाइल ਨੇ। है उनकी है, ਤੇ ਮੋਬਾਈਲ ਹੀ ਉਹਨਾਂ ਸਾਰਾ हर ਕੁਝ समय ਹੈ। मोबाइल, ਹਰ ਵੇਲੇ ਮੋਬਾਈਲ। सुबह उठते मोबाइल, ਸਵੇਰੇ ਉੱਠਣ ਦੀ ਮੋਬਾਈਲ, रात को नींद तक मोबाइल, ਰਾਤ ਨੂੰ ਸੌਣ ਤੱਕ ਮੋਬਾਈਲ। प्रार्थना के समय लूट लिया, ਦੁਆ ਦਾ ਵੇਲਾ ਖਤਮ। पत्नी के साथ पति के साथ संबंध रखने के समय लूट लिया, ਘਰ ਵਾਲਾ ਘਰ ਵਾਲੀ ਦੇ ਨਾਲ ਰਿਸ਼ਤਾ ਰੱਖਣ ਦਾ ਵੇਲਾ ਖਤਮ ਹੋਇਆ। प्रार्थना लूट लिया, ਦੁਆ ਦਾ ਵੇਲਾ ਖਤਮ। वचन पढ़ना लूट वचन लिया, पढ़ना खत्म होया। सब कुछ लूट ਸਾਰਾ लिया। ਕੁਝ ਲੁੱਟਿਆ ਗਿਆ। शैतान ने लूटा है। शैतान ने लुट्टिया है। शैतान ने एक हथियार दे दिया। शैतान ने एक हथियार दिता। ले 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 तू। ले भाई ले ला तू। शैतान का हथियार है। शैतान का हथियार है। अच्छी है मोबाइल, मोबाइल बहुत बढ़िया है, लेकिन शैतान का हथियार भी बन सकते हैं। पर ये शैतान का भी औजार बन जाता है। बहुत ध्यान देना आप लोग, बड़ा ध्यान देना आपका तुसी। समय मोबाइल बर्बाद नहीं करना है। ਤੁਹਾਡਾ ਵੇਲਾ मोबाइल ना खराब करे। जब फेसबुक खोलेंगे, ਜਦੋਂ फेसबुक खोलांगे, जो बातें वांटेड और अनवांटेड दोनों बातें आते हैं, ਅਤੇ ਉਹਦੇ ਵਿੱਚ ਜਿਹੜੀਆਂ ਚਾਹੀਦੀਆਂ ਨਹੀਂ ਚਾਹੀਦੀਆਂ ਦੋਵੇਂ ਗੱਲਾਂ ਹੁੰਦੀਆਂ ਨੇ। जो आप इन बातों में ध्यान ना दो। ਤੁਸੀਂ ਇਹਨਾਂ ਗੱਲ ਵੱਲ ਧਿਆਨ ਨਾ ਦਿਓ। मैं कह रहा आप मोबाइल में ज्यादा ध्यान ना ਤੇ दो। ਮੈਂ ਤੁਹਾਨੂੰ ਕਹਿਣਾ ਕਿ मोबाइल ਵੱਲ ਜ਼ਿਆਦਾ ਧਿਆਨ ਨਾ ਹੀ ਦਿਓ। ध्यान नहीं देगा तो आप बचोगे। ध्यान नहीं दोगे तो बच जाओगे। मैं पिछले इतवार का दिन आदेश के घर पे चले गए। पिछले एतवार ਦੇ ਦਿਨ ਭਰਾ ਆਦੇਸ਼ ਦੇ ਘਰੇ ਮੈਂ ਗਿਆ। मैं स्कूटी में गए, मैं स्कूटी च गया। बस यहाँ से 2 मिनट लगते। बस इतो थोड़े 2 मिनट अंदर आए। मैंने बहुत बड़ी गलती की, मास्क नहीं रखा, मैं भूल गया था। ਤੇ ਮੈਂ ਇੱਕ ਵੱਡੀ ਗਲਤੀ ਕੀਤੀ ਕਿ ਮਾਸਕ ਲਾਉਣਾ ਮੈਂ ਭੁੱਲ ਗਿਆ। जब रोड पे गया है तो पता लगे भाई यार मास्क रखना था, गलती की है। मैं सोचा चलो क्या बात है, यहाँ तक तो जाना ही है। ਤੇ ਜਦੋਂ ਮੈਂ ਰੋਡ ਦੇ ਉੱਤੇ ਪਹੁੰਚ ਗਿਆ ਤਾਂ ਉਸ ਵੇਲੇ ਮੈਨੂੰ ਯਾਦ ਆਇਆ ਕਿ ਮੈਂ ਮਾਸਕ ਨਹੀਂ ਪਾਇਆ, ਤੇ ਫਿਰ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ 2 ਮਿੰਟਾਂ ਦਾ ਰਾਹ ਜਾ ਆਉਨੇ। जब मैं इसके घर से वापस आए, ਜਦੋਂ ਇਹਨਾਂ ਘਰ ਦੇ ਵਿੱਚੋਂ ਮੈਂ ਮੁੜ ਕੇ ਆ ਰਿਹਾ ਸੀ, मॉडल टाउन गुरुद्वारे के बाद जो चौक है वहाँ पे बस पुलिस ने एक हड्डा बनाया हुआ है। ਅਤੇ ਮਾਡਲ ਟਾਊਨ ਦੇ ਚੌਂਕ ਦੇ ਵਿੱਚ ਉੱਥੇ ਪੁਲਿਸ ਵਾਲੇ ਖੜੇ ਹੁੰਦੇ ਨੇ। मुझे देखे एक पुलिस भाग के रोड पे आ रही हूँ करके, मैं ध्यान नहीं दिया, मैं बिना ध्यान लेके मैं भाग के आ गया। ਅਤੇ ਮੈਨੂੰ ਦੇਖ ਕੇ ਇੱਕ ਪੁਲਿਸ ਵਾਲਾ ਬਹੁਤ ਜ਼ੋਰ ਨਾਲ ਭੱਜ ਕੇ ਆ ਰਿਹਾ ਤੇ ਮੈਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ, ਹਲੋ ਹਲੋ ਕਰ ਰਿਹਾ ਹੈਗਾ, ਪਰ ਉਸ ਵੇਲੇ ਮੈਂ ਧਿਆਨ ਨਹੀਂ ਦਿੱਤਾ, ਮੈਂ ਆ ਗਿਆ। मुझे पता है मुझे पकड़ेंगे, ਮੈਨੂੰ ਪਤਾ ਮੈਨੂੰ ਫੜ ਲੂਗਾ, मैं मास्क नहीं पहना है। ਕਿਉਂਕਿ ਮੈਂ ਮਾਸਕ ਨਹੀਂ ਪਾਇਆ। 2000 रुपये जुर्माना, 2000 रुपए जुर्माना मेरी गलती है, ये मेरी गलती है। मैं मास्क नहीं पहना है। मैं मास्क नहीं पाया। वो हाथ दिखा के आ रहे हैं, ਉਹ ਪੂਰੇ ਜ਼ੋਰ ਨਾਲ ਭੱਜਾ ਹੁੰਦਾ, दूर से आ रहे थे। ਦੂਰੋਂ ਭੱਜਾ ਹੁੰਦਾ। मैंने उधर ध्यान नहीं दिया। ਮੈਂ ਉਹਦੇ ਵੱਲ ਧਿਆਨ ਹੀ ਨਹੀਂ यदि ਦਿੱਤਾ। ध्यान देगा तो ਜੇ ਧਿਆਨ ਦੇਊਂਗਾ मुझे ਤਾਂ रोक देते हैं, ਮੈਨੂੰ ਰੋਕ ਲੂਗਾ, जुर्माना हो जाते हैं। जुर्माना दे मैं देता। ध्यान नहीं दिया, मैं ध्यान नहीं ਦਿੱਤਾ, इसलिए मैं बच गया है। ਇਸ ਕਰਕੇ मैं बच गया। हालेलुया। आप मोबाइल को अनवांटेड बातों को ध्यान ना दो तो आप बचोगे। ਤੇ ਤੁਸੀਂ ਇਸ ਕਰਕੇ ਮੋਬਾਈਲ ਨੂੰ ਜਾਂ ਜਿਹੜੀਆਂ ਗੱਲਾਂ ਨਹੀਂ ਚਾਹੀਦੀਆਂ ਉਹਨਾਂ ਵੱਲ ਧਿਆਨ ਨਾ ਦਿਓ ਤਾਂ ਤੁਸੀਂ ਬਚ ਜਾਓਗੇ। आत्मा में चलने के खिलाफ आपके जीवन में कौन सी बात है, उस बात को पकड़कर यीशु के नाम से ढांढ के खत्म करें। ਅਤੇ ਰੂਹ ਦੇ ਵਿੱਚ ਚੱਲਣ ਦੇ ਵਿਰੋਧ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਗੱਲਾਂ ਨੇ ਉਹਨਾਂ ਗੱਲਾਂ ਵੱਲ ਧਿਆਨ ਦਿਓ, ਉਹਨਾਂ ਨੂੰ ਫੜ ਲਓ ਅਤੇ ਯੀਸ਼ੂ ਦੇ ਨਾਮ 'ਚ ਉਹਨਾਂ ਨੂੰ ਝੜਕ ਕੇ ਖਤਮ ਕਰ ਦਿਓ। जो आत्मा में चाल चलते वो परमेश्वर की संतान कहला ਅਤੇ जाते ਜਿਹੜੇ हैं। ਰੂਹ ਦੇ ਮੁਤਾਬਿਕ ਚੱਲਦੇ ਨੇ ਉਹੀ ਪਰਮੇਸ਼ਰ ਦੀ ਔਲਾਦ ਅਖਵਾਉਂਦੇ ਨੇ। आत्मा में चाल चलने के खिलाफ हमारे जीवन में ਤੇ कौन सी ਰੂਹ बात ਦੇ है? ਵਿਰੋਧ ਦੇ ਵਿੱਚ ਚੱਲਣ ਦੇ ਵਿਰੋਧ 'ਚ ਜਿਹੜੀਆਂ ਸਾਡੀਆਂ ਵਿਰੋਧ 'ਚ ਗੱਲਾਂ ਨੇ ਉਹਨਾਂ ਗੱਲਾਂ ਨੂੰ ਧਿਆਨ ਦੇਣਾ ਹੈ। हम 2 बातों में ध्यान दिया ਅਸੀਂ है, 2 ਗੱਲਾਂ 'ਚ ਧਿਆਨ ਦਿੱਤਾ, एक मोबाइल, ਇੱਕ ਮੋਬਾਈਲ, दूसरा धन ਦੂਜਾ ਧਨ पैसा, ਪੈਸਾ, दूसरी बात है हमारे शरीर की अभिलाषाएं। ਤੇ ਤੀਜੀ ਗੱਲ ਹੈ ਸਾਡੇ ਦੇਹੀ ਲਾਲਸਾਵਾਂ।
पति पत्नी के संबंध के अलावा किसी पराये स्त्री या पुरुष के साथ कभी हमारा संबंध नहीं रहना है। ਘਰ ਵਾਲਾ ਘਰ ਵਾਲੀ ਨੂੰ ਛੱਡ ਕੇ ਕਿਸੇ ਹੋਰ ਮਨੁੱਖ ਦੇ ਨਾਲ, ਗੈਰ ਮਰਦ ਔਰਤ ਦੇ ਨਾਲ ਕੋਈ ਸਾਡਾ ਨਜਾਇਜ਼ ਰਿਸ਼ਤਾ ਨਾ ਹੋਵੇ। यदि हो भी गया तो प्रभु से माफी मांगकर प्रभु से कसम करें, आज के बाद मेरे जीवन में किसी व्यक्ति के साथ मेरे संबंध नहीं ਅਤੇ रहेंगे। ਜੇ ਗਲਤੀ ਹੋ ਵੀ ਗਈ ਤਾਂ ਪਰਮੇਸ਼ਰ ਦੇ ਅੱਗੇ ਮਾਫੀ ਮੰਗ ਲਓ ਅਤੇ ਕਸਮ ਖਾਓ ਕਿ ਪਰਮੇਸ਼ਰ ਅੱਗੇ ਤੋਂ ਵਾਅਦਾ ਕਰਦਾ ਹੈ, ਪਰਮੇਸ਼ਰ ਕਦੇ ਵੀ ਇਸ ਤਰੀਕੇ ਦੀ ਕੋਈ ਗਲਤੀ ਮੇਰੀ ਜ਼ਿੰਦਗੀ 'ਚ ਨਹੀਂ इस ਆਊਗੀ। शरीर की अभिलाषा हमें एकदम डेड कर देते हैं, जीरो कर देते ਅਤੇ हैं। ਇਹ ਦਿਲ ਦੀਆਂ ਲਾਲਸਾਵਾਂ ਇੱਕਦਮ ਸਾਨੂੰ ਜ਼ੀਰੋ ਬਣਾ ਦਿੰਦੀਆਂ ਨੇ, ਖਤਮ ਕਰ ਦਿੰਦੀਆਂ ਨੇ। ऊपर से हमें कीचड़ में नीचे गिराते ਤੇ हैं। ਉੱਤੋਂ ਸਾਨੂੰ ਉੱਚੇ ਬੈਠਿਆਂ ਨੂੰ ਤੇ ਚਿੱਕੜ ਦੇ ਵਿੱਚ ਸੱਟ ਲੈਂਦੇ ये ਆ। शरीर परमेश्वर की आत्मा की मंदिर ਤੇ है। ਇਹ ਦੇਹ ਹੈ ਜਿਹੜੀ ਇਹ ਪਰਮੇਸ਼ਰ ਦੇ ਰੂਹ ਦਾ ਹੈਕਲ ਹੈ। आमीन। इस मंदिर में परमेश्वर की आत्मा वास करती ਅਤੇ है। ਇਸ ਹੈਕਲ ਦੇ ਵਿੱਚ ਪਰਮੇਸ਼ਰ ਦਾ ਰੂਹ ਵਸਦਾ ਹੈ। आज परमेश्वर इस्तेमाल करने वाले प्रभु के लोग, उन्होंने कीमत चुके हैं, इसलिए प्रभु ने इस्तेमाल कर रहे हैं। ਅਤੇ ਅੱਜ ਪਰਮੇਸ਼ਰ ਦੇ ਜਿਹੜੇ ਵਰਤੇ ਜਾਣ ਵਾਲੇ ਪ੍ਰਭੂ ਦੇ श्रेष्ठ ਦਾਸ ਦਾਸੀਆਂ ਨੇ ਅਤੇ ਉਹਨਾਂ ਨੇ ਕੀਮਤ ਚੁਕਾਈ ਹੈ, ਤਾਂ ਪ੍ਰਭੂ ਉਹਨਾਂ ਨੂੰ ਵਰਤ ਰਿਹਾ ਹੈ। ये नहीं है किचड़ में रह के, गंदगी में रह के, चोरी में, पाप में रह के भूत करते, बीमार को चंगा करते, मुर्दे को जिंदा करते, कभी नहीं हो सकते। ਇਹ ਨਹੀਂ ਹੈ ਕਿ ਉਹ ਚਿੱਕੜ ਦੇ ਵਿੱਚ ਰਹਿੰਦੇ ਨੇ, ਪਾਪ ਦੇ ਵਿੱਚ, ਬੁਰਾਈ ਦੇ ਵਿੱਚ, ਗੰਦਗੀ ਦੇ ਵਿੱਚ ਰਹਿੰਦੇ ਨੇ, ਉਸ ਤੋਂ ਬਾਅਦ ਉਹ ਭੂਤਾਂ ਕੱਢਦੇ ਨੇ, ਮੁਰਦੇ ਜਿਉਂਦੇ ਕਰਦੇ ਨੇ, ਲੰਗੜਿਆਂ ਨੂੰ ਚਲਾਉਂਦੇ ਨੇ, ਅਤੇ ਇਦਾਂ ਦੇ ਕੋਈ ਵੀ ਕੰਮ ਇਸ ਤਰ੍ਹਾਂ ਨਹੀਂ ਹੁੰਦਾ वो ਹੈ। मसीह में चलते, पवित्र जीवन में चलते, यीशु में चलते, विश्वास में चलते, छोटी से छोटी बातों में वफादार, विश्वास योग्य रहने के कारण परमेश्वर ने गिना ये वफादार है। इसलिए परमेश्वर की आत्मा देखकर सामत के साथ परमेश्वर उन्हें इस्तेमाल कर रहे हैं। ਅਤੇ ਪ੍ਰਭੂ ਦੇ ਵਿੱਚ ਰਹਿੰਦੇ ਨੇ, ਆਤਮਾ ਦੇ ਵਿੱਚ ਰਹਿੰਦੇ ਨੇ, ਰੂਹ ਦੀ ਗਵਾਹੀ ਦੇ ਮੁਤਾਬਿਕ ਚੱਲਦੇ ਨੇ, ਪਰਮੇਸ਼ਰ ਦੇ ਵਚਨਾਂ ਦੇ ਮੁਤਾਬਿਕ ਚੱਲਦੇ ਨੇ, ਅਤੇ ਪਰਮੇਸ਼ਰ ਵੇਖਦਾ ਹੈ ਕਿ ਹਾਂ ਸੱਚਮੁੱਚ ਇਹ ਮੇਰੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਮੇਰੇ ਲਈ ਜਿੰਦੇ ਨੇ, ਅਤੇ ਇਸ ਕਰਕੇ ਪਰਮੇਸ਼ਰ ਉਹਨਾਂ ਦੁਆਰਾ ਵੱਡੇ ਕੰਮ ਕਰਦਾ ਹੈ। इसलिए जो आत्मा में चाल चलने के खिलाफ आपके जीवन में जो भी बात है, उस बात को आप कट 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 करके खत्म करें। ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਰੂਹ ਦੇ ਵਿੱਚ ਚੱਲਣ ਦੇ ਵਿਰੋਧ ਦੇ ਵਿੱਚ ਜਿਹੜੀਆਂ ਗੱਲਾਂ ਨੇ, ਜਿਹੜੀਆਂ ਤੁਹਾਨੂੰ ਰੋਕਦੀਆਂ ਨੇ, ਜਿਹੜੇ ਤੁਹਾਡੇ ਉੱਤੇ ਪਾਬੰਦੀ ਲਾਉਂਦੀਆਂ ਨੇ, ਉਹਨਾਂ ਗੱਲਾਂ ਨੂੰ ਆਪਦੀ ਜ਼ਿੰਦਗੀ ਦੇ ਵਿੱਚੋਂ ਖਤਮ ਕਰਦੇ ਹੋ, ਜਮਾ ਕੱਟ ਕਰ ਦਿਓ। इस बठिंडा में यदि कोई व्यक्ति है जिसका दोस्त नहीं है तो केवल मैं ही होगा। ਇਸ ਬਠਿੰਡਾ ਦੇ ਵਿੱਚ ਜੇਕਰ ਕੋਈ ਇਸ ਤਰ੍ਹਾਂ ਦਾ ਬੰਦਾ ਜਿਹਦਾ ਕੋਈ ਮਿੱਤਰ ਨਹੀਂ ਹੈ ਤਾਂ ਸਿਰਫ ਮੈਂ ਹੋਊਂਗਾ। मुझे कोई दोस्त नहीं है। ਮੇਰਾ ਕੋਈ ਮਿੱਤਰ ਨਹੀਂ। आप लोग तो मेरे बच्चे हैं, आत्मिक संतान है। ਤੇ ਤੁਸੀਂ ਮੇਰੀ ਆਤਮਿਕ ਔਲਾਦ ਹੋ, माँ बाप की, हम लोग आपके माँ बाप हैं। ਤੇ ਅਸੀਂ ਤੁਹਾਡੇ ਮਾਪੇ ਹਾਂ। बच्चे के रिश्ता ही है। ਤੇ ਇੱਕ ਬੱਚਿਆਂ ਵਾਲਾ ਰਿਸ਼ਤਾ मैं ਹੈ। दोस्त का बात कर रहे हैं। ਮੈਂ ਮਿੱਤਰਤਾ ਦੀ ਗੱਲ ਕਰ ਰਿਹਾ। ये 6 नंबर गली, 11 नंबर गली, मॉडल टाउन, बागू रोड, बहुत सारे लोगों को जानता हूं, मैं किसी को दोस्त नहीं बनाया। ਅਤੇ ਇਸ 6 ਨੰਬਰ ਗਲੀ, 11 ਨੰਬਰ ਗਲੀ, ਮਾਡਲ ਟਾਊਨ ਦੇ ਵਿੱਚ, ਇਸ ਬਠਿੰਡੇ ਦੇ ਵਿੱਚ ਬਥੇਰੇ ਲੋਕਾਂ ਨੂੰ ਜਾਣਦਾ, ਪਰ ਕਿਸੇ ਨਾਲ ਵੀ ਦੋਸਤੀ ਨਹੀਂ ਹੈ। हजारों पास्टरों को जानते हैं, ਹਜ਼ਾਰਾਂ ਪ੍ਰਭੂ ਦੇ ਦਾਸਾਂ ਨੂੰ कोई ਜਾਣਦਾ, मेरे दोस्त नहीं है, ਕੋਈ ਮੇਰਾ ਦੋਸਤ ਨਹੀਂ ਹੈ, कोई मेरी मित्र नहीं है। ਕੋਈ ਮੇਰਾ ਮਿੱਤਰ नहीं मैं है। एक ही मित्र, वो मेरा यीशु ਤੇ है। ਮੇਰਾ ਇੱਕੋ ਹੀ ਦੋਸਤ ਆ, ਉਹ ਮੇਰਾ ਯੀਸ਼ੂ मेरा ਹੈ। दिल खोल के बोलने के लिए एक ही व्यक्ति है। ਮੇਰੇ ਦਿਲ ਖੋਲ ਕੇ ਆਖਣ ਦੀਆਂ ਗੱਲਾਂ ਕਹਿਣ मेरी ਵਾਲਾ ਉਹੀ संकट, ਹੈ। मेरे दुख और मेरी समस्या को जानने वाला एक ही व्यक्ति, वो मेरे मित्र, वो ये मेरे यीशु है। ਅਤੇ ਮੇਰੇ ਦੁੱਖ ਤਕਲੀਫ ਹਾਲਾਤਾਂ ਨੂੰ ਜਾਣਨ ਵਾਲਾ ਇੱਕੋ ਹੀ ਮੇਰਾ ਮਿੱਤਰ ਹੈ, ਦੋਸਤ ਹੈ, ਉਹ ਮੇਰਾ ਯੀਸ਼ੂ ਹੈ। इसलिए मैं तुम्हें कहा, तेरा दोस्ती है तेरे जीवन को, तेरे पवित्र जीवन को, तेरे विश्वास को, आत्मा में चलने के लिए वो कभी रुकावट ना हो जाए। ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਤੁਹਾਡੀ ਦੋਸਤੀ ਤੁਹਾਨੂੰ ਰੂਹ ਦੇ ਵਿੱਚ ਚੱਲਣ ਦੇ ਲਈ ਅਤੇ ਤੁਹਾਨੂੰ ਮੁਸ਼ਕਲਾਂ ਦੇ ਵਿੱਚ ਪਾਉਣ ਵਾਲੀ ਅਤੇ ਤੁਹਾਨੂੰ ਪਰਮੇਸ਼ਰ ਦੇ ਵਿੱਚ ਅੱਗੇ ਵਧਣ ਤੋਂ ਰੋਕਣ ਵਾਲੀ ਕਦੇ ਵੀ ਤੁਹਾਡੀ ਦੋਸਤੀ ਨਾ ਬਣੇ। और मेरे बेटे को बहुत सारे दोस्त थे। ਪ੍ਰਭੂ ਅਭਿਸ਼ੇਕ ਦੇ ਬਹੁਤ ਸਾਰੇ ਦੋਸਤ ਹੈ। इस मॉडल टाउन के बड़े बिजनेस करोड़पतियों को बच्चे इसके दोस्त थे। ਇੱਥੇ ਮਾਡਲ ਟਾਊਨ ਦੇ ਵਿੱਚ ਕਰੋੜਾਪਤੀਆਂ ਦੇ ਬੱਚੇ ਇਹਦੇ ਮਿੱਤਰ ਸੀ, और वो आके इनको उठा के ले जाते थे। ਅਤੇ ਉਹ ਆਉਂਦੇ ਸੀ ਘਰੋਂ ਚੱਕ ਕੇ ਲੈ ਜਾਂਦੇ ਸੀ। हमने प्रार्थना किया है, ਅਸੀਂ ਇਹਦੇ ਲਈ ਦੁਆ ਕੀਤੀ ਹੈ, अब प्रभु ने इसको पूरा अनुग्रह किया है, एक भी दोस्त नहीं इसको। ਤੇ ਅਸੀਂ ਇਹਦੇ ਲਈ ਦੁਆ ਕੀਤੀ, ਪਰਮੇਸ਼ਰ ਨੇ ਤੇ ਕਿਰਪਾ ਕੀਤੀ। ਹੁਣ ਇਦਾਂ ਦਾ ਕੋਈ ਵੀ ਮਿੱਤਰ ਇਹਦਾ नहीं है। हे अभिषेक, कोई दोस्त नहीं इसको। जो मसीह में भाई बहन है वो ये इसके लिए भी ਤੇ ਜਿਹੜੇ ਮਸੀਹ ਦੇ ਵਿੱਚ ਭੈਣ ਭਰਾ ਨੇ ਉਹੀ ਇਹਦੇ ਲਈ ਸਭ ਨੇ। दोस्त आपको जीवन में है तो अलग बात है, दोस्त ना आपका समय खाए,
दोस्त ना आपका पवित्र जीवन खाए, ना दोस्त आपका आत्मिक जीवन को खत्म करे, ना समय को नष्ट करे। ਅਤੇ ਦੋਸਤ ਤੁਹਾਡੀ ਜ਼ਿੰਦਗੀ ਦੇ ਵਿੱਚ ਹੈਗਾ ਤਾਂ ਕੋਈ ਗੱਲ ਨਹੀਂ, ਪਰ ਦੋਸਤ ਕਦੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਪਵਿੱਤਰ ਜ਼ਿੰਦਗੀ ਨੂੰ ਖਤਮ ਨਾ ਕਰਨਾ ਅਤੇ ਤੁਹਾਡੀ ਆਤਮਿਕ ਜ਼ਿੰਦਗੀ ਨੂੰ ਖਤਮ ਨਾ ਕਰਨਾ, ਤੁਹਾਡੀ ਰੂਹਾਨੀ ਜ਼ਿੰਦਗੀ ਨੂੰ, ਤੁਹਾਡੀ ਪ੍ਰਾਰਥਨਾ ਵਾਲੇ ਜੀਵਨ ਨੂੰ ਕਦੇ ਵੀ ਖਤਮ ਜਾਂ ਖਾ ਨਾ ਜਾਣ। कईयों को मैं दोस्ती देखा है, ਕਈਆਂ ਦੀ ਮਿੱਤਰਤਾ ਦੇਖੀ ਹੈ। मैं परमेश्वर, आपका दोस्त, आपका रिलेशन, आपका समय, आपका धन, आपकी जीवन साथी, इन सब बातों में आप ध्यान देना। आपसे कभी दूर करने वाली बातें, आत्मा से दूर करने वाली बातें कौन सा है, ये परखना है, पकड़ना है, उस बात से आप चौकस रहना है। ਤੇ ਤੁਹਾਡੀ ਦੋਸਤੀ, ਤੁਹਾਡੇ ਦੋਸਤ, ਤੁਹਾਡੇ ਮਿੱਤਰ ਜਾਂ ਤੁਹਾਡੇ ਭੈਣ ਭਰਾ, ਰਿਸ਼ਤੇਦਾਰ ਜਾਂ ਜਿਹੜੇ ਵੀ ਤੁਹਾਨੂੰ ਪ੍ਰਭੂ ਤੋਂ ਦੂਰ ਕਰਦੇ, ਤੁਹਾਡੇ ਆਤਮਿਕ ਜੀਵਨ ਨੂੰ ਖਤਮ ਕਰਦੇ ਨੇ, ਉਹਨਾਂ ਗੱਲਾਂ ਵੱਲ ਤੁਸੀਂ ਵਿਸ਼ੇਸ਼ ਧਿਆਨ ਦੇਣਾ ਤੇ ਉਹਨਾਂ ਗੱਲਾਂ ਤੋਂ ਵੱਖਰੇ ਰਹਿਣਾ ਹੈ। यदि मित्र आपका आत्मा में चलने के जो विरुद्ध है तो उसको दूर रखें। ਅਤੇ ਜੇਕਰ ਤੁਹਾਡਾ ਦੋਸਤ ਰੂਹ ਦੇ ਵਿੱਚ ਚੱਲਣ ਦੇ ਵਿਰੋਧ ਦੇ ਵਿੱਚ ਆ ਤਾਂ ਉਹਦੇ ਤੋਂ ਦੂਰੀ ਬਣਾ ਕੇ ਰੱਖੋ। समय को आप देखिए, आपको समय क्यों नहीं मिल रहे? ਤੇ ਵੇਲੇ ਵੱਲ ਦੇਖੋ ਕਿ ਵੇਲਾ ਕਿਉਂ ਨਹੀਂ ਮਿਲ ਰਿਹਾ। बहुत सारे लोग बिजी 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 है सभी। ਬਹੁਤ ਸਾਰੇ ਲੋਕ ਵਿਅਸਤ 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 ਵਿਅਸਤ, ਬਹੁਤ ਵਿਅਸਤ। बिजी का मतलब पता है क्या? ਵਿਅਸਤਾ ਦਾ ਮਤਲਬ ਪਤਾ ਕੀ ਹੈ? गुलामी में, ਗੁਲਾਮ ਹੈ। being under yoke। ਅਤੇ ਇੱਕ ਗੁਲਾਮੀ ਦੇ ਵਿੱਚ ਰਹਿਣਾ ਜਾਂ ਇੱਕ ਯੋਗ, बिजी का ਜੂਏ ਦੇ ਥੱਲੇ, मतलब, ਜੂਏ ਦੇ ਥੱਲੇ ਰਹਿਣਾ। हाँ, बिजी के मतलब जुए के थल्ले रहना। ਅਤੇ ਬੀਜ਼ੀ ਦਾ ਮਤਲਬ ਹੈ ਕਿ ਜੂਏ ਦੇ ਥੱਲੇ ਬਣੇ ਰਹਿਣਾ। being under yoke, ਤੇ ਬੀਇੰਗ ਅੰਡਰ ਯੋਗ, वैसे योग नहीं, सैतानिक योग। ਅਤੇ ਉਹ ਕੋਈ ਐਦਾਂ ਵੈਦਾ ਐਸਾ ਵੈਸਾ ਕੋਈ ਜੂਆ ਨਹੀਂ ਹੈ, ਉਹ ਇੱਕ ਸ਼ੈਤਾਨੀ ਜੂਆ ਹੈ। BUSYBC, BUSYBC, being, B, being, you under, you under, S Satan, S Satan, Y yoke। Y yoke। BC मतलब being under satanic yoke। ਅਤੇ ਬੀਜ਼ੀ ਦਾ ਭਾਵ ਹੈ ਕਿ ਸ਼ੈਤਾਨ ਦੇ ਜੂਏ ਦੇ ਹੇਠ ਬਣੇ ਰਹਿਣਾ। BC के मतलब यही है। ਬੀਜ਼ੀ ਦਾ ਭਾਵ ਹੀ ਇਹ ਹੈ। लोग बिजी हैं। ਲੋਕ ਬੀਜ਼ੀ ਹੈ। किस लिए बिजी? ਕਿਸ ਦੇ ਲਈ ਬੀਜ਼ੀ ਹੈ? प्रभु के लिए बिजी, ਪ੍ਰਭੂ ਵਾਸਤੇ ਵਿਅਸਤ ਹੈ। प्रभु के लिए समय नहीं, ਪ੍ਰਭੂ ਵਾਸਤੇ ਵੇਲਾ ਨਹੀਂ, वचन पढ़ने समय नहीं, ਵਚਨ ਪੜਨ ਦਾ ਵੇਲਾ ਨਹੀਂ, प्रार्थना के लिए समय नहीं, ਦੁਆ ਕਰਨ ਦਾ ਵੇਲਾ अन्य ਨਹੀਂ, भाषा के लिए समय ਗੈਰ नहीं, ਜ਼ੁਬਾਨ ਦਾ ਵੇਲਾ ਨਹੀਂ, सेवा के लिए समय नहीं। ਸੇਵਾ ਵਾਸਤੇ ਵੇਲਾ ਨਹੀਂ। बिजी बिजी ਉਹ बिजी। ਬਸ ਵਿਅਸਤ 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 मुझे ਵਿਅਸਤ। समझ नहीं पा रहे ਮੈਂ हैं। ਸਮਝ ਨਹੀਂ ਆ ਰਿਹਾ। खुदा के लोग कभी बिजी नहीं होना ਪ੍ਰਭੂ है। ਦੇ ਲੋਕਾਂ ਦੇ ਵਿਅਸਤ ਨਾ ਹੋਣਾ। जो काम कर रहे, नौकरी कर रहे, आपके लिए धन्यवाद ਜਿਹੜੇ करते ਕੰਮ हैं। ਕਰਦੇ, ਨੌਕਰੀ ਕਰਦੇ, ਉਹਨਾਂ ਲਈ ਧੰਨਵਾਦ ਕਰਦੇ ਆ। 8 घंटे आप काम करें, 8 ਘੰਟੇ ਕੰਮ ਕਰੋ, उसके बाद में आप बिजी नहीं होना ਉਸ ਤੋਂ चाहिए। ਬਾਅਦ ਕਦੇ ਬਿਜ਼ੀ ਨਹੀਂ ਹੋਣਾ हाँ, ਚਾਹੀਦਾ। उसके बाद में समय खुदा के लिए है। ਉਸ ਤੋਂ ਬਾਅਦ ਦਾ ਵੇਲਾ ਪ੍ਰਭੂ ਦੇ ਲਈ ਹੈ। आपका गुजारा के लिए, रोटी के लिए आप काम करें 8 घंटा, उसके लिए प्रभु ने दिया हुआ नौकरी है, उसके लिए मैं परमेश्वर को धन्यवाद करते ਅਤੇ हैं। ਤੁਸੀਂ ਕੰਮ ਕਰੋ, ਆਪਦੇ ਰੋਜ਼ਾਨਾ ਜਿਹੜੇ ਕੰਮ ਹੁੰਦੇ ਨੇ, ਰੋਜ਼ਾਨਾ ਜ਼ਿੰਦਗੀ ਦੇ ਕਾਰੋਬਾਰ ਸਭ ਖਤਮ ਕਰੋ। ਉਹਦੇ ਲਈ ਪ੍ਰਭੂ ਨੇ ਵੇਲਾ ਦਿੱਤਾ ਹੋਇਆ, ਉਹਦੇ ਲਈ ਤੁਹਾਡੇ ਕਾਰੋਬਾਰ ਕੰਮ ਦੇ ਲਈ ਵੀ ਪ੍ਰਭੂ ਦਾ ਧੰਨਵਾਦ ਕਰਦੇ ਆ। उसके बाद में आपका जीवन, आपकी सब कुछ समय हम प्रभु को दें। ਅਤੇ ਉਸ ਤੋਂ ਬਾਅਦ ਦਾ ਜਿਹੜਾ ਵੇਲਾ ਗਾ ਤਾਂ ਉਹ ਸਾਰਾ ਕੁਝ ਤੁਸੀਂ ਪ੍ਰਭੂ ਨੂੰ ਦੇ ਦਿਓ। आज के लोगों को जीवन पता कैसे? ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਪਤਾ ਕਿਦਾਂ? सुबह ड्यूटी जाएंगे, ਸਵੇਰੇ ਕੰਮ ਤੇ ਜਾਣਗੇ, शाम को आएंगे, ਆਥਣੇ ਮੁੜ ਕੇ ਆਣਗੇ, रोटी खाएंगे, ਰੋਟੀ ਖਾਣਗੇ, टीवी ऑन करेंगे, ਟੀਵੀ ਚਲਾਣਗੇ, देखते रहेंगे, ਦੇਖੀ ਜਾਣਗੇ, देखते रहेंगे। ਦੇਖੀ ਜਾਣਗੇ। बेडरूम में टीवी लगाया हुआ है, ਕਮਰੇ ਦੇ ਵਿੱਚ ਟੀਵੀ ਲੱਗਿਆ ਹੋਇਆ ਹੈ, टीवी देखते 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 सो जाएंगे। ਟੀਵੀ ਵੇਂਦੇ 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 ਸੌ ਜਾਣਗੇ। सुबह उठेंगे, ਸਵੇਰੇ ਉੱਠਣਗੇ, नहाएंगे, तैयार हो जाएंगे, ਨਹਾ ਕੇ ਤਿਆਰ ਹੋ ਜਾਣਗੇ, परोठे खाएंगे, ਪਰੌਂਠੇ ਖਾਣਗੇ, ड्यूटी जाएंगे, ਕੰਮ ਤੇ ਜਾਣਗੇ, रात को आएंगे, ਮੁੜ ਕੇ ਆਣਗੇ, बस यही है। ਬਸ ਫੇਰ ਟੀਵੀ। जिंदगी बर्बाद है, ਜ਼ਿੰਦਗੀ ਖਤਮ ਹੈ। शैतान ने बर्बाद कर रखा है। ਸ਼ੈਤਾਨ ਨੇ ਜ਼ਿੰਦਗੀ ਖਤਮ ਕਰ ਛੱਡੀ। आप समय को ढूंढ देखना है। ਤੁਸੀਂ ਵੇਲੇ ਵੱਲ ਧਿਆਨ ਦੇਣਾ अभी ਹੈ। आपका जवानी समय है, ਹੁਣ ਤੁਹਾਡਾ ਜਵਾਨੀ ਦਾ ਵੇਲਾ अभी ਹੈ, आपका समय है। ਇਹ ਤੁਹਾਡਾ ਵੇਲਾ ये ਹੈ। समय नष्ट नहीं करना है, ਇਹ ਸਮਾਂ ਬਰਬਾਦ ਨਹੀਂ ये ਕਰਨਾ, मौका समय बर्बाद नहीं करना ਇਹ है, ਸਮੇਂ ਇਹ ਵੇਲਾ ਖਰਾਬ ਨਹੀਂ ਕਰਨਾ, ये यूटिलाइज करना है, ਅਤੇ ਇਸ ਨੂੰ ਸੰਭਾਲ ਕੇ ਰੱਖਣਾ ਹੈ। इस्तेमाल करना है, ਇਹਨੂੰ ਵਰਤਣਾ ਵੀ ਹੈ, यूज करना है ਇਹਨੂੰ ਵਰਤਣਾ ਹੈ प्रभु के लिए, ਪ੍ਰਭੂ ਦੇ ਵਾਸਤੇ, खुदा के लिए। ਪਰਮੇਸ਼ਵਰ ਦੇ ਵਾਸਤੇ। प्रभु के लोग जब मरेंगे स्वर्ग जाएंगे, ਪ੍ਰਭੂ ਦੇ ਲੋਕ ਜਦੋਂ ਮਰਨਗੇ ਸਵਰਗ ਜਾਣਗੇ, तुम्हें पूछेंगे, ਤੁਹਾਨੂੰ ਪੁੱਛਣਗੇ, मैं तुम्हें समय दिया था, ਮੈਂ ਤੈਨੂੰ ਵੇਲਾ ਦਿੱਤਾ मैं ਸੀ, तुम्हें सेवा दिया ਮੈਂ था, ਤੈਨੂੰ ਸੇਵਾ ਦਿੱਤੀ ਸੀ,
मैं तेरे को धन दिया, मैं ਤੈਨੂੰ ਪੈਸੇ ਦਿੱਤੇ ਸੀ, मैं तुम्हें सब कुछ दिया ਮੈਂ है, ਤੈਨੂੰ ਸਾਰਾ ਕੁਝ ਹੀ ਦਿੱਤਾ ਸੀ। दे दो हिसाब, ਦਿਓ ਬਈ ਲੇਖਾ ਜੋਖਾ, हिसाब दो। ਲੇਖਾ ਜੋਖਾ ਦਿਓ। क्या हिसाब देंगे बताओ? ਕੀ ਲੇਖਾ ਦੇਵਾਂਗੇ ਦੱਸੋ? स्वर्ग में बैंक है, ਸਵਰਗ ਦੇ ਵਿੱਚ ਬੈਂਕ ਹੈ, खाते हैं आपका, ਖਾਤਾ ਵੀ ਹੈ ਤੁਹਾਡਾ, जहाँ जंग नहीं लगते हैं, जहाँ कीड़ी नहीं लगते हैं, ਅਤੇ ਜਿੱਥੇ ਨਾ ਤਾਂ ਜੰਗਾਲ ਲੱਗਦੀ ਹੈ ਨਾ ਕੀੜੇ ਲੱਗਦੀ ਆ, ना कीड़ी खाएंगे। ਨਾ ਕੋਈ ਕੀੜੇ ਖਾਂਦੇ ਆ। यहाँ पे सोना जंग लगेगा। ਇੱਥੇ ਸੋਨਾ ਹੋਵੇ ਜੰਗ ਲੱਗ ਜੂ। ये धरती आग के लिए रखा हुआ ਇਹ है, ਧਰਤੀ ਅੱਗ ਵਾਸਤੇ ਰੱਖੀ ਹੋਈ ਹੈ, पैसा खत्म हो जाएंगे। ਪੈਸੇ ਮੁੱਕ ਜਾਣਗੇ। आज एक देखा एक बिल्डिंग में आग लगते हुए, ਅੱਜ ਦੇਖਿਆ ਇੱਕ ਇਮਾਰਤ ਮੱਚਦੀ ਹੋਈ, मानसा रोड पे करोड़ों को नष्ट हो गया है। ਮਾਨਸਾ ਰੋਡ ਤੇ ਕਰੋੜਾਂ ਦੀ ਉਹ ਇੱਕ ਵੱਡਾ महिंद्रा एजेंसी में आग लगी, पता नहीं कितनी गाड़ियां सब जल गई, ਤੇ खत्म हो ਮਹਿੰਦਰਾ गई। ਦੀ ਏਜੰਸੀ ਦੇ ਵਿੱਚ ਅੱਗ ਲੱਗ ਗਈ, ਪਤਾ ਨਹੀਂ ਕਿੰਨੀਆਂ ਗੱਡੀਆਂ ਮੱਚ ਗਈਆਂ। करोड़ों अरबों की नष्ट हो गई। ਕਰੋੜਾਂ ਅਰਬਾਂ ਦਾ ਨੁਕਸਾਨ ਹੋ ਗਿਆ। इस तरह एक दिन आग लगेगा धरती पर। ਇਸ ਤਰ੍ਹਾਂ ਹੀ ਮਨੋ ਇਸ ਧਰਤੀ ਉੱਤੇ ਵੀ ਅੱਗ ਲੱਗੇਗੀ ਇੱਕ ਦਿਨ। ऐसा बम रखा हुआ, एक बम से धरती उड़ जाएंगे। ਇਸ ਤਰੀਕੇ ਦੇ ਬੰਬ ਬਰੂਦ ਰੱਖਿਆ ਹੋਇਆ ਕਿ ਇੱਕ ਬਰੂਦ ਨਾਲ ਹੀ ਖਤਮ ਹੋ ਜਾਏਗਾ ਸਭ। बाइबल भी यही कहते हैं, धरती आग के लिए रखा ਤੇ हुआ ਬਾਣੀ है। 'ਚ ਵੀ ਇਹੀ ਲਿਖਿਆ ਧਰਤੀ ਅੱਗ ਵਾਸਤੇ ਰੱਖੀ ਹੈ। तुम्हारा धन स्वर्ग में हो, जहाँ ना कीड़ी खाएंगे, ना जंग लगेगा। ਅਤੇ ਤੁਹਾਡੇ ਜਿਹੜਾ ਧਨਮਾਲ ਆ ਉਹ ਸਾਰਾ ਸਵਰਗ ਦੇ ਵਿੱਚ ਹੋਵੇ, ਨਾ ਤਾਂ ਜੋ ਸਿਉਂਖ ਲੱਗਦੀ ਹੈ, ਨਾ ਕੀੜੀ ਲੱਗਦੀ ਹੈ, ਨਾ ਹੀ ਜੰਗਾਲ ਲੱਗਦੀ ਹੈ। जो आत्मा पाए भी लोग इस बात को जानते समझते हैं। ਤੇ ਜਿਹੜੇ ਰੂਹ ਨੂੰ ਪ੍ਰਾਪਤ ਕੀਤੇ ਲੋਕ ਨੇ ਇਸ ਗੱਲ ਨੂੰ ਜਾਣਦੇ जो ਸਮਝਦੇ ਨੇ। आत्मा में चलते वो केवल इस बात को जानते ਅਤੇ हैं। ਜਿਹੜੇ ਆਤਮਾ ਦੇ ਵਿੱਚ ਰੂਹ ਦੇ ਵਿੱਚ ਚੱਲਦੇ ਨੇ ਉਹ ਇਸ ਗੱਲ ਨੂੰ ਜਾਣਦੇ जब हम ਪਛਾਣਦੇ ਨੇ। स्वर्ग में जाएंगे, ਜਦੋਂ ਇਸ ਸਵਰਗ ਜਾਵਾਂਗੇ परमेश्वर हमें हिसाब पूछेंगे, ਪ੍ਰਭੂ ਸਾਡੇ ਤੋਂ ਲੇਖਾ ਜੋਖਾ उस ਲਊਗਾ। हिसाब से हमें स्वर्ग में जगह ਉਸੇ मिलेगी। ਲੇਖੇ ਦੇ ਹਿਸਾਬ ਦੇ ਨਾਲ ਸਾਨੂੰ ਜਗ੍ਹਾ ਮਿਲੂਗੀ ਸਵਰਗ 'ਚ। इंडिया में, ਇੰਡੀਆ 'ਚ हमारे इंडिया में क्लास 1 ऑफिसर है, क्लास 2, क्लास 3, क्लास 4 है। ਅਤੇ ਆਪਣੇ ਭਾਰਤ ਦੇਸ਼ ਦੇ ਵਿੱਚ ਕਲਾਸ 1 ਅਫਸਰ ਨੇ, ਕਲਾਸ 2 ਹੈ, ਕਲਾਸ 3 ਹੈ, ਕਲਾਸ 4 ਵੀ ਹੈ। IAS, IPS ये सब क्लास 1 में आते हैं। IAS IPS ਇਹ ਸਾਰੇ ਕਲਾਸ 1 ਚ ਆਉਂਦੇ ਨੇ। या PhD किया, ये भी क्लास 1 में आते ਤੇ हैं। ਜਿਹੜੇ PhD ਕੀਤੇ ਵੀ ਫਸਟ ਕਲਾਸ ਚ ਆਉਂਦੇ ਨੇ। सेकंड क्लास आते हैं ऑफिसर लोग, ਤੇ ਦੂਜੀ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦੇ ਅਫਸਰ ਲੋਕ ਨੇ, मैनेजर वगैरह हैं, ये ਮੈਨੇਜਰ सब ਵਗੈਰਾ। क्लास 2 है। ਇਹ ਦੂਜੀ ਸ਼੍ਰੇਣੀ ਚ ਹੈ। क्लास 3 आते हैं क्लर्क वगैरह ਤੇ हैं। ਤੀਜੀ ਸ਼੍ਰੇਣੀ ਦੇ ਵਿੱਚ ਜਿਹੜੇ ਕਲਰਕ ਵਗੈਰਾ ਨੇ ਉਹ ਆਉਂਦੇ ਨੇ। क्लास 4 आते हैं पियून हैं। ਤੇ ਜਿਹੜੇ ਚੌਥੀ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਉਹ ਪਿਊਨ ਨੇ। वो पियून को क्या काम है? ਪਿਊਨ ਦਾ ਕੀ ਕੰਮ ਹੈ? पानी पिलाना, फाइल पकड़ाना। ਪਾਣੀ ਪਿਆਤਾ, ਫਾਈਲਾਂ ਫੜਾਤੀਆਂ। उसको भी नीचे और भी क्लास है। ਉਹਦੇ ਤੋਂ ਵੀ ਥੱਲੇ ਇੱਕ ਹੋਰ ਵੀ ਜ਼ਿਆਦਾ श्रेणी है। वो झाड़ू करना, पोछा करना, झाड़ू पोछा करना, इस तरह की एक श्रेणी है। इस तरह क्लास बदला, इस तरह अपनी स्टैंडर्ड के अनुसार या एजुकेशन के अनुसार क्लास रखा हुआ है। फर्स्ट क्लास, सेकंड क्लास, थर्ड क्लास, फोर्थ क्लास, फिफ्थ क्लास। ਅਤੇ ਆਪਣੀ ਆਪਣੀ ਪੜ੍ਹਾਈ ਲਿਖਾਈ ਦੇ ਮੁਤਾਬਿਕ ਉਹਨਾਂ ਨੇ ਸ਼੍ਰੇਣੀਆਂ ਬਣਾਈਆਂ ਨੇ। ਪਹਿਲੀ ਸ਼੍ਰੇਣੀ, ਦੂਜੀ ਸ਼੍ਰੇਣੀ, ਤੀਜੀ ਸ਼੍ਰੇਣੀ, ਚੌਥੀ ਸ਼੍ਰੇਣੀ, ਪੰਜਵੀਂ ਸ਼੍ਰੇਣੀ। ये क्लास स्वर्ग में भी होगा। ਅਤੇ ਇਹ ਜਿਹੜੇ ਸ਼੍ਰੇਣੀਆਂ ਸਵਰਗ 'ਚ ਵੀ ਹੈ। आपने तौबा किया, बपतिस्मा ले लिया, यीशु मसीह में रहते हैं, जरूर स्वर्ग जाएंगे। ये नहीं कहते स्वर्ग नहीं ਤੇ जाएंगे। ਤੁਸੀਂ ਤੌਬਾ ਕਰ ਲਈ, ਬਪਤਿਸਮਾ ਲੈ ਲਿਆ, ਜ਼ਰੂਰ ਯੀਸ਼ੂ ਤੇ ਵਿਸ਼ਵਾਸ ਕਰਦੇ ਜ਼ਰੂਰ ਤੁਸੀਂ ਸਵਰਗ ਜਾਓਗੇ। ਇਹ ਨਹੀਂ ਕਹਿੰਦੇ ਕਿ ਨਹੀਂ ਜਾਂਦੇ। यीशु के लिए सब कुछ छोड़कर, ਯੀਸ਼ੂ ਦੇ ਲਈ ਸਾਰਾ ਕੁਝ ਛੱਡ ਕੇ, सब कुछ छोड़कर, ਸਾਰਾ ਕੁਝ ਛੱਡ ਕੇ, इस जिंदगी छोड़कर, ਇਹ ਜ਼ਿੰਦਗੀ ਛੱਡ ਕੇ, इस दुनिया की सब कुछ ਇਹ छोड़कर, ਦੁਨੀਆਦਾਰੀ ਦਾ ਸਾਰਾ ਕੁਝ जो ਛੱਡ ਕੇ, प्रभु को पीछे चलते हैं, ਜਿਹੜੇ ਪ੍ਰਭੂ ਦੇ ਮਗਰ ਚੱਲਦੇ ਨੇ, उनके लिए परमेश्वर टॉप लेवल में रखा ਤੇ हुआ। ਉਹਦੇ ਲਈ ਪਰਮੇਸ਼ਰ ਨੇ ਸਭ ਤੋਂ ਪਹਿਲੀ ਸ਼੍ਰੇਣੀ ਰੱਖੀ ਹੋਈ ਹੈ। पतरस मछुआरे थे, ਪਤਰਸ ਮੱਛੀਆਂ ਫੜਨ ਵਾਲਾ ਸੀ। चेलों में अधिक लोग भी मछुआरे ਅਤੇ थे। ਚੇਲਿਆਂ ਦੇ ਵਿੱਚ ਜ਼ਿਆਦਾਤਰ ਲੋਕ ਮੱਛੀਆਂ ਫੜਨ ਵਾਲੇ ਸੀ। लूका का छोड़ के बाकी सब मछुआरे ਬਸ थे। ਇੱਕ ਲੂਕਾ ਨੂੰ ਛੱਡ ਕੇ ਬਾਕੀ ਸਾਰੇ ਮਛੁਆਰੇ ਸੀ। लूका डॉक्टर था। ਲੂਕਾ ਇੱਕ ਵੈਦ ਸੀ। इस मछुआरे मछली पकड़ते थे, ये सब कुछ छोड़कर पतरस ने मच्छी भी छोड़ दिया, किश्ती भी छोड़ दिया, जाल भी छोड़ दिया, सब कुछ छोड़कर यीशु को पीछे चला है। ਅਤੇ ਜਿਹੜੇ ਮਛੁਆਰੇ ਸੀ ਮੱਛੀਆਂ ਫੜਦੇ ਸੀਗੇ ਤੇ ਪਤਰਸ ਨੇ ਆਪਦੇ ਜਾਲ ਨੂੰ ਛੱਡਦਾ, ਮੱਛੀਆਂ ਛੱਡਤੀਆਂ, ਆਪਦੀ ਬੇੜੀ ਕਿਸ਼ਤੀ ਸਭ ਛੱਡ ਦਿੱਤਾ। यीशु के साथ चल रही है। ਯੀਸ਼ੂ ਦੇ ਨਾਲ ਚੱਲਿਆ। यीशु से पूछा, ਯੀਸ਼ੂ ਨੂੰ ਪੁੱਛਿਆ, प्रभु ਪ੍ਰਭੂ ਜੀ हमें क्या मिलेगा, तेरे साथ चल रही है। ਸਾਨੂੰ ਕੀ ਮਿਲੂਗਾ, ਅਸੀਂ ਤੇਰੇ ਮਗਰ ਚੱਲ ਰਹੇ ਹਾਂ। हमारा प्रॉब्लम था इन शिष्यों को भी, ਸਾਡਾ ਹੀ ਵਾਲੀ ਮੁਸ਼ਕਿਲ ਇਹਨਾਂ ਨੂੰ ਵੀ ਸੀ। हमें भी यही, हमें क्या मिलेगा। ਸਾਨੂੰ ਵੀ ਇਹੀ ਹੈ ਕਿ ਸਾਨੂੰ ਕੀ ਮਿਲੂਗਾ।
कईयों के अंदर एक क्वेश्चन है, हमें क्या मिल सकता है? ਕਈਆਂ ਦੇ ਅੰਦਰ ਇਹ ਸਵਾਲ ਹੈ ਕਿ ਸਾਨੂੰ ਕੀ ਮਿਲੂਗਾ। हम 8 घंटे नौकरी किया, ਅਸੀਂ 8 ਘੰਟੇ ਕੰਮ ਕੀਤਾ, मिलेगा 500 रुपए। 500 रुपए मिलूगा। लेकिन यीशु को पीछे चलते इनको क्या मिलता है? पर यीशु ਦੇ ਮਗਰ ਚੱਲ ਰਹੇ ਆ, ਉਹ ਕੀ ਮਿਲੂਗਾ? प्रभु जानते हैं ये पेट भर के रोटी खाते कि नहीं खाते हैं। ਤੇ ਪ੍ਰਭੂ ਜਾਣਦਾ ਹੈ ਢਿੱਡ ਭਰ ਕੇ ਰੋਟੀ ਖਾਂਦੇ ਕਿ ਨਹੀਂ। जब 5 रोटी से 2 मछली से हजारों को खिलाए, 12 ठोकरी इनके हाथ में आ गए थे भर के, तो बड़े खुश हो गए थे। ਤੇ ਜਦੋਂ 5 ਰੋਟੀ ਤੇ 2 ਮੱਛੀਆਂ ਦੇ ਨਾਲ 5000 ਲੋਕਾਂ ਨੂੰ ਖਵਾਇਆ, ਫਿਰ 12 ਟੋਕਰੀਆਂ ਭਰੀਆਂ ਵੀ ਬਚੀਆਂ ਤਾਂ ਬੜੇ ਖੁਸ਼ ਹੋਏ। मैं विश्वास करता हूँ उस समय इन्होंने पेट भर के रोटी खाया अच्छी तरह। ਤੇ ਮੈਂ ਵਿਸ਼ਵਾਸ ਕਰਦਾ ਕਿ ਉਸ ਵੇਲੇ ਇਹਨਾਂ ਨੇ ਰੋਟੀ ਬਹੁਤ ਵਧੀਆ ਤਰੀਕੇ ਨਾਲ ਚੰਗੀ ਖਾਧੀ। लेकिन इस शिष्य लोग यीशु से पूछा हमें आखिर में क्या मिलेगा? ਪਰ ਇਹਨਾਂ ਚੇਲਿਆਂ ਨੇ ਯੀਸ਼ੂ ਨੂੰ ਆ ਕੇ ਪੁੱਛਿਆ ਕਿ ਸਾਨੂੰ ਅਖੀਰ ਦੇ ਵਿੱਚ ਕੀ ਮਿਲੂਗਾ। यीशु ने बताया ਯੀਸ਼ੂ ਨੇ ਆਖਿਆ तुम मेरे साथ ਤੁਸੀਂ ਮੇਰੇ ਨਾਲ स्वर्ग में ਸਵਰਗ ਦੇ बैठकर ਵਿੱਚ ਬਹਿ ਕੇ मेरे साथ बैठकर, ਮੇਰੇ ਨਾਲ ਬਹਿ ਕੇ, ये नहीं कि मेरे साथ दूर बैठेंगे, ਇਹ ਨਹੀਂ ਹੈਗਾ ਕਿ ਮੇਰੇ ਤੋਂ ਵੱਖਰੇ मेरे ਦੂਰ साथ ਲਾਂਭੇ स्वर्ग में ਉਹਨੇ ਕਿਹਾ बैठकर ਮੇਰੇ ਕੋਲ ਸਵਰਗ ਦੇ ਵਿੱਚ इस्राएल की 12 गोत्र को न्याय करेंगे। ਇਜ਼ਰਾਈਲ ਦੇ 12 ਗੋਤਰਾਂ ਦਾ ਤੁਸੀਂ ਕਬੀਲਿਆਂ ਦਾ ਨਿਆਂ ਕਰੋਗੇ। हालेलुया। इससे श्रेष्ठ क्या पदवी है? ਤੇ ਇਹਦੇ ਤੋਂ ਵੱਡੀ ਕਿਹੜੀ ਪਦਵੀ स्वर्ग ਹੈ? में टॉप लेवल, ਸਵਰਗ ਦੇ ਵਿੱਚ ਸਭ ਤੋਂ ਉੱਚਾ ਲੈਵਲ, क्लास 1 ऑफिसर। ਪਹਿਲੀ ਕਲਾਸ ਦੇ ਅਫਸਰ। फिर क्लास 2 है, ਫਿਰ ਦੂਜੀ ਸ਼੍ਰੇਣੀ ਹੈ, क्लास 3 है, ਤੀਜੀ ਸ਼੍ਰੇਣੀ ਹੈ, क्लास 4 है। ਚੌਥੀ ਸ਼੍ਰੇਣੀ ਵੀ ਹੈ। ये हल्का फुल्का विश्वासी है। ਇਹ ਹਲਕੇ आपको ਫੁਲਕੇ पता ही ਵਿਸ਼ਵਾਸ। है, मैं बताना नहीं चाहते, मसीह में आने के बाद में टेढ़े चलते, टेढ़े करते, टेढ़े मेरे मेरे काम करते हैं, ये सब सबसे नीचे वो लेवल में काम करने वाले लोगों को समान होगा स्वर्ग में। हमें कुर्सी भी नहीं मिलेगा, कई कारपेट में बैठना पड़ते हैं। ਅਤੇ ਤੁਹਾਨੂੰ ਦੱਸ ਦਿਆਂਗੇ ਕਿ ਜਿਹੜੇ ਹਲਕੇ ਫੁਲਕੇ ਵਿਸ਼ਵਾਸੀ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੀ ਹੈਗਾ ਕਿ ਪ੍ਰਭੂ ਦੇ ਵਿੱਚ ਆ ਕੇ ਵੀ ਸਹੀ ਨਹੀਂ ਚੱਲਦੇ, ਟੇਢੇ ਮੇਢੇ ਚੱਲਦੇ ਹੈਗੇ, ਤੇ ਉਹਨਾਂ ਨੂੰ ਜਿਵੇਂ ਸਭ ਤੋਂ ਥੱਲੇ ਰਹਿਣ ਵਾਲੇ ਥੱਲੇ ਕਰਮਚਾਰੀ ਜਿਹੜੇ ਕੰਮ ਕਰਦੇ ਨੇ, ਸਭ ਤੋਂ ਨੀਵੇਂ ਕਰਮਚਾਰੀਆਂ ਦੇ ਵਾਂਗ ਇਹਨਾਂ ਨੂੰ ਰੱਖਿਆ ਜਾਊਗਾ। ਕੀ ਦੱਸਿਆ, ਕੁਰਸੀ ਵੀ ਨਹੀਂ ਬੈਠਣ ਨੂੰ ਮਿਲੂਗੀ, ਉੱਥੇ ਥੱਲੇ ਕਾਰਪੇਟ ਤੇ ਬਹਿਣਾ ਪਊਗਾ। आपका विश्वास छोड़ दो, इस धरती पर आप रहेंगे। ਤੇ ਤੁਸੀਂ ਵਿਸ਼ਵਾਸ ਛੱਡ ਦੋ, ਧਰਤੀ ਤੇ ਜ਼ਰੂਰ कईयों को शैतान ने बांध रखा हुआ है, ਕਈਆਂ ਨੂੰ ਸ਼ੈਤਾਨ ਨੇ ਤਾਂ ਬੰਨਿਆ ਹੋਇਆ ਹੈ, कईयों को जीवन में यही विचार ਤੇ है ਕਈਆਂ ਦੇ ਜ਼ਿੰਦਗੀ 'ਚ ਖਿਆਲ ਹੀ ਇਹ ਹੈ बढ़िया कोठी बनाऊंगा, ਵਧੀਆ ਕੋਠੀ ਪਾਵਾਂਗੇ, मैं BMW कार ले लूंगा, BMW ਮਹਿੰਗੀ ਕਾਰ ਲਊਂਗਾ, मैं हाथी ले लूंगा, ਮੈਂ ਹਾਥੀ ਲੈ मैं ਲੂੰਗਾ, हाथी के ऊपर ਹਾਥੀ चलूंगा। ਉੱਤੇ ਚੱਲੂੰਗਾ। ये विचार के साथ बैठते ਇਹ हैं। ਖਿਆਲ ਦੇ ਨਾਲ ਬਹਿੰਦੇ ਨੇ। लेकिन एक कोरोना है आए हैं, ਅਤੇ ਇੱਕ ਕਰੋਨਾ ਵਾਇਰਸ ਆਇਆ, 1 ग्राम कोरोना, 1 ਗ੍ਰਾਮ ਕਰੋਨਾ। 1 ग्राम कोरोना कितना होता है? 1 ਗ੍ਰਾਮ ਕਿੰਨਾ ਕੁ ਹੁੰਦਾ ਹੈ? 1 ग्राम सोना कितना है? 1 ਗ੍ਰਾਮ ਸੋਨਾ ਕਿੰਨਾ ਕੁ ਹੈ? 1 ग्राम कोरोना 1 चम्मच के अंदर आ सकते हैं। ਅਤੇ 1 ਗ੍ਰਾਮ ਕਰੋਨਾ ਇੱਕ ਚਮਚੇ ਦੇ ਛੋਟੇ ਚਮਚ ਦੇ ਵਿੱਚ ਵੀ ਆ ਸਕਦਾ ਹੈ। बच्चे को जो दूध की चीज खिलाते हैं वो छोटे चम्मच में 1 ग्राम कोरोना आ सकते हैं। ਅਤੇ ਜਿਹੜੇ ਬੱਚਿਆਂ ਦੇ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਖਵਾਉਣ ਵਾਲੇ ਚਮਚੇ ਹੁੰਦੇ ਆ, ਉਹਨਾਂ ਦੇ ਵਿੱਚ 1 ਗ੍ਰਾਮ ये ਕਰੋਨਾ जो वायरस है इसको इकट्ठे करेगा तो पूरी दुनिया का वायरस को इकट्ठे करेगा तो एक चम्मच, छोटे चम्मच के अंदर आ जाएंगे। ਅਤੇ ਜੇਕਰ ਪੂਰੀ ਦੁਨੀਆ ਦੇ ਵਾਇਰਸ ਨੂੰ ਵੀ ਇਕੱਠੇ ਕੀਤਾ ਜਾਵੇ ਤਾਂ ਜਿਹੜੇ ਛੋਟੇ ਚਮਚ ਦੇ ਵਿੱਚ ਬੱਚਿਆਂ ਵਾਲਾ ਛੋਟਾ ਚਮਚ ਹੁੰਦਾ ਹੈ, ਉਹਦੇ ਵਿੱਚ ਹੀ ਆ वो ਜਾਊਗਾ। वायरस पूरा दुनिया को खत्म कर रही है। ਉਹ ਵਾਇਰਸ ਪੂਰੀ ਦੁਨੀਆ ਨੂੰ ਤਬਾਹ ਕਰ ਰਿਹਾ ਹੈ। हमारे अंदर दो चार वायरस काफी हैं, हमें दिखाई भी नहीं देते हैं, इतनी छोटे वायरस से हमें खत्म करेंगे। ਅਤੇ ਸਾਡੀ ਜ਼ਿੰਦਗੀ ਦੇ ਵਿੱਚ 1-2 ਵਾਇਰਸ ਹੀ ਬਥੇਰੇ ਆ, ਉਹ ਇੰਨੇ ਜ਼ਿਆਦਾ ਬਰੀਕ ਹੁੰਦੇ ਨੇ ਕਿ ਦਿਖਦੇ ਵੀ ਨਹੀਂ, ਅਤੇ ਸਾਡੀ ਜ਼ਿੰਦਗੀ ਤਬਾਹ ਕਰ ਦੇਣਗੇ, इस ਖਤਮ ਕਰ धरती की ਦੇਣਗੇ। जिंदगी 4 दिन के लिए है। ਇਹ ਧਰਤੀ ਦੇ ਉੱਤੇ 4 ਦਿਨਾਂ ਦੀ ਜ਼ਿੰਦਗੀ तुम ਹੈ। कुछ भी बनाओ छोड़ना पड़ेगा। ਤੁਸੀਂ ਜੋ ਮਰਜ਼ੀ ਬਣਾ ਲਓ, ਛੱਡਣਾ ਹੀ ਪਊਗਾ। धन इकट्ठे करो, ਧਨ ਮਾਲ ਇਕੱਠਾ ਕਰੋ, चाहे जिस जो भी सुविधा में आप रहो छोड़ना पड़ेगा। ਤੇ ਭਾਵੇਂ ਜਿੱਡੀ ਮਰਜ਼ੀ ਵੱਡੀ ਸੁਵਿਧਾ ਵਿੱਚ ਰਹੋ, ਉਹ ਸਾਰੀ ਛੱਡਣੀ ਪਊ। लेकिन सब बातों से बढ़कर एक बात मैं कहना चाहते ਪਰ हैं, ਸਾਰੀਆਂ ਗੱਲਾਂ ਤੋਂ ਵੱਧ ਕੇ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, चाहे आपके पास सुविधा नहीं है आप घबराने की जरूरत नहीं ਭਾਵੇਂ है। ਤੁਹਾਡੇ ਕੋਲ ਸਹੂਲਤਾਂ ਹੈ ਨਹੀਂ, ਤੁਸੀਂ ਘਬਰਾਓ ਨਾ। आपका भोजन, कपड़े, रहने के स्थान जरूर परमेश्वर देंगे। ਅਤੇ ਤੁਹਾਨੂੰ ਖਾਣਾ ਅਤੇ ਰਹਿਣ ਦੀ ਜਗ੍ਹਾ ਅਤੇ ਤੁਹਾਡੇ ਕੱਪੜਿਆਂ ਦਾ ਬੰਦੋਬਸਤ ਪਰਮੇਸ਼ਰ ਖੁਦ ਕਰੂਗਾ। यीशु भी यही कहते हैं, इससे तुम खुश होना ਤੇ है। ਯੀਸ਼ੂ ਨੇ ਵੀ ਇਹ ਆਖਿਆ, ਇਹਦੇ ਚੋਂ ਇਹਨਾਂ ਗੱਲਾਂ ਨਾਲ ਖੁਸ਼ ਹੋ ਜਾਓ। भोजन मिले, ਖਾਣਾ ਮਿਲੇ, कपड़े मिले, ਲੀੜੇ ਮਿਲੇ, रहने के स्थान मिले, ਰਹਿਣ ਦੀ ਥਾਂ ਮਿਲੇ, खुश हो जाओ। ਬਸ ਇੰਨੇ 'ਚ ਖੁਸ਼ ਹੋ ਜਾਓ। इससे ज्यादा सोचना नहीं ਇਹ ਤੋਂ है। ਜ਼ਿਆਦਾ ਨਾ ਹੀ ਸੋਚੋ। यदि मिलेगा तो तू ले ले, ਜੇ ਤੁਹਾਨੂੰ ਮਿਲਦਾ ਤਾਂ ਲੈ ਲਓ, कोई गलती नहीं है। ਕੋਈ ਗਲਤ ਨਹੀਂ ਹੈ, लेकिन रहेगा नहीं है, ਪਰ ਉਹ ਰਹਿੰਦਾ ਨਹੀਂ, छोड़ना पड़ेगा। ਛੱਡਣਾ ਪਊਗਾ।
पत्नी को छोड़ेंगे, पति को छोड़ेंगे, बच्चों को छोड़ेंगे, बहू सास को छोड़ेंगे, सबको छोड़ेंगे, सारे सभी को छोड़ के जाना ਤੇ पड़ेंगे। ਘਰ ਵਾਲੀ ਛੱਡਾਂਗੇ, ਘਰ ਵਾਲੇ ਨੂੰ ਛੱਡਾਂਗੇ, ਨਿਆਣਿਆਂ ਨੂੰ ਛੱਡਾਂਗੇ, ਨੌ ਸੱਸ ਨੂੰ ਛੱਡਾਂਗੇ, ਸਾਰੇ ਰਿਸ਼ਤੇਦਾਰ ਭੈਣ ਭਰਾ ਜਿੰਨੇ ਵੀ ਹੈ ਸਾਰਿਆਂ ਨੂੰ ਛੱਡ ਕੇ ਜਾਣਾ ਪਊਗਾ। मेरी पत्नी सोच रहे जिंदगी भर मैं इनके साथ रहेंगी, ਤੇ ਪ੍ਰਭੂ ਦੀ ਦਾਸੀ ਸੋਚ ਰਹੇ ਜ਼ਿੰਦਗੀ ਭਰ ਆਪਸ ਵਿੱਚ ਇਕੱਠੇ ਰਹਿਣਗੇ। लेकिन एक दिन ऐसे समय आएंगे मैं इनसे अलग हो जाएंगे, ये मेरे से अलग हो जाएंगे। ਤੇ ਇੱਕ ਵੇਲਾ ਇਹੋ ਜਿਹਾ ਵੀ ਆਊਗਾ ਜੋ ਦੋਵੇਂ ਵੱਖਰੇ ਵੱਖਰੇ ਹੋ ये ਜਾਣਗੇ। नहीं पता कल है परसों ने कब है। ਇਹ ਨਹੀਂ ਪਤਾ ਕਿ ਕਦੋਂ ਵੀ ਹੋ ਸਕਦਾ। जब प्रभु बुलाएंगे हमें जाना ਤੇ पड़ेगा। ਜਦੋਂ ਪ੍ਰਭੂ ਸੱਦਣਗੇ ਜਾਣਾ ਪਊਗਾ। मैं ऐसे बातें करते इनको बिल्कुल पसंद नहीं है। ਤੇ ਇਹੋ ਜਿਹੀਆਂ ਗੱਲਾਂ ਇਹ ਬਿਲਕੁਲ ਪਸੰਦ ਵਾਲੀਆਂ ਗੱਲਾਂ ਨਹੀਂ ਹੈ। इसलिए आपको बता रहे हैं आपका प्यारी बीवी को छोड़ना पड़ेगा, ਇਸ ਕਰਕੇ ਤੁਹਾਨੂੰ ਦੱਸ ਰਿਹਾ ਕਿ ਤੁਹਾਡੇ ਘਰ ਵਾਲੀ ਨੂੰ ਤੁਹਾਨੂੰ ਛੱਡਣਾ ਪਊਗਾ। पूजा इसको भी छोड़ना पड़ेगा, ਪੂਜਾ ਨੂੰ ਵੀ ਰੋਜ਼ ਛੱਡਣਾ ਪਊਗਾ। सबको छोड़ना पड़ेंगे। ਸਾਰਿਆਂ ਨੂੰ ਛੱਡਣਾ आपका ਪਊਗਾ। प्यारे पति पत्नी सबको छोड़ेंगे ਤੇ आप, ਤੁਹਾਡੇ ਪਿਆਰੇ ਘਰ ਵਾਲਾ ਘਰ ਵਾਲੀਆਂ ਸਾਰਿਆਂ ਨੂੰ ਛੱਡਣਾ ਪਊਗਾ। बठिंडा भी छोड़ेंगे, ਬਠਿੰਡਾ ਵੀ ਛੱਡੋਗੇ, पंजाब भी छोड़ देंगे, ਪੰਜਾਬ ਵੀ ਛੱਡਾਂਗੇ, सब कुछ छोड़ना ਸਾਰਾ पड़ेगा। ਕੁਝ ਹੀ ਛੱਡਣਾ ਪਊਗਾ। तो स्वर्ग के लिए यो याद रखें, स्वर्ग वास्ते याद रखो। अब आज से अपना जीवन प्रभु के लिए स्वर्ग के लिए समर्पण करें। ਅੱਜ ਤੋਂ ਤੁਸੀਂ ਆਪਣੀ ਜ਼ਿੰਦਗੀ ਪ੍ਰਭੂ ਵਾਸਤੇ ਸਵਰਗ ਵਾਸਤੇ ਅਰਪਣ ਕਰ ਲਓ। आनंद जीवन के लिए आप सोचना है, ਸਦੀਪਕ ਜ਼ਿੰਦਗੀ ਬਾਰੇ ਸੋਚਣਾ ਹੈ। रात को सोते वक्त प्रार्थना करके सोना ਤੇ है, ਰਾਤ ਨੂੰ ਸੌਣ ਤੋਂ ਪਹਿਲਾਂ ਦੁਆ ਕਰਕੇ ਸੌਣਾ ਹੈ। प्रभु से प्रार्थना करना है। ਪ੍ਰਭੂ ਅੱਗੇ ਦੁਆ ਕਰ। प्रभु आज रात तेरे आगमन है तो ਜੇ ਪ੍ਰਭੂ ਅੱਜ ਰਾਤ ਨੂੰ ਤੁਸੀਂ ਤੁਹਾਡੀ ਆਮਦ मैं ਹੈ ਤਾਂ तेरे साथ चलने पाए, ਮੈਂ ਤੁਹਾਡੇ ਨਾਲ ਚੱਲ ਸਕਾਂ। यदि मेरे मौत हो जाए ਜੇ ਮੈਂ ਮਰ ਵੀ मैं ਜਾਵਾਂ तेरे साथ ਮੈਂ रहे। ਤੇਰੇ ਨਾਲ ਵਸਾਂ। रोज हमारे जीवन परमेश्वर के साथ कनेक्ट होना है। ਤੇ ਰੋਜ਼ ਸਾਡੀ ਜ਼ਿੰਦਗੀ ਨੇ ਪਰਮੇਸ਼ਰ ਦੇ ਨਾਲ ਜੁੜਦੇ ਰਹਿਣਾ यदि ਹੈ। परमेश्वर के साथ हमें कनेक्शन ਤੇ चाहिए, ਜੇ ਪ੍ਰਭੂ ਨਾਲ ਸਾਡਾ ਰਿਸ਼ਤਾ ਚਾਹੀਦਾ ਹੈ आत्मा में चाल चलना होगा। ਤੇ ਰੂਹ ਦੇ ਵਿੱਚ ਸਾਨੂੰ ਆਪਣੀ ਚਾਲ ਚੱਲਣੀ ਪਊਗੀ। रोमियो को पत्री 8 अध्याय उसकी 14 आयत में कहते हैं जो आत्मा में चाल चलते वो परमेश्वर की संतान कहला जाते। ਅਤੇ ਰੋਮੀਆਂ ਦੇ ਖਾਤ ਉਹਦਾ 8 ਅਧਿਆਇ ਉਹਦਾ 14 ਵਚਨ ਦੇ ਵਿੱਚ ਲਿਖਿਆ ਹੈ, ਜਿਹੜੇ ਰੂਹ ਦੇ ਚਲਾਏ ਚੱਲਦੇ ਨੇ, ਰੂਹ ਦੇ ਮੁਤਾਬਿਕ ਚੱਲਦੇ ਨੇ, ਉਹ ਪਰਮੇਸ਼ਰ ਦੀ ਔਲਾਦ ਸੰਤਾਨ ਅਖਵਾਉਂਦੇ ਨੇ। आत्मा में चाल चलन चलना, आत्मा में रहना आपकी जीवन में सबसे बड़ी बात हो। ਤੇ ਰੂਹ ਦੇ ਵਿੱਚ ਚੱਲਣਾ ਤੇ ਰੂਹ ਦੇ ਮੁਤਾਬਿਕ ਚੱਲਣਾ ਤੁਹਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਗੱਲ ਹੋਵੇ। आत्मा में आप चलने के लिए समर्पण ਤੇ करना ਰੂਹ है। ਦੇ ਵਿੱਚ ਚੱਲਣ ਵਾਸਤੇ ਅਰਪਣ ਕਰਨਾ ਹੈ। आप बातें करते हुए समझना कि हम आत्मा में बातें कर रहे ਤੇ हैं। ਰੂਹ ਜਦੋਂ ਇੱਕ ਗੱਲ ਕਰਦੇ ਆ ਤਾਂ ਕਿਸੇ ਨਾਲ ਇਹ ਸੋਚਣਾ ਕਿ ਰੂਹ ਦੇ ਵਿੱਚ ਹੀ ਗੱਲ ਕਰਨੀ ਹੈ। हमारा जीवन देखना हम आत्मा में है क्या? ਤੁਹਾਡੀ ਜ਼ਿੰਦਗੀ ਨੂੰ ਦੇਖਣਾ ਕਿ ਰੂਹ ਦੇ ਵਿੱਚ ਹੈਗੇ ਕਿ ਨਹੀਂ। हमारा दोस्ती देखना आत्मा में है ਸਾਡੀ क्या? ਮਿੱਤਰਤਾ ਦੇਖਣੀ ਹੈ ਰੂਹ ਦੇ ਵਿੱਚ ਹੈ ਕਿ ਨਹੀਂ। उसमें कोई सेल्फिश तो नहीं, ਉਹਦੇ ਵਿੱਚ ਕੋਈ ਲਾਲਚ ਤਾਂ ਨਹੀਂ, स्वार्थता तो नहीं। ਕੋਈ ਸਵਾਰਥ ਤਾਂ ਨਹੀਂ। परमेश्वर कभी भी स्वार्थता पसंद नहीं करता। ਪਰਮੇਸ਼ਰ ਕਦੇ ਲੋਭ ਲਾਲਚ ਨੂੰ ਪਸੰਦ ਨਹੀਂ ਕਰਦਾ। मैं बहुत सारे लोगों को जानते हैं, ਬਹੁਤ ਸਾਰੇ ਲੋਕਾਂ ਨੂੰ ਮੈਂ ਜਾਣਦਾ। बस इतनी स्वार्थी लोग हैं, मैं, मेरे जीवन साथी, मेरे बच्चे, और कोई मतलब ही नहीं। ਤੇ ਉਹ ਇੰਨੇ ਕੁ ਜ਼ਿਆਦਾ ਸਵਾਰਥੀ ਹੈ, ਇੰਨੇ ਕੁ ਜ਼ਿਆਦਾ ਲਾਲਚੀ ਹੈਗੇ ਕਿ ਮੈਂ, ਮੇਰਾ ਘਰ ਵਾਲਾ, ਮੇਰੀ ਘਰ ਵਾਲੀ, ਮੇਰੇ ਨਿਆਣੇ, ਬਸ ਖਤਮ। कभी भी अपना लाइफ स्वार्थ में नहीं रहना ਤੇ है। ਕਦੇ ਵੀ ਆਪਦੀ ਜ਼ਿੰਦਗੀ ਦੇ ਵਿੱਚ ਸਵਾਰਥੀ ਨਹੀਂ ਬਣੇ ਰਹਿਣਾ। कुछ और लोग हैं मैं सब बातों में आगे होना चाहते हैं, ਤੇ ਕਈ ਇਸ ਤਰ੍ਹਾਂ ਦੇ ਵੀ ਲੋਕ ਨੇ, ਮੈਂ ਹੀ ਸਾਰੀਆਂ ਗੱਲਾਂ ਦੇ ਵਿੱਚ ਅੱਗੇ ਖੜਨਾ मैं ਚਾਹੁੰਦਾ। मैं 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 ਮੈਂ सब कुछ मेरे कंट्रोल में ਆ हो। ਸਾਰਾ ਕੁਝ ਮੇਰੇ ਅੱਜ ਦੇ ਮੁਤਾबिक मैं ਹੋਵੇ। सारे मेरे कंट्रोल में होना ਬਸ ਸਾਰੇ ਮੇਰੇ ਅੰਡਰ ਹੋ ਜਾਣ। आदेश भी मेरी बात सुने, ਆਦੇਸ਼ ਮੇਰੀ ਗੱਲ ਸੁਣੇ, मंगू मेरी बात सुने, ਮੰਗੂ मेरी ਗੱਲ सुने, सुरेश भी मेरी बात सुरेश सुने, मेरी गल ये सुने, भी मेरी बात ये भी सुने, मेरी गल सुने। सबको मैं अपनी कंट्रोल में ਬਸ ਸਾਰਿਆਂ ਨੂੰ ਮੈਂ ਆਪਦੇ ਥੱਲੇ ਲਾ ਕੇ ਰੱਖਾਂ। ये पता कौन सी आत्मा ਇਹ है? ਪਤਾ ਕਿਹੜੀ ਰੂਹ ਹੈ? लूसीफर की आत्मा ਇਹ है। ਲੂਸੀਫਰ ਦੀ ਆਤਮਾ ਹੈ। लूसीफर ने यही विचार किया है, शैतान ने यही विचार किया, मैं परमेश्वर की सिंहासन के ऊपर अपनी सिंहासन बनाऊं, मैं परमेश्वर दे ਜਿਹੜੇ ਸਿਆਸਨ ਤਖਤ ਦੇ ਉੱਤੇ ਆਪ ਦਾ ਤਖਤ ਲਾਵਾਂਗਾ। तुम दूसरे के ऊपर बढ़ना चाहते हो, ਦੂਜਿਆਂ ਦੇ ਉੱਤੇ ਤੁਸੀਂ ਬਣਨਾ ਚਾਹੁੰਦੇ ਹੋ, बड़े बनना चाहते ਤੂੰ हो। ਵੱਡਾ ਬਣਨਾ ਚਾਹੁੰਦਾ ਹੈ। समझना लूसीफर की आत्मा काम कर रही है। ਸਮਝੋ ਕਿ ਲੂਸੀਫਰ ਦੀ ਰੂਹ ਤੁਹਾਡੀ ਜ਼ਿੰਦਗੀ 'ਚ ਹੈ लूसीफर की आत्मा कभी पवित्र आत्मा के रूप में एक्टिंग करेंगे। ਅਤੇ ਲੂਸੀਫਰ ਦੀ ਰੂਹ ਵੀ ਅਤੇ ਸ਼ੈਤਾਨ ਦੀ ਜੋ ਪਵਿੱਤਰ ਆਤਮਾ ਦੀ ਰੂਹ ਦੇ ਵਰਗੀ ਉਹ ਐਕਟਿੰਗ ਕਰੂਗਾ। अन्य भाषा भी बोलेंगे, ਗੈਰ ਜ਼ਬਾਨ ਬੋਲਣਗੇ, ताड़ी भी बजाएंगे, ਤਾੜੀਆਂ ਮਾਰਨਗੇ, भविष्यवाणी भी करेंगे, ਨਬੂਵਤ ਕਰਨਗੇ,
दर्शन भी देखेंगे, दर्शन देखणगे, प्रकाशन भी देखेंगे। प्रकाशन देखणगे। बाइबल कहते हैं बाणी च लिखिਆ है चौदी में स्वर्गदूत की तरह एक्टिंग ਅਤੇ करेंगे। ਤੇਜੋ में स्वर्ग फरिश्ते ਦੇ ਦੁਆ ਵਰਗੇ ਉਹ ਐਕਟਿੰਗ ਕਰਨਗੇ। शैतान कैसी एक्टिंग करते शैतान हैं? ਕਿਵੇਂ ਐਕਟਿੰਗ ਕਰਦਾ ਹੈ? वैसे भूत प्रेत बन के नहीं आते ਐਵੇਂ हैं। ਭੂਤ ਪ੍ਰੇਤ ਬਣ ਕੇ ਤੁਹਾਡੇ ਸਾਹਮਣੇ नहीं ਆਉਂਦਾ। शैतान ये नहीं कह, कई बच्चे यही सोचते हैं शैतान का मतलब 2 सिंग हैं, खोले हैं, मोटे आंखें हैं और बड़ी पूंछ है। ये नहीं है शैतान की रूप। बाइबल कहते हैं ज्योति में स्वर्गदूत उसी तरह शैतान एक्टिंग करते हैं। ਅਤੇ ਇਹ ਜਿਵੇਂ ਬੱਚੇ ਸੋਚਦੇ ਕਿ ਸ਼ੈਤਾਨ ਇਦਾਂ ਦਾ ਨਹੀਂ ਹੈ, ਬਹੁਤ ਹੀ ਕਾਲਾ ਜਾਂ ਮੋਟਾ ਜਾਂ ਤੇ ਵੱਡੇ ਵੱਡੇ ਸਿੰਗ ਲੱਗੇ ਹੋਏ ਹੈਗੇ, ਬਹੁਤ ਵੱਡੀ ਇੱਕ ਲੰਬੀ ਪੂਛ ਹੈ, ਲੰਬੀ ਜੀਭ ਲਮਕਦੀ ਹੋਈ ਹੈਗੀ। ਇਸ ਤਰ੍ਹਾਂ ਨਹੀਂ ਹੈ, ਪਰ ਬਾਈਬਲ ਕਹਿੰਦੀ ਹੈਗੀ ਕਿ ਸ਼ੈਤਾਨ ਇਸ ਤਰ੍ਹਾਂ ਦਾ ਕਿ ਤੇਜੋ ਮੈਂ ਫਰਿਸ਼ਤੇ ਦੀ ਵੀ ਉਹ ਐਕਟਿੰਗ ਕਰ ਲੈਂਦਾ ਹੈ। कई बार पास्टर बनकर सिस्टर बनकर आएंगे, आप समझना होगा। ਤੇ ਕਈ ਵਾਰੀ ਪਾਦਰੀ ਭੈਣ ਜੀ ਦਾ ਰੂਪ ਲੈ ਕੇ ਆਊਗਾ, ਤੁਸੀਂ ਸਮਝਣਾ ज्योति ਹੋਊਗਾ। में स्वर्गदूत की तरह एक्टिंग ਉਹ करेंगे, ਤੇਜੋ ਮੈਂ ਫਰਿਸ਼ਤੇ ਦੇ ਵਰਗਾ ਕੰਮ ਕਰਦਾ ਹੈ, लेकिन फल से पहचाना ਪਰ जाए, ਫਲੋਂ ਪਹਿਚਾਣਿਆ ਜਾਂਦਾ ਹੈ। फल से पहचाना जाए, ਫਲੋਂ ਵੀ ਪਹਿਚਾਣਿਆ ਜਾਂਦਾ फल ਹੈ, से पहचाना ਫਲ जाए, ਤੋਂ ਪਹਿਚਾਣਿਆ ਜਾਂਦਾ ਹੈ, स्वभाव से पहचाना जाए। ਸੁਭਾਅ ਤੋਂ ਪਰਖਿਆ ਜਾਂਦਾ ਹੈ। कुछ साल पहले एक पादरी बठिंडे में आए, ਕੁਝ ਬਰੇ ਪਹਿਲੇ ਇੱਕ ਪਾਦਰੀ ਪ੍ਰਭੂ ਦੇ ਦਾਸ ਬਠਿੰਡੇ ਚ ਆਇਆ। विश्वासी लोग कहने लगे, ਵਿਸ਼ਵਾਸੀ ਆਖਣ ਲੱਗੇ, एक मसीह परिवार आके हमारे पास आए, ਮਸੀਹ ਪਰਿਵਾਰ ਸਾਡੇ ਕੋਲ ਆਇਆ। पास्टर जी आप प्रचार कैसे करते हो? ਭਗਤ ਸਾਹਿਬ ਤੁਸੀਂ ਕਿਵੇਂ ਪ੍ਰਚਾਰ ਕਰਦੇ ਹੋ? मैं कहता मैं बाइबल खोल के बाइबल से वचन निकाल के प्रचार करते। ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਬਾਈਬਲ ਨੂੰ ਖੋਲਦਾ, ਬਾਈਬਲ ਦੇ ਵਿੱਚ ਵਚਨ ਪੜ੍ਹਦਾ ਤੇ ਮੈਂ ਪ੍ਰਚਾਰ ਕਰਦਾ। बठिंडा में एक पादरी आए हैं, ਤੁਹਾਨੂੰ ਪਤਾ ਬਠਿੰਡੇ ਚ ਇੱਕ ਪਾਦਰੀ ਆਇਆ, वो केवल बाइबल नहीं, वो कुरान भी रखते हैं, गीता भी रखते हैं, बाइबल भी रखते हैं और गुरु ग्रंथ साहब को भी रख के प्रचार करते हैं। ਅਤੇ ਉਹ ਚਾਰ ਪੁਸਤਕਾਂ ਨੂੰ ਰੱਖਦਾ, ਬਾਈਬਲ ਵੀ ਰੱਖਦਾ, ਕੁਰਾਨ ਵੀ ਰੱਖਦਾ, ਗੀਤਾ ਵੀ ਰੱਖਦਾ, ਗੁਰੂ ਗ੍ਰੰਥ ਸਾਹਿਬ ਵੀ ਰੱਖਦਾ। मैंने कहा मुझे कुछ समझ नहीं आता। ਤੇ ਮੈਂ ਕਿਹਾ ਮੇਰੇ ਤਾਂ ਪੱਲੇ ਨਹੀਂ ਪੈਂਦਾ। यीशु हमें बस यही दिखाया, हमें बाइबल के प्रचार करते हैं, मैं और कोई प्रचार नहीं करता। ਤੇ ਯੀਸ਼ੂ ਨੇ ਮੈਨੂੰ ਇਹ ਗੱਲ ਦਿਖਾਈ ਹੈ ਕਿ ਤੁਸੀਂ ਸਿਰਫ ਬਾਈਬਲ ਦੇ ਵਿੱਚੋਂ ਪ੍ਰਚਾਰ ਕਰੋ, हम ਹੋਰ ਤਾਂ किसी ਮੈਨੂੰ धर्म के खिलाफ नहीं है, ਅਸੀਂ ਕਿਸੇ ਧਰਮ ਦੇ ਵਿਰੋਧੀ ना ਨਹੀਂ गीता ਹਾਂ, के खिलाफ है, ਨਾ ਗੀਤਾ ਦੇ ਵਿਰੋਧ ना ਚ, कुरान के खिलाफ है, ਨਾ ਕੁਰਾਨ ਦੇ ना ਵਿਰੋਧ गुरु ਚ, ग्रंथ साहब के खिलाफ ਨਾ है। ਗੁਰੂ ਗ੍ਰੰਥ ਸਾਹਿਬ ਦੇ लेकिन ਵਿਰੋਧ ਚ। हम अपनी वचन कहते हैं, जैसे पौलुस यीशु की क्रूस की प्रचार की, हम यीशु की प्रचार करते हैं। ਅਤੇ ਜਿਵੇਂ ਪੌਲੁਸ ਨੇ ਯੀਸ਼ੂ ਦੀ ਸਲੀਬ ਦਾ ਉਪਦੇਸ਼ ਦਿੱਤਾ, ਉਸੇ ਤਰ੍ਹਾਂ ਅਸੀਂ ਯੀਸ਼ੂ ਦੀ ਸਲੀਬ ਦਾ ਉਪਦੇਸ਼ ਦਿੰਦੇ वो ਹਾਂ। कई कलीसिया में विश्वासियों को भड़का दिया ਅਤੇ है। ਉਹਨੇ ਕਈ ਸੰਗਤਾਂ ਦੇ ਵਿੱਚ ਵਿਸ਼ਵਾਸੀਆਂ ਨੂੰ ਭੜਕਾਇਆ, बस साल के अंदर अंदर 15-16 साल की एक लड़की को भगा के ले गए यहाँ। ਅਤੇ ਸਾਲ ਦੇ ਵਿੱਚ 15-16 ਵਰਿਆਂ ਦੀ ਇੱਕ ਨੌਜਵਾਨ ਲੜਕੀ ਨੂੰ ਲੈ ਕੇ ਭੱਜ ये ਗਿਆ। कुरान गीता ये सब रखे प्रचार करने ਅਤੇ वालों के ਇਹੀ ਹੈ स्वभाव। ਵੱਖਰੇ ਵੱਖਰੇ ਤਰੀਕੇ ਦੀਆਂ ਪੁਸਤਕਾਂ ਰੱਖ ਕੇ ਪ੍ਰਚਾਰ लेकिन ਕਰਨਾ। आत्मा में चाल चलन वालों को स्वभाव को परखना, ਪਰ ਰੂਹ ਦੇ ਵਿੱਚ ਚੱਲਣ ਵਾਲਿਆਂ ਦੇ ਸੁਭਾਅ ਨੂੰ ਤੁਸੀਂ ਪਰਖਣਾ ਹੈ। आत्मा में चलने वालों को स्वभाव भी परखते ਰੂਹ हैं। ਦੇ ਵਿੱਚ ਚੱਲਣ ਵਾਲਿਆਂ ਦੇ ਸੁਭਾਅ ਪਰਖਿਆ ਜਾਂਦਾ ਹੈ। आत्मा का फल जब हमारी जीवन में प्रकट है, समझना है इसके अंदर आत्मा सचमुच काम कर रहे ਅਤੇ हैं। ਰੂਹ ਦੇ ਜਦੋਂ ਫਲ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਗਟ ਹੁੰਦੇ ਨੇ ਤਾਂ ਸਮਝ ਲਿਓ ਕਿ ਸੱਚਮੁੱਚ ਪਾਖਰੂ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰ ਰਿਹਾ ਹੈ। क्या आप आत्मा में चलते हो? ਕਿ ਤੁਸੀਂ ਰੂਹ 'ਚ ਚੱਲਦੇ ਹੋ, आत्मा में नजर है, ਰੂਹ ਦੇ ਵਿੱਚ ਨਿਗਾਹ ਹੈ, आत्मा में सुनते हैं। ਰੂਹ ਦੇ ਵਿੱਚ ਸੁਣਦੇ जब ਹੋ। आपको फोन आएंगे ਜਦੋਂ ਫੋਨ ਆਉਂਦਾ ਹੈ आत्मा का खिलाफ ਰੂਹ ਦੇ ਵਿਰੋਧ या 'ਚ किसी की बुराई ਜਾਂ ਕਿਸੇ ਦੀ या ਵਿਰੋਧੀ किसी की विरुद्ध ਜਾਂ ਕਿਸੇ ਦੇ ਵਿਰੋਧ तुरंत आप ऑफ कर दें। ਉਸੇ ਵੇਲੇ ਖਤਮ ਬੰਦ ਕਰ ਦਿਓ। बिनती है आपकी आत्मीय जीवन खराब ना करें। ਬੇਨਤੀ ਕਰਦੇ ਕਿ ਤੁਸੀਂ ਆਪਦੀ ਰੂਹਾਨੀ ਜ਼ਿੰਦਗੀ ਨੂੰ आप ਮੁਕਾਓ किसी की ਨਾ। बुराई ना ਕਿਸੇ सुने, ਦੀ ਬੁਰਾਈ ਨਾ ਸੁਣੋ, आप किसी की नेगेटिव बातें ना सुनना ਕਿਸੇ है। ਦੀਆਂ ਨਕਾਰਾਤਮਕ ਗੱਲਾਂ ਨਾ ਸੁਣੋ। बोलने वाले हैं तो नरक में जाने वाले, सुनने वालों को भी लेके जाएंगे। ਅਤੇ ਬੋਲਦੇ ਆ ਜਿਹੜੇ ਉਹਦਾ ਨਰਕ ਦੇ ਰਾਹ ਤੇ ਚੱਲੇ ਹੀ ਹੈਗੇ, ਨਾਲ ਦੂਜਿਆਂ ਨੂੰ ਵੀ ਲੈ ਕੇ ਜਾਂਦੇ ना ਆ। बोलने वाले सुनने वाले दोनों बराबर में इनाम मिलेगा। ਬੋਲਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਦੋਨਾਂ ਨੂੰ ਬਰਾਬਰੀ ਦਾ ਇਨਾਮ ਦਿੱਤਾ इसलिए ਜਾਊਗਾ। आपकी चाल चलन को आप परखना बहुत जरूरी ਇਸ है। ਕਰਕੇ ਤੁਹਾਡੇ ਚਾਲ ਚੱਲਣ ਨੂੰ ਪਰਖਣਾ ਬਹੁਤ अपनी ਲੋੜੀਂਦਾ चाल ਹੈ। चलन को हम परखना, हम आत्मा में है या नहीं है। ਅਤੇ ਆਪਣੇ ਚਾਲ ਚੱਲਣ ਨੂੰ ਪਰਖਣਾ ਕਿ ਰੂਹ ਦੇ ਵਿੱਚ ਅਸੀਂ ਹੈਗੇ यदि ਕਿ आप ਨਹੀਂ। आत्मा में चाल चलते हो, ਜੇ ਰੂਹ ਦੇ ਵਿੱਚ ਚਾਲ ਚੱਲਦੇ ਆ, बाइबल कहते हैं ਬਾਈਬਲ 'ਚ ਲਿਖਿਆ ਹੈ तुम ਤੁਸੀਂ परमेश्वर की संतान कहलाते ਪਰਮੇਸ਼ਰ हो। ਦੀ ਔਲਾਦ ਅਖਵਾਨੇ ਹੋ। परमेश्वर की संतान कहलाते हैं। ਪਰਮੇਸ਼ਰ ਦੀ ਔਲਾਦ ਅਖਵਾਨੇ आज ਆ। जितने लोग यहाँ बैठे, परमेश्वर चाहते अपनी संतान बनकर रखना ਅੱਜ है। ਜਿੰਨੇ ਜਣੇ ਇੱਥੇ ਬੈਠੇ ਨੇ, ਪਰਮੇਸ਼ਰ ਚਾਹੁੰਦਾ ਕਿ ਤੁਸੀਂ ਉਹਦੀ ਔਲਾਦ ਬਣ ਕੇ ਰਹੋ, आत्मा में चलना है। ਰੂਹ ਦੇ ਵਿੱਚ ਚੱਲਣਾ ਹੈ। इसलिए अब आत्मा में प्रार्थना करने वाले ਇਸ हो, ਕਰਕੇ ਰੂਹ ਦੇ ਵਿੱਚ ਦੁਆ ਕਰਨ ਵਾਲੇ ਹੋ, अन्य भाषा में प्रार्थना करने ਗੈਰ वाले हो। ਜ਼ੁਬਾਨ ਦੇ ਵਿੱਚ ਦੁਆ ਕਰਨ ਵਾਲੇ ਬਣੋ। आपको प्रभु से दूर करने वाली कौन
सी बात है? ਤੁਹਾਨੂੰ ਪ੍ਰਭੂ ਤੋਂ ਵੱਖਰੇ ਕਰਨ ਵਾਲੀ ਕਿਹੜੀ ਗੱਲ ਹੈ? चाहे आंखों की इच्छाएं, ਭਾਵੇਂ ਅੱਖਾਂ ਦੀਆਂ ਨਿਗਾਹਾਂ चाहे ਦੀਆਂ शरीर की ਇੱਛਾਵਾਂ, अभिलाषाएं, ਦੇਹ ਦੀਆਂ ਲਾਲਸਾਵਾਂ, चाहे जीविका घमंड ਭਾਵੇਂ है, ਜੀਵਿਕਾ ਦਾ ਘਮੰਡ ਹੈ, चाहे धन का लालच ਭਾਵੇਂ है, ਧਨ ਦਾ ਲੋਭ ਹੈ, चाहे पाप की स्वभाव ਭਾਵੇਂ है, ਪਾਪ ਦਾ ਸੁਭਾਅ चाहे ਹੈ, शरीर की अभिलाषा ਭਾਵੇਂ है, ਦੇਹਿਕ ਲਾਲਸਾਵਾਂ ਨੇ, चाहे कौन सी बातें हैं, ਭਾਵੇਂ ਕੋਈ ਵੀ ਗੱਲਾਂ क्या ਹੈ लीडर बनना चाहते ਕਿ हो, ਅਸੀਂ ਅਗਵੇ ਬਣਨਾ क्या ਚਾਹੁੰਦੇ ਹਾਂ, ऊंचा बनना चाहते हो, ਉੱਚਾ ਹੋਣਾ ਚਾਹੁੰਦੇ चाहे ਹਾਂ, स्वार्थता की बातें ਕਿ हैं, ਅਸਵਾਰਥਤਾ ਦੀਆਂ ਗੱਲਾਂ कौन सी बातें हैं? ਕਿਹੜੀਆਂ ਗੱਲਾਂ आत्मा से आपको दूर ਰੂਹ ਤੋਂ करते, ਤੁਹਾਨੂੰ ਵੱਖਰੀਆਂ प्रभु ਕਰਦੀਆਂ, से आपको दूर करते, ਪ੍ਰਭੂ ਤੋਂ ਅੱਡ ਕਰਦੀਆਂ, उस बात को परखना है। ਉਹਨਾਂ ਗੱਲਾਂ ਨੂੰ ਪਰਖਣਾ ਹੈ। आज कदम करके जाना यहाँ से, ਅੱਜ ਇਥੋਂ ਉਹਨਾਂ ਗੱਲਾਂ ਨੂੰ ਮੁਕਾ ਕੇ ਜਾਣਾ आज ਹੈ। तौबा करके जाइए, ਅੱਜ ਮਨ ਫਿਰਾ ਕੇ ਜਾਓ, चाहे पास्टर हो, ਭਾਵੇਂ ਪਾਦਰੀ ਹੈ, चाहे सिस्टर हो, ਭਾਵੇਂ चाहे ਸਿਸਟਰ ਹੈ, सेवक हो, ਭਾਵੇਂ ਸੇਵਕ चाहे ਹੈ, विश्वासी हो, ਭਾਵੇਂ ਵਿਸ਼ਵਾਸੀ ਹੈ, चाहे खजांची हो, ਭਾਵੇਂ ਖਜ਼ਾਨਚੀ ਹੈ, चाहे खोजी कोई भी हो, ਭਾਵੇਂ ਕੋਈ ਵੀ ਹੈ, आज तौबा करके ਅੱਜ जाना ਤੁਸੀਂ है। ਤੋਬਾ ਕਰਕੇ ਜਾਣਾ आज ਹੈ। ये सब छोड़ के ਅੱਜ जाना ਇਹ है, ਸਾਰਾ ਕੁਝ ਛੱਡ ਕੇ ਜਾਣਾ आज ਹੈ। छोड़ के ਅੱਜ जाइए, ਛੱਡ ਕੇ ਜਾਣਾ ਹੈ। आत्मा में चाल चलने के ਰੂਹ ਦੇ खिलाफ, ਵਿੱਚ ਚਾਲ ਚੱਲਣ ਦੇ ਵਿਰੋਧ आत्मा में रहने ਚ, के ਰੂਹ ਦੇ ਵਿੱਚ खिलाफ, ਵਿਰੋਧ ਚ, प्रभु में रहने ਆ के ਪ੍ਰਭੂ ਦੇ खिलाफ, ਵਿੱਚ ਰਹਿਣ ਦੇ जो ਵਿਰੋਧ भी ਚ, बात है ਜਿਹੜੀਆਂ ਵੀ ਗੱਲਾਂ इसी समय छोड़ देना ਇਸੇ है। ਵੇਲੇ ਛੱਡ ਦੇਣੀਆਂ ਨੇ। आज अपने जीवन समर्पण ਅੱਜ करना ਆਪਦੀ है। ਜ਼ਿੰਦਗੀ ਅਰਪਣ उस ਕਰਨੀ ਹੈ। समर्पण में आत्मा आपको काम ਉਸ करने ਅਰਪਣ ਦੇ देंगे। ਵਿੱਚ ਪਰਮੇਸ਼ਰ ਦਾ ਰੂਹ ਵੀ ਤੁਹਾਡੀ आपका ਜ਼ਿੰਦਗੀ जीवन ਚ ਕੰਮ धन्य हो ਕਰੂਗਾ, जाएंगे। ਤੁਹਾਡੀ ਜ਼ਿੰਦਗੀ ਮੁਬਾਰਕ ਹੋਏਗੀ, आप ब्लेसिंग ਤੁਸੀਂ पाएंगे। ਬਰਕਤ ਪਾਓਗੇ। आइए हम सब अपने स्थान पर खड़े हो जाएंगे। ਅਸੀਂ ਸਭ ਆਪਣੀ ਥਾਂ ਦੇ ਵਿੱਚ ਖੜੇ ਹੋ आत्मा ਜਾਈਏ। में हम आराधना करने ਰੂਹ जा ਦੇ रहे ਵਿੱਚ हैं। ਅਸੀਂ ਆਰਾਧਨਾ ਕਰਨ हम ਚੱਲੇ ਹਾਂ। आत्मा में हम स्तुति करने